आ गया जी मैसेज, वो कह रहे हैं मैं कर रहे हैं रिकॉर्डिंग। आज आपने सताईवीं लैनी है जी, 27वीं पौड़ी लैनी है, अंग 1247। ਤੇ ਉਸ ਤੋਂ ਪਹਿਲਾਂ ਆਪਾਂ 26 ਦਾ ਲਿੰਕ ਕਰੀਏ ਉਹਦੇ ਨਾਲ। 26 ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਕਿ ਬਈ ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਆਪਣਾ ਸੁੰਨ ਸਮਾਧੀ, ਸੁੰਨ ਦੇ ਵਿੱਚ ਸਮਾਧੀ ਲਾਉਂਦੇ ਆ, ਕਿਉਂਕਿ ਪਰਮਾਤਮਾ ਸੁੰਨ ਹੈਗਾ ਭਾਈ। ਆਪਾਂ ਸਾਰੇ ਜਿਹੜੇ ਹੈਗੇ ਆ ਆਪਣੇ ਅੰਦਰ ਵਿਚਾਰਾਂ ਦੀ ਗਤੀ ਚੱਲੀ ਜਾਂਦੀ ਹੈ, ਚੱਲੀ ਜਾਂਦੀ ਹੈ। ਤੇ ਆ ਜਿਹੜੇ ਪਲੀਜ਼ ਆ ਦੇਖਿਓ ਕਿਹੜੇ ਹੈਗੇ ਜੀ, ਆਪਣਾ ਬੰਦ ਕਰ ਦੇਣਾ ਪਲੀਜ਼ ਮਾਈਕ ਆਪਣੇ। ਸੁਖਵਿੰਦਰ ਜੀ ਦਾ ਮਾਈਕ ਖੁੱਲਾ ਹੈ, ਦੇਖਿਓ। ਹਾਂਜੀ ਸੁਖਵਿੰਦਰ ਜੀ, ਹਾਂ ਤੁਹਾਡਾ ਮਾਈਕ ਖੁੱਲਾ ਹੈ। ਇੱਕ ਮਿੰਟ ਜੀ, ਨਿਜਰ ਸਾਹਿਬ ਮੇਰਾ ਮਾਈਕ ਤਾਂ ਬੰਦ ਹੀ ਹੈ। ਨਹੀਂ ਸੁਖਵਿੰਦਰ ਜੀ, ਕਈ ਸੁਖਵਿੰਦਰ ਹੈਗੇ ਆ, ਤੁਸੀਂ ਇਕੱਲੇ ਥੋੜੀ ਨਾ ਸੁਖਵਿੰਦਰ ਹੈਗੇ ਹੋ। ਓਕੇ ਜੀ, ਓਕੇ ਠੀਕ ਹੈ ਜੀ, ਗੱਲ ਇਹ ਵੀ ਠੀਕ ਹੈ। ਆ ਦੇਖੋ ਸੁਖਵਿੰਦਰ ਸੰਧੂ ਦਾ ਮਾਈਕ ਖੁੱਲਾ ਹੈ, ਹੁਣ ਮੈਂ ਪਾਰਟਿਕੂਲਰਲੀ ਪਿਨ ਪੁਆਇੰਟ ਕਰਦਾ ਹੈ। ਇਹ ਠੀਕ ਹੈ। ਇੱਕ ਹਾਲੇ ਵੀ ਉਹ ਮਾਈਕ ਖੁੱਲਾ ਤਾਂ ਖੁੱਲਾ ਹੀ ਹੈ ਜੀ। ਇੱਕ ਸੈਕਿੰਡ, ਮੈਂ एक बार ट्राई कर लिए जी। हाँ जी, वाहिगुरू जी खालसा वाहिगुरू जी की फतेह बाबा जी। वाहिगुरू जी का खालसा वाहिगुरू जी की फतेह। बंद नहीं होता, चलो ਅੱਜ ਦੁਪਹਿਰੇ ਆਇਆ ਨਹੀਂ। ਹਾਂ 10 ਵਜੇ ਤੋਂ ਤੁਸੀਂ 10 ਮਿੰਟ ਤੋਂ ਬਾਅਦ ਲੇਟ ਹੋ ਜਾਂਦੇ ਨਾ, ਫਿਰ ਨਾ ਫਤਿਹ ਬੁਲਾਇਆ ਕਰੋ। 10 ਮਿੰਟ 10:40 ਤੋਂ ਪਹਿਲਾਂ ਬੁਲਾ ਸਕਦੇ, ਬਾਅਦ ਫਿਰ ਨਾ ਉਹ ਫਿਰ ਪ੍ਰੋਬਲਮ ਹੋ ਜਾਂਦੀ, ਸੰਗਤ ਦੀ ਕਥਾ ਚੱਲ ਰਹੀ ਹੈ। ਠੀਕ ਹੈ ਜੀ, ਠੀਕ। हाँ जी प्लीज। हाँ फतेह तो ਤੁਹਾਡੀ ਕਬੂਲ ਹੈ, ਮਾਲਕ ਦੇ ਦਰ ਤੱਕ ਚਲੇ ਜਾਂਦੀ ਹੈ ਫਤਿਹ ਤੁਹਾਡੀ। ਆ ਗਏ ਤੁਸੀਂ, ਬਸ ਫਤਿਹ ਕਬੂਲ ਹੈ, ਬਹੁਤ ਅੱਗੇ ਤੱਕ ਚਲੇ ਜਾਂਦੀ ਹੈ ਫਤਿਹ। ਠੀਕ ਹੈ ਜੀ, ਹਾਂ ਸ਼ੁਰੂ ਕਰੋ ਜੀ। ਹਾਂਜੀ ਉਹਦੇ ਵਿੱਚ ਦੇਖੋ ਮਹਾਰਾਜ ਨੇ ਜਿਹੜਾ ਹੈਗਾ ਆਪਾਂ ਨੂੰ ਦੱਸਿਆ ਸੀ, ਜਿਹੜੇ ਧਿਆਨ ਸਿਮਰਨ ਕਰਦੇ ਆ, ਨਾਮ ਸਲਾਹਨ ਭਾਵ ਕਰ ਪਿਆਰ ਦੇ ਨਾਲ ਇਹ ਕੰਮ ਕਰਨਾ ਹੈ, ਪਿਆਰ ਦੇ ਨਾਲ, ਮਨ ਦੀ ਭਾਵਨਾ ਦੇ ਨਾਲ, ਪੂਰਾ ਜਿਹੜਾ ਹੈਗਾ ਅੰਦਰੋਂ ਜਿਹੜਾ ਮਾਲਕ ਨੇ ਭਾਵਨਾ ਦੇਖਣੀ ਹੈ। ਬਸ ਮਾਲਕ ਨੇ ਭਾਵਨਾ ਦੇਖਣੀ ਹੈ। ਮਾਲਕ ਕਹਿੰਦਾ ਤੇਰਾ ਗਾਰਬੇਜ ਇੰਨਾ ਹੈ ਕਿ ਤੂੰ ਤਾਂ ਚੁੱਕ ਹੀ ਨਹੀਂ ਸਕਦਾ, ਤੂੰ ਤਾਂ ਇੱਕ ਕਣੀ ਵੀ ਨਹੀਂ ਪਰੇ ਕਰ ਸਕਦਾ ਜੇ ਤੂੰ ਚਾਹੇ ਤੇ। ਕਹਿੰਦੇ ਬਸ ਮੈਨੂੰ ਦਿਖਣਾ ਚਾਹੀਦਾ ਵੀ ਲੱਗ ਗਿਆ ਬੰਦਾ ਜਿਹੜਾ ਹੈਗਾ, ਉਹਨੇ ਚੱਕ ਲਿਆ, ਕਈ ਚੱਕ ਲਈ ਆ, ਬਸ ਇੰਨਾ ਚਾਹੀਦਾ ਮੈਨੂੰ। ਇਹ ਧਿਆਨ ਸਿਮਰਨ ਵਾਲੀ ਕਈ ਚੱਕ ਲਈ ਆ, ਬਸ ਮੈਨੂੰ ਇਹ ਮਾਲਕ ਨੂੰ ਜਿਹੜਾ ਹੈਗਾ ਇਹ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਵੀ ਇਹ ਖਚਰ ਵਿਦਿਆ ਨਹੀਂ ਕਰ ਰਿਹਾ, ਇਹ ਜਿਹੜਾ ਹੈਗਾ ਦੋਗਲਾਪਨ ਨਹੀਂ ਕਰ ਰਿਹਾ, ਇਹ ਜਿਹੜਾ ਹੈਗਾ ਦਿਖਾਵਾ ਨਹੀਂ ਕਰ ਰਿਹਾ। ਨਾਮ ਸਲਾਹਨ ਭਾਵ ਕਰ ਨਿਜ ਮਹਿਲੀ ਵਾਸਾ। ਦੇਖ ਲਓ ਉਹਦਾ ਵਾਸਾ ਕਿੱਥੇ ਹੁੰਦਾ ਹੈ? ਉਹਦਾ ਵਾਸਾ ਮਹਿਲਾਂ ਦੇ ਵਿੱਚ, ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ ਵਾਸਾ ਹੋ ਜਾਂਦਾ ਹੈ। ਫਿਰ ਉਹ ਬਹੁਤ ਜੋਨ ਨਾ ਆਵਨੀ, ਫਿਰ ਹੋਏ ਨਾ ਵਿਨਾਸ਼ਾ। ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦੇ ਔਰ ਵਿਨਾਸ਼ ਨਹੀਂ ਹੁੰਦੇ। ਆਪਾਂ ਦੇਖ ਲਓ ਸਰੀਰ ਮਿਲਦਾ ਹੈ, ਫਿਰ ਵਿਨਾਸ਼ ਹੋ ਜਾਂਦਾ ਹੈ, ਫਿਰ ਮਿਲਦਾ ਹੈ, ਫਿਰ ਵਿਨਾਸ਼ ਹੋ ਜਾਂਦਾ ਹੈ, ਫਿਰ ਪਤਾ ਨਹੀਂ ਕਿਹੜੇ 84 ਲੱਖ ਜੂਨਾਂ ਹੈਗੀਆਂ ਔਰ ਕਿਸ ਤਰ੍ਹਾਂ ਆਪਾਂ ਗਤੀ ਕਰੀ ਜਾ ਰਹੇ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ। ਉਹ ਜਦ ਉਹ ਮਨੁੱਖਾ ਜੂਨ ਦੇ ਵਿੱਚ ਹੁੰਦੇ ਹੋਏ ਵੀ ਉਹ ਮਾਲਕ ਪਰਮਾਤਮਾ ਦੇ ਵਿੱਚ ਜਿਹੜੇ ਹੈਗੇ ਰਵੇ ਹੁੰਦੇ, ਜਦ ਤੱਕ ਉਹਨਾਂ ਦਾ ਸਰੀਰ ਕਾਇਮ ਹੈਗਾ। ਸਭ ਸਾਸ ਗਿਰਾਸਾ ਮਤਲਬ ਹੁਣ ਜਿਹੜੇ ਹੈਗੇ ਪੂਰਾ ਜਿਹੜਾ ਹੈਗਾ ਮਾਲਕ ਦੇ ਨਾਲ ਪੂਰੀ ਤਰ੍ਹਾਂ ਜਿਹੜੇ ਹੈਗੇ ਪੂਰੀ ਤਰ੍ਹਾਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ। ਉਹ ਹਰ ਕਾ ਰੰਗ ਕਦੇ ਨਾ ਉਤਰੇ ਗੁਰਮੁਖੇ ਪ੍ਰਗਾਸਾ। ਉਹਨਾਂ ਦਾ ਇਹ ਰੰਗ ਕਦੀ ਵੀ ਨਹੀਂ ਉਤਰਦਾ। ਗੁਰੂ ਦੇ ਰਾਹੀਂ ਪ੍ਰਗਾਸ ਉਹਨਾਂ ਦੇ ਅੰਦਰ ਆਤਮ ਪ੍ਰਕਾਸ਼ ਹੋ ਜਾਂਦਾ ਹੈ। ਗੁਰੂ ਦੇ ਗੁਰਮੁਖ ਸਿਸਟਮ ਦੇ ਵਿੱਚ, ਇਹ ਬ੍ਰਹਮ ਗਿਆਨੀਆਂ ਦੇ ਥਰੂ, ਗੁਰੂ ਦੇ ਥਰੂ। ਇਹ ਦੇਖ ਲਓ ਮਾਲਕ ਪਰਮਾਤਮਾ ਨੂੰ ਆਹ ਚੀਜ਼ ਚਾਹੀਦੀ ਆ ਬਈ ਤੇਰੇ ਅੰਦਰ ਜਿਹੜਾ ਹੈਗਾ ਪਿਆਰ ਕਿੰਨਾ ਹੈਗਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਹੋਏ ਕਿਰਪਾ ਕਰਕੇ ਮੇਲਿਅਨ ਨਾਨਕ ਹਰ ਪਾਸਾ। ਇਸ ਤਰੀਕੇ ਦੇ ਨਾਲ ਮਾਲਕ ਕਿਰਪਾ ਕਰਦਾ ਹੈ ਭਾਈ, ਔਰ ਆਪਣੇ ਨਾਲ ਆਪਣੇ ਪਾਸੇ ਨੂੰ ਜਿਹੜਾ ਹੈ ਮਾਲਕ ਦੇ ਵੱਲ ਨੂੰ ਮਿਲਾ ਲੈਂਦਾ ਹੈ। ਮਿਲਾਉਂਦਾ ਪਰ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ ਥਰੂ, ਗੁਰੂ ਦੇ ਥਰੂ, ਬ੍ਰਹਮ ਗਿਆਨ ਦੇ ਥਰੂ ਉਹਨੇ ਮਿਲਾਉਣਾ ਹੈ। ਇਹ ਰੂਲ ਆ ਪਰਮਾਤਮਾ ਦਾ। ਉਹ ਕਹਿੰਦਾ ਵੀ ਤੈਨੂੰ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ, ਕਿਉਂਕਿ ਉਹਨਾਂ ਨੇ ਯਾਤਰਾ ਕਰ ਲਈ ਆ, ਬ੍ਰਹਮ ਗਿਆਨੀਆਂ ਨੇ ਲਿਖਤ ਦੇ ਦਿੱਤੀ ਹੈ। ਦੇਖੋ ਆਪਣੇ 36 ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ ਆ। ਉਹਨਾਂ ਨੇ ਜਿਹੜਾ ਹੈਗਾ ਇੱਕ ਨੇ ਇੰਡੀਵਿਜੂਅਲ ਆਪਣੀ ਲਿਖਤ ਦਿੱਤੀ ਹੈ ਭਾਈ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੈਗਾ। ਇਸ ਕਰਕੇ ਭਾਈ ਆਪਣੀ ਮੱਤ ਥੱਲੇ ਰੱਖਣੀ, ਆਪਾਂ ਨੇ ਆਪਣੀ ਮੱਤ ਛੱਡਣੀ ਆ, ਔਰ ਇਹ ਗੁਰਮਤ ਜਿਹੜੀ ਬ੍ਰਹਮ ਮੱਤ ਲੈਣੀ ਆ। ਇਹਦੇ ਅਨੁਸਾਰ ਗਤੀ ਕਰਾਂਗੇ ਤੇ ਸੁਖੈਨ ਹੀ ਜਿਹੜੇ ਹੈਗੇ ਆਪਾਂ ਇਸ ਟਾਰਗੇਟ ਨੂੰ ਅਚੀਵ ਕਰ ਲਵਾਂਗੇ। ਹੁਣ ਆਪਾਂ ਅਗਲੇ ਤੇ ਚੱਲਦੇ ਹਾਂ। ਸ਼ਲੋਕ ਮਹੱਲਾ ਤੀਜਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਲਓ, ਸਭ ਤੋਂ ਪਹਿਲੇ ਮਹਾਰਾਜ ਨੇ ਉੱਥੋਂ ਹੀ ਉਸੇ ਗੱਲ ਤੋਂ ਫੜ ਲਿਆ ਆਪਾਂ ਨੂੰ। ਕਹਿੰਦੇ ਜਦ ਤੱਕ ਤੇਰੀ ਆਪਣੀ ਮਨ ਦੀ ਮੱਤ ਹੈਗੀ ਆ, ਤੇਰੇ ਆਪਣੀ ਮਨ ਦੀ ਮੱਤ ਹੈਗੀ ਆ, ਤੇਰੇ ਅੰਦਰ ਲਹਿਰਾਂ ਚੱਲ ਰਹੀਆਂ ਆ, ਫਿਰ ਮਨ ਦੀ ਮੱਤ ਆ ਤੇ ਉਹਨੇ ਲਹਿਰਾਂ ਚਲਾਉਣੀਆਂ ਹੀ ਆ ਫਲਾਨਾ ਆ, ਔਰ ਟਿਮਕਾ ਆ, ਉਹਨੇ ਇਸ ਤਰ੍ਹਾਂ ਸਾਰਾ ਲਹਿਰਾਂ ਚੱਲਦੀਆਂ ਰਹਿਣਗੀਆਂ ਆਪਣੇ ਅੰਦਰ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਕਿਉਂਕਿ ਆਪਾਂ ਲਹਿਰਾਂ ਆਪਣੇ ਆਪ ਨੂੰ ਆਪਾਂ ਨੇ ਕਰਤਾ ਮੰਨ ਲਿਆ, ਆਪਣੇ ਆਪ ਨੂੰ ਇਕਾਈ ਮੰਨ ਲਿਆ, ਆਪਾਂ ਨੇ ਆਪਣੇ ਆਪ ਨੂੰ ਸਰੀਰ ਮੰਨ ਲਿਆ ਆਪਾਂ ਨੇ, ਤਾਂ ਹੀ ਤਾਂ ਜਿਹੜਾ ਹੈਗਾ ਆਪਾਂ ਫਿਰ ਮਨਮੁਖ ਹੋਵੇ। ਮਨ ਦੇ ਪਿੱਛੇ ਮਨ ਤਾਂ ਇਹੀ ਕਹਿੰਦਾ ਹੈ, ਮਨ ਤਾਂ ਕਹਿੰਦਾ ਜੋ ਸਾਹਮਣੇ ਹੈਗਾ ਉਹ ਵਧੀਆ ਹੈਗਾ, ਦੇਖ ਸਾਹਮਣੇ ਸਾਰਾ ਇੰਨੇ ਵਧੀਆ ਚੋਗੇ ਪਏ ਹੋਏ ਆ, ਚੱਕਾ ਪਾ ਮੂੰਹ ਦੇ ਵਿੱਚ, ਇਹਨੂੰ ਉਹ ਕੁੰਡਾ ਨਹੀਂ ਦਿਸਦਾ ਪਿੱਛੇ ਉਹਨੂੰ ਜਿਹੜਾ ਹੈਗਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਕਹਿੰਦੇ ਲਹਿਰਾਂ ਦੇ ਵਿੱਚ ਹੈਗਾ ਨਾ, ਤੇ ਹਉਮੈ ਵੀ ਰਹਿਣੀ ਹੈ ਭਾਈ, ਹੰਕਾਰ ਵੀ ਰਹਿਣਾ ਹੈ, ਬਹੁਤ ਰਹਿਣਾ ਹੈ, ਥੋੜਾ ਨਹੀਂ ਰਹਿਣਾ ਹੰਕਾਰ, ਬਹੁਤ ਰਹਿਣਾ ਹੈ ਹੰਕਾਰ। ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਦੇਖ ਲਓ ਨਿਰਵਿਚਾਰ ਹੋਣਾ ਕਿੰਨਾ ਜ਼ਰੂਰੀ ਹੈਗਾ, ਤੇ ਨਿਰਵਿਚਾਰ ਸਮਾਧੀ ਕਿੰਨੀ ਜ਼ਰੂਰੀ ਹੈਗੀ ਆ। ਬਾਣੀ ਪਾਲ ਦੇ ਉੱਤੇ ਸਰਟੀਫਾਈ ਕਰਦੀ ਆ, ਆਹੀ ਗੱਲ ਬਾਣੀ ਕਹਿ ਰਹੀ ਆ ਹਰ ਲਾਈਨ ਦੇ ਉੱਤੇ। ਬਾਣੀ ਇਹੀ, ਇਸ ਤੋਂ ਬਾਣੀ ਟਸ ਤੋਂ ਮਸ ਨਹੀਂ ਹੋ ਰਹੀ। ਬਾਣੀ ਦੋ ਗੱਲਾਂ ਦੱਸਦੀ ਹੈ, ਇੱਕ ਮਨਮੁਖ ਤੇ ਇੱਕ ਗੁਰਮੁਖ, ਬਸ ਦੋ ਰਸਤੇ ਦੱਸਦੀ ਹੈ। ਇੱਕ ਰੱਬ ਵਾਲਾ ਰਸਤਾ ਹੈਗਾ, ਇੱਕ ਮਨ ਦੇ ਪਿੱਛੇ ਜਿਹੜਾ ਸੰਸਾਰ ਵਾਲਾ ਰਸਤਾ ਹੈਗਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲਗੈ ਪਿਆਰ। ਲਓ ਦੇਖ ਲਓ, ਕਹਿੰਦੇ ਸ਼ਬਦ ਦਾ ਸਵਾਦ ਨਹੀਂ ਆਉਣਾ ਤੇਰੇ ਅੰਦਰ ਉਹ ਅੰਮ੍ਰਿਤ ਰਸ ਨਹੀਂ ਆਉਣਾ, ਨਾ ਤੈਨੂੰ ਪਿਆਰ ਲੱਗਣਾ ਹੈ। ਨਾਮ ਜਪਣ ਦੇ ਵਿੱਚ, ਇਹ ਧਿਆਨ ਸਿਮਰਨ ਦੇ ਵਿੱਚ ਪਿਆਰ ਨਹੀਂ ਆਉਣਾ ਤੈਨੂੰ। ਇਹ ਲਹਿਰਾਂ ਬੰਦ ਕਰਨੀਆਂ ਪੈਣੀਆਂ ਹੈ ਭਾਈ, ਧਿਆਨ ਸਿਮਰਨ ਦੇ ਦੁਆਰਾ ਹੀ ਬੰਦ ਹੋਣੀਆਂ ਹੈ। ਬਸ ਇਹ ਜਿਹੜਾ ਹੈਗਾ ਐਸਾ ਜਿਹੜਾ ਹੈਗਾ ਨੁਕਤਾ ਹੈਗਾ, ਬਿਲਕੁਲ ਲੂਪ ਹੈਗਾ ਬਈ। ਉਹ ਕਹਿੰਦੇ ਜੀ ਰੂਲ ਨੰਬਰ 1 ਬੌਸ ਇਜ਼ ਆਲਵੇਜ਼ ਰਾਈਟ। ਜਿਹੜਾ ਹੈਗਾ ਰੂਲ ਨੰਬਰ 2 if boss is not right then ਉਹ ਕਹਿੰਦੇ ਸੀ ਰੂਲ ਨੰਬਰ 1, if boss is not right ਸੀ ਰੂਲ ਨੰਬਰ 1। ਬਸ ਆਹੀ ਧਿਆਨ ਸਿਮਰਨ ਹੀ ਹੈਗਾ ਭਾਈ, ਇਹਦੇ ਨਾਲ ਹੀ ਸਾਰਾ ਕੁਝ ਹੋਣਾ ਹੈ। ਹੋਰ ਕੋਈ ਜਿਹੜਾ ਹੈਗਾ ਕੋਈ ਰਸਤਾ ਹੀ ਨਹੀਂ ਹੈਗਾ, ਮਾਲਕ ਨੇ ਕੋਈ ਰਸਤਾ ਨਹੀਂ ਬਣਾਇਆ ਇਹ ਲਹਿਰਾਂ ਨੂੰ ਬੰਦ ਕਰਨ ਦਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਸ਼ਬਦੇ ਸਾਧ ਨਾ ਆਵਈ, ਨਾਮ ਨਾ ਲਗੈ ਪਿਆਰ। ਸੇਵਾ ਥਾਏ ਨਾ ਪਵੇ ਤਿਸਕੀ, ਖਪ ਹੋਏ ਖੁਆਰ। ਕਹਿੰਦੇ ਸੇਵਾ ਵੀ ਪ੍ਰਾਪਤ ਜਿਹੜੀ ਤੂੰ ਮਿਹਨਤ ਕਰ ਰਿਹਾ ਹੈ ਪਿਆਰਿਆ, ਉਹ ਥਾਂ ਤੇ ਨਹੀਂ ਪਾਊਗੀ, ਖਪ ਕੇ ਖੁਆਰ ਹੋਏਗਾ। ਇਨਪੁਟ ਜ਼ਿਆਦਾ ਆउटपुट ਘੱਟ, ਇਨਪੁਟ ਜ਼ਿਆਦਾ ਆउटपुट ਘੱਟ। ਨਾਨਕ ਸੇਵਕ ਸੋਈ ਆਖੀਏ, ਜੋ ਸਿਰ ਧਰੇ ਉਤਾਰ। ਕਹਿੰਦੇ ਉਹੀ ਸੇਵਕ ਹੈਗਾ ਜਿਹੜਾ ਆਪਣਾ ਸਿਰ ਜਿਹੜਾ ਹੈਗਾ ਲਾ ਕੇ ਰੱਖ ਦਿੰਦਾ ਹੈ। ਸਿਰ ਕੀ ਲਾਉਣਾ ਹੈ? ਆਪਣੀ ਮਨ ਮਤ, ਆਪਣੀ ਮਤ ਜੋ ਸਿਰ ਤੋਂ ਜਿਹੜਾ ਸਿਰ ਕਾਢਾਂ ਕੱਢ ਰਿਹਾ ਹੈ, ਸਿਰ ਚਤੁਰਾਈਆਂ ਘੋਟ ਰਿਹਾ ਹੈ। ਇਹ ਜਿਹੜਾ ਹੈਗਾ ਧਿਆਨ ਸਿਮਰਨ ਦੇ ਰਸਤੇ ਤੇ ਵੀ ਜਿਹੜਾ ਹੈਗਾ, ਇਹਦੇ ਵਿੱਚ ਫਿਰ ਜਿਹੜੀ ਹੈਗੀਆਂ ਮਾਇਆ ਨੇ ਜਿਹੜਾ ਬਰੀਕ ਹੋ ਜਾਣਾ ਹੈ। ਉਹਨੇ ਫਿਰ ਜਿਹੜਾ ਹੈਗਾ ਧਿਆਨ ਸਿਮਰਨ ਦੇ ਰਸਤੇ ਦੇ ਵਿੱਚ ਵੀ ਆ ਕੇ ਉਹਨੇ ਕਹਿਣਾ ਇਹ ਬੰਦਾ ਜਿਹੜਾ ਹੈਗਾ ਮੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਾਲ ਦੇ ਵਿੱਚ ਨਹੀਂ ਫਸ ਰਿਹਾ, ਇਹਨੂੰ ਹੁਣ ਦੂਜੇ ਤਰੀਕੇ ਨਾਲ ਫਸਾਈਏ।
ਉਹਨੇ ਜਿਹੜਾ ਹੈਗਾ ਕਹਿਣਾ ਹੈ ਆ ਦੇਖ ਕਿੰਨਾ ਆ ਸ਼ਬਦ ਕੋ ਅੰਦਰ ਘੁੰਮੂਗਾ, ਉਹਨੇ ਕਹਿਣਾ ਹੈ ਆ ਦੇਖ ਆ ਕੀਰਤਨ ਸੁਣ ਲਾ, ਕਿਸੇ ਦੀ ਕਥਾ ਸੁਣ ਲਾ। ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਦੇਖ ਫਿਰ ਆਉਣਾ ਆ ਬਈ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਮੈਂ ਅੱਗੇ ਵੱਧ ਰਿਹਾ ਆ, ਮੈਂ ਜਿਹੜਾ ਹੁਣ ਅੱਜ ਜਿਹੜਾ ਮੇਰੇ ਅੰਦਰ ਜਿਹੜਾ ਹੈਗਾ ਮੇਰੇ ਅੰਦਰ ਜੋਤ ਪ੍ਰਕਾਸ਼ ਹੋ ਜਾਣਾ ਹੈ, ਮੇਰੇ ਅੰਦਰ ਆ ਹੋ ਜਾਣਾ ਹੈ। ਫਿਰ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਹੈਗੇ ਇਹ ਫਿਰ ਵਿਚਾਰ ਆ ਗਏ, ਇਹ ਵਿਚਾਰ ਫਿਰ ਜਿਹੜੇ ਹੈਗੇ ਉਹ ਬਦਲ ਗਿਆ। ਉਹਦਾ ਜਿਹੜਾ ਰੁਕਾਵਟ ਜਿਹੜੀ ਹੈਗੀ ਹੁਣ ਬਹੁਤ ਬਰੀਕ ਰੁਕਾਵਟ ਆ ਗਈ ਆ। ਪਹਿਲਾਂ ਮੋਟੀਆਂ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਹੁਣ ਜਿਹੜੀਆਂ ਹੋਰ ਬਰੀਕ ਕਰਕੇ ਜਿਹੜੀ ਹੈ ਮਾਇਆ ਸਾਹਮਣੇ ਆ ਰਹੀ ਹੈ। ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਇਸ ਕਰਕੇ ਭਾਈ ਬਿਲਕੁਲ ਸਿਰ ਨੂੰ ਜਿਹੜਾ ਹੈਗਾ ਕੋਈ ਵਿਚਾਰ, ਕੋਈ ਬੁੱਧੀ ਜਿਹੜੀ ਹੈ ਮਨ ਦੀ ਕੋਈ ਕਾਢ, ਕੋਈ ਸਿਆਣਪ ਜਿਹੜੀ ਹੈ ਨਹੀਂ ਲੈਣੀ, ਮਨ ਦੀ ਕੋਈ ਮੱਤ ਨਹੀਂ ਲੈਣੀ। ਅੰਦਰੋਂ ਜਿਹੜੀ ਪੈਦਾ ਹੋ ਰਹੀ ਹੈ ਉਹਨੂੰ ਨਹੀਂ ਲੈਣਾ, ਆਪਾਂ ਨੇ ਡ੍ਰੌਪ ਕਰ ਦੇਣਾ ਕੋਈ ਵੀ ਵਿਚਾਰ। ਮਾਲਕ ਕਹਿੰਦਾ ਜਦ ਤੂੰ ਬਿਲਕੁਲ ਤੇਰਾ ਇਹ ਜਿਹੜਾ ਤੇਰਾ ਦਿਮਾਗ ਹੈਗਾ ਨਾ, ਇਹ ਜਦ ਤੱਕ ਬਿਲਕੁਲ ਚੁੱਪ ਹੋ ਜਾਊਗਾ ਨਾ, ਬਸ ਤਦ ਗੱਲ ਬਣਨੀ ਹੈ ਮਿੱਤਰਾ। ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਤਾਰ। ਬਸ ਉਹ ਕਹਿੰਦੇ ਆ ਸਤਿਗੁਰੂ ਦਾ ਭਾਣਾ ਮੰਨ ਲਾ ਪਿਆਰਿਆ, ਔਰ ਸ਼ਬਦ ਨੂੰ ਆਪਣੇ ਉਰ ਦੇ ਵਿੱਚ ਧਾਰ ਕੇ ਰੱਖ, ਹਿਰਦੇ ਦੇ ਵਿੱਚ ਧਾਰ ਕੇ ਰੱਖ ਗੁਰੂ ਦੇ ਗਿਆਨ ਨੂੰ। ਔਰ ਅੰਦਰ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਉਹ ਸੁਣਨ ਦਾ ਸ਼ਬਦ ਜਿਹੜਾ ਚੱਲ ਰਿਹਾ ਹੈ ਉਹਦੇ ਨਾਲ ਜੁੜ ਜਾ। ਉਹ ਗੁਰੂ ਹੈਗਾ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਆਪਣੀ ਸੁਰਤ ਨੂੰ ਜਿਹੜਾ ਹੈਗਾ ਉਹਦਾ ਚੇਲਾ ਬਣਾ ਦੇ। ਸੁਖੈਨ ਹੀ ਜਿਹੜਾ ਹੈਗਾ ਵਿਚਾਰ ਮੰਡਲ ਤੋਂ ਬਾਹਰ ਆ ਜਾਏਗਾ, ਸੁਨ ਮੰਡਲ ਦੇ ਵਿੱਚ ਆ ਜਾਏਗਾ। ਹਾਂਜੀ ਗੋਰਖੀ ਜੀ। ਹਾਂਜੀ ਨਿੱਜਰ ਸਾਹਿਬ ਬਹੁਤ ਵਧੀਆ ਜੀ। ਤੁਸੀਂ ਇੱਕ ਲਾਈਨ ਬੋਲ ਦਿਓ, ਪਹਿਲੀ ਲਾਈਨ। ਹਾਂਜੀ ਸ਼ਲੋਕ ਮਹੱਲਾ ਤੀਜਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ, ਨਾਮ ਨਾ ਲਗੇ ਪਿਆਰ। ਲਹਿਰੀ ਦਾ ਮਤਲਬ ਕੀ ਕਾਮ ਕ੍ਰੋਧ ਲੋਭ ਮੋਹ ਦੀਆਂ ਲਹਿਰਾਂ ਜਾਂ ਕੁਝ ਹੋਰ? ਵਿਚਾਰ, ਬਸ ਲਹਿਰਾਂ ਦਾ ਮਤਲਬ ਹੈ ਵਿਚਾਰ। ਹਾਂ ਠੀਕ ਹੈ ਜੀ। ਇੱਥੇ ਸਾਧ ਸੰਗਤ ਜੀ ਵਿਚਾਰ ਵੀ ਕਾਹਦੇ ਹੋਣੇ ਆ? ਇਹਨਾਂ ਦੇ ਹੀ ਹੋਣੇ ਆ। ਵਿਚਾਰ ਕਿੱਥੋਂ ਆ ਜਾਣੇ ਆ? ਸ਼ਬਦ ਕਿੱਥੋਂ ਆ? ਸ਼ਬਦ ਦਾ ਕੋਈ ਕਾਰਨ ਵੀ ਹੁੰਦਾ ਨਾ। ਬਿਲਕੁਲ। ਆਪਾਂ ਕਿਸੇ ਵੀ ਚੀਜ਼ ਦਾ ਚਿੰਤਨ ਕਰਦੇ ਆ ਤੇ ਸ਼ਬਦਾਂ ਦੇ ਪਿੱਛੇ ਬੈਕਗ੍ਰਾਉਂਡ ਹੁੰਦੀ ਹੈ। ਜਾਂ ਤੇ ਅਸੀਂ ਉਹ ਕੰਮ ਕਾਫੀ ਟਾਈਮ ਤੋਂ ਕਰ ਰਹੇ ਹਾਂ, ਔਰ ਹੁਣ ਕਿਸੇ ਚੀਜ਼ ਨੂੰ ਆਪਾਂ ਵੇਖ ਦਿੱਤਾ ਹੋਵੇ ਰੋਜ਼ ਦਿਹਾੜੀ ਉਹਨੂੰ, ਜਦੋਂ ਆਪਾਂ ਉਹਨੂੰ ਬੂਸਟ ਕਰੀ ਜਾਂਦੇ ਆ ਜਿੱਦਾਂ ਆਪਾਂ ਤੀਰ ਆ, ਤੁਸੀਂ ਵੇਖਿਆ ਨੀ ਤੀਰ ਦੀ ਕਮਾਨ ਆਪਾਂ ਖਿੱਚਦੇ ਆ ਨਾ, ਪਿੱਛੇ ਜ਼ੋਰ ਲਾ ਕੇ ਖਿੱਚਦੇ ਆ, ਜਿੰਨਾ ਪਿੱਛੇ ਖਿੱਚਦੇ ਉਹਨਾਂ ਜ਼ੋਰ ਜ਼ਿਆਦਾ ਲੱਗਦਾ। ਬਿਲਕੁਲ। ਉਹਨਾਂ ਹੀ ਅੱਗੇ ਆਉਂਦਾ ਵਾ, ਉਹਨਾਂ ਹੀ ਅੱਗੇ ਜਾਊਗਾ। ਹਾਂ ਉਹਨਾਂ ਅੱਗੇ ਵੀ ਜਾਊਗਾ ਤੇ ਔਰ ਕੰਟਰੋਲ ਵੀ ਨਹੀਂ ਰਹਿਣਾ। ਹਾਂ ਉਹਨੂੰ ਛੱਡਾਂਗੇ ਤੇ ਉਹਨੇ ਨਿਕਲ ਜਾਣਾ, ਬਸ ਡੈਮੇਜ ਕਰ ਦੇਣਾ। ਇਸੇ ਤਰ੍ਹਾਂ ਬੰਦਾ ਕੀ ਕਰਦਾ, ਹਾਂ ਬੰਦਾ ਡੈਮੇਜ ਕਰਦਾ। ਔਰ ਬੰਦਾ ਪਤਾ ਕਿ ਨਿੱਜਰ ਸਾਹਿਬ ਹਰ ਦਿਨ ਉਸ ਤੀਰ ਨੂੰ ਖਿੱਚਦਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਔਰ ਇਹ ਵਿਚਾਰਾਂ ਦਾ ਤੀਰ ਜੇ ਹੁਣ ਕਈ ਵਾਰ ਵੇਖੇ ਨੀ ਹੁੰਦੇ, ਕਈ ਲੋਕ ਵੇਖੋ ਸੁਧਾਰੀ ਤੌਰ ਤੇ ਬੈਠੇ ਹੁੰਦੇ, ਉਹਨਾਂ ਦਾ ਜੀਵਨ ਚ ਮਤਲਬ ਕੀ ਹੁੰਦਾ ਹੈ ਕਿ ਸੁੱਖ ਪ੍ਰਾਪਤ ਕਰਨਾ, ਸਸਤੇ ਤੋਂ ਸਸਤਾ ਸੁੱਖ। ਉਹ ਕੀ ਕਰਦਾ, ਚਾਹੇ ਉਹ ਕਾਮ ਹੈ, ਉਹ ਕਾਮ ਦੇ ਲਈ ਐਸਾ ਵੀ ਕੰਮ ਕਰ ਦੂਗਾ, ਸਾਰੀ ਦੁਨੀਆ ਰੌਲਾ ਪਾਈ ਜਾਊਗੀ ਉਹ ਇਹ ਕੀ ਕਰਦਾ, ਉਹ ਕੀ ਕਰਦਾ, ਉਹਨੂੰ ਦਿਖਣਾ ਹੀ ਨਹੀਂ। ਕਿਉਂਕਿ ਉਹਨੇ ਕੀਤਾ ਕਿੰਨਾ ਕੁ ਵੇਖ ਦਿੱਤਾ ਆਪਣੇ ਅੰਦਰ ਤੇ, ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਇਸੇ ਤਰ੍ਹਾਂ ਹੀ ਜਿਹੜਾ ਕ੍ਰੋਧੀ ਆ, ਲੋਭੀ ਆ, ਮੋਹ ਆ, ਹੰਕਾਰ ਆ, ਇਹ ਨਿੱਜਰ ਸਾਹਿਬ ਇਹ ਤੀਰ ਨੇ, ਇਹਨਾਂ ਨੇ ਬਹੁਤ ਖਿੱਚੇ ਨੇ ਬਹਿ ਕੇ, ਪਰ ਖਿੱਚਦੇ ਰਹੇ ਨੇ, ਉਹਨੂੰ ਤੜ ਦਿੰਦੇ ਉਹਨੂੰ। ਵੇਖੋ ਕਮਾਨੀਆਂ ਨੂੰ ਜਦੋਂ ਤੜ ਦਈ ਜਾਈਦੀ, ਫਿਰ ਇੱਕ ਸਮਾਂ ਆਉਂਦਾ ਉਹ ਇੰਨੀ ਤਾਰਵੜ ਚ ਹੁੰਦੀ ਆ, ਉਹ ਮਾੜੀ ਮੋਟੀ ਉਹਨੂੰ ਪਰਵਾਹ ਨਹੀਂ ਹੁੰਦੀ ਗੱਲ ਦੀ, ਵੇਂਦਾ ਹੀ ਨਹੀਂ। ਵੇਖ ਲਓ ਤੁਸੀਂ ਆਮ ਤੁਹਾਡੇ ਆਂਢ ਗੁਆਂਢ ਵੇਖ ਲਓ, ਲੋਕ ਏਦਾਂ ਹੀ ਕਰਦੇ ਆ, ਔਰ ਉਹਨਾਂ ਨੂੰ ਸਾਰੀ ਦੁਨੀਆ ਰੌਲਾ ਪਾਉਂਦੀ ਆ, ਪਰ ਉਸ ਬੰਦੇ ਨੇ ਉਸ ਟਾਈਮ ਤੇ ਉਹ ਗੱਲ ਨਹੀਂ ਸੁਣਨੀ, ਤੁਹਾਡੀ ਨਹੀਂ ਸੁਣਦਾ ਭਾਈ, ਨਹੀਂ ਸੁਣਦਾ। ਬਿਲਕੁਲ ਕੋਈ ਬਹੁਤ ਸਹੀ ਗੱਲ ਕਹਿ ਰਹੇ ਹੋ ਗੋਰਖੀ ਸਾਹਿਬ, ਬਿਲਕੁਲ ਨਹੀਂ ਸੁਣਦਾ ਇਨਸਾਨ, ਕਦੀ ਵੀ ਨਹੀਂ ਸੁਣਦਾ। ਹਾਂ ਬਿਲਕੁਲ। ਉਹਨੇ ਲਹਿਰਾਂ ਤਿਆਰ ਕਰ ਲਈਆਂ ਨਾ, ਵੇਖੋ ਜਿੱਜਰ ਮਨ ਲਹਿਰੀ ਵਿੱਚ ਹੈ, ਕਿ ਉਹਨੇ ਵਿਚਾਰ ਹੀ ਇੰਨੇ ਜ਼ਿਆਦਾ ਕਰ ਲਏ, ਇੰਨੇ ਜ਼ਿਆਦਾ ਵਿਚਾਰ ਉਹ ਚਿੰਤਨ ਕੀਤਾ, ਚਾਹੇ ਪੈਸਿਆਂ ਦਾ ਕਰ ਲਿਆ। ਹੁਣ ਆਪ ਇੱਕ ਚੀਜ਼ ਨੋਟਿਸ ਕਰੋ, ਆਪਾਂ ਗੋਲੀ ਚਲਾਉਂਦੇ ਆ, ਇਹਦਾ ਮਤਲਬ ਇਹਦਾ ਮਤਲਬ ਘੋੜਾ ਨੱਪਣ ਤੋਂ ਪਹਿਲਾਂ ਕਾਫੀ ਕੁਝ ਕਰੂੰਗਾ ਹੀ। ਹਾਂ ਬਿਲਕੁਲ, ਗੋਲੀ ਚੱਕ ਕੇ ਵਿੱਚ ਪਾਉਣੀ ਆ। ਹਾਂ ਐਵੇਂ ਥੋੜੀ ਹਵਾ ਚ ਕਿੱਥੋਂ ਆ ਗਈ ਗੋਲੀ, ਇਹਦਾ ਮਤਲਬ ਕਿ ਪਹਿਲਾਂ ਮੈਂ ਪ੍ਰਿਪੇਅਰ ਕੀਤਾ ਉਹਨੂੰ ਚਾੜਿਆ, ਮੌਜਰ ਭਰਿਆ ਵਾ,
ਮੈਂ ਕੱਢੀਆਂ ਗੋਲੀਆਂ ਡੱਬੀ ਚ ਕੱਢ ਕੇ ਮੌਜਰ ਚ ਪਾਈਆਂ ਵਾ, ਫਿਰ ਮੌਜਰ ਮੈਂ ਲੋਡ ਕੀਤਾ ਵਾ, ਫਿਰ ਸੇਫਟੀ ਲੌਕ ਲੱਗਾ, ਮੈਨੂੰ ਖੋਲਿਆ ਵਾ, ਉਸ ਤੋਂ ਬਾਅਦ ਮੈਂ ਨੱਪਿਆ। ਇਹਦਾ ਮਤਲਬ ਕਿ ਗੋਲੀ ਨਿਕਲਣ ਤੋਂ ਪਹਿਲਾਂ ਕਿੰਨਾ ਕੁਝ ਹੋ ਗਿਆ। ਇਸੇ ਲਈ ਬਾਣੀ ਆਪਾਂ ਨੂੰ ਕਹਿੰਦੀ ਹੈ ਕਿ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ। ਤੇ ਦੇਖ ਲਓ ਫਿਰ ਉਹ ਔਰ ਇਹ ਜਿੰਨਾ ਲਹਿਰਾਂ ਹੁੰਦੀਆਂ ਤੇ ਨਿੱਜਰ ਸਾਹਿਬ ਹੰਕਾਰ ਉਹਦਾ ਮੰਨਦਾ, ਤੁਹਾਡੀ ਗੱਲ ਮੰਨਦਾ, ਉਹਨੇ ਸੁਣੀ ਨਹੀਂ ਤੁਹਾਡੀ ਗੱਲ ਨਾ। ਉਹ ਕਿਉਂਕਿ ਉਹਦੇ ਨਿੱਜਰ ਸਾਹਿਬ ਉਹਦੇ ਵਿਚਾਰ ਤੁਹਾਡੇ ਨਾਲ ਰਲਣੇ ਨਹੀਂ। ਤੁਸੀਂ ਉਹਨੂੰ ਸਮਝਾਉਣਾ, ਮੈਂ ਸੱਜੇ ਨੂੰ ਕਹਿਣਾ, ਤੂੰ ਕਹਿਣਾ ਮੈਂ ਖੱਬੇ ਨੂੰ ਜਾਣਾ। ਨਾ ਉਹਨੇ ਤਾਂ ਕਹਿਣਾ ਪਾਸੇ ਹੋ, ਤੂੰ ਹੈ ਕੌਣ ਆ, ਪਾਸੇ ਹੋ ਕੇ ਪਰੇ ਹੋ, ਧੱਕਾ ਮਾਰ ਦੇਣਾ ਅਗਲੇ ਨੇ, ਕਹਿ ਪਰੇ ਹੋ ਕੇ ਬੈਠ। ਆਪਣੀ ਫਿਲਾਸਫੀ ਆਪਣੇ ਕੋਲ ਨਿੱਜਰ ਸਾਹਿਬ ਉਹਨੇ ਇੰਨਾ ਜ਼ਿਆਦਾ ਅੰਦਰ ਆਪਣੇ ਆਪ ਚ ਇਨਵੈਸਟਮੈਂਟ ਕਰ ਲਿਆ ਨਾ, ਉਹਨੇ ਤੁਹਾਡੀ ਗੱਲ ਸੁਣਨੀ ਨਹੀਂ। ਹਾਂਜੀ ਕੀ ਕਹਿ ਰਹੇ ਸੀ ਤੁਸੀਂ? ਮੈਂ ਕਿਹਾ ਉਹਨੇ ਤਾਂ ਕਹਿਣਾ ਆਪਣੀ ਫਿਲਾਸਫੀ ਆਪਣੇ ਕੋਲ ਰੱਖ ਪਾਈ। ਉਹ ਇਹਦੇ ਹੀ ਕਹਿੰਦੇ ਆ, ਉਹ ਕਹਿੰਦੇ ਆ ਕਿ ਭਰਾਵਾ ਤੂੰ ਜਿਹੜੀਆਂ ਸਾਨੂੰ ਦਿੰਦਾ ਨਾ ਸਲਾਹਾਂ ਮੁੱਠ ਰੱਖ, ਸਾਨੂੰ ਨਹੀਂ ਚਾਹੀਦੀਆਂ ਤੇਰੀਆਂ ਸਲਾਹਾਂ, ਅਸੀਂ ਜੋ ਕਰਨਾ ਉਹ ਕਰਕੇ ਹਟਣਾ। ਔਰ ਉਹ ਕਰਨਾ ਦਾ ਮਤਲਬ ਕੀ ਹੁੰਦਾ ਕਿ ਉਹ ਅਸਲ ਦੇ ਵਿੱਚ ਇੱਕ ਐਸੇ ਅੰਨੇ ਖੂਹ ਚ ਜਾਂਦੇ ਨੇ, ਉਹ ਵਿਚਾਰੇ ਦਿਖਦੇ ਹੀ ਨਹੀਂ ਉਹਨਾਂ ਨੂੰ। ਔਰ ਉਹ ਇਹ ਦੇਖੋ ਨਿੱਜਰ ਸਾਹਿਬ ਕਈ ਵਾਰੀ ਨਾ ਜੇ ਸਿਆਣਾ ਬੰਦਾ ਹੋਵੇ ਤੇ ਅਗਲਾ ਵੇਖਦਾ ਵੀ ਆ ਕਿ ਆਂਢ ਗੁਆਂਢ ਵੇਖ ਲੈਂਦਾ ਵਾ ਕਿ ਲੋਕੀ ਮੇਰੇ ਪ੍ਰਤੀ ਕੀ ਵਿਚਾਰ ਰੱਖਦੇ ਆ, ਪਰ ਉਸ ਟਾਈਮ ਤੇ ਬੰਦਾ ਨਹੀਂ ਜਵੇਂਦਾ। ਬਿਲਕੁਲ ਹਾਂ। ਤੇ ਉਹ ਵੇਖ ਲਓ ਮੁੜ ਕੇ ਫਿਰ ਜਦੋਂ ਆਪਾਂ ਗਲਤ ਗੱਡੀ ਚਲਾਉਂਦੇ ਆ ਫਿਰ ਕੀ ਹੁੰਦਾ, ਫਿਰ ਮੁਸ਼ਕਲ ਹੁੰਦੀ ਹੈ। ਚਾਹੇ ਜੀਵਨ ਵੀ ਹੈ ਨਾ, ਕੋਈ ਵੀ ਚੀਜ਼ ਹੈ। ਦੇਖੋ ਦੇਖੋ ਤੁਹਾਡਾ ਮੈਂ ਆਪਾਂ ਕਰਮਾਂ ਨੂੰ ਮੰਨ ਲਓ ਆਪਾਂ ਸਾਰਾ ਸਾਈਡ ਤੇ ਕਰ ਦਈਏ, ਆਪਾਂ ਸਭ ਕੁਝ ਛੱਡ ਦਈਏ ਕਿ ਆਪਾਂ ਤੁਸੀਂ ਵੇਖੋ ਆਪਣੇ ਸਰੀਰ ਨੂੰ ਕਿ ਤੁਹਾਡਾ ਇੱਕ ਸਰੀਰ ਆ, ਤੁਹਾਡਾ ਸਰੀਰ ਜਿਹੜਾ ਨਾ ਇਹਦੀ ਇੱਕ ਲਿਮਿਟ ਹੈਗੀ ਹੈ। ਇਹਦਾ ਮਤਲਬ ਨਹੀਂ ਕਿ ਕੁਛ ਵੀ ਖਾ ਲਓ, ਪੱਥਰ ਚੁੱਕ ਕੇ ਖਾ ਲਓ, ਮਿੱਟੀ ਖਾ ਲਓ। ਰਾਈਟ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਸਾਡੀ ਵੀ ਕਪੈਸਿਟੀ ਹੈ। ਜਦੋਂ ਅਸੀਂ ਜੀਵਨ ਨੂੰ ਇੱਕ ਸਿਸਟਮੈਟਿਕਲੀ ਚਲਾਉਂਦੇ ਆ, ਇੱਕ ਸਹਿਜ ਚਲਾਉਂਦੇ ਆ ਤੇ ਜੀਵਨ ਬੜਾ ਵਧੀਆ ਵਾ। ਪਰ ਜਦੋਂ ਅਸੀਂ ਜੇ ਆਪਾਂ ਸਰੀਰ ਦੀ ਦੁਰਵਰਤੋਂ ਕਰਾਂਗੇ ਤੇ ਕੀ ਹੋਊਗਾ? 5-10 ਸਾਲ ਚ ਮਸ਼ੀਨ ਨੇ ਖਰਾਬ ਹੋ ਜਾਣਾ। ਉਸੇ ਤਰ੍ਹਾਂ ਜੀਵਨ ਹੀ ਹੈ। ਔਰ ਜੀਵਨ ਨੂੰ ਵੀ ਜੇ ਆਪਾਂ ਕਾਮ, ਕ੍ਰੋਧ, ਲੋਭ, ਮੋਹ ਦੇ ਹੰਕਾਰ ਦੇ ਅਧੀਨ ਚਲਾਉਂਦੇ ਆ, ਜਿਹੜੀਆਂ ਛੱਲਾਂ ਹੈਗੀਆਂ ਨੇ ਲਹਿਰਾਂ, ਤੇ ਮਨ ਤੇ ਹੈ ਵੀ ਪ੍ਰਕਿਰਤੀ ਦਾ, ਤੁਹਾਨੂੰ ਪਤਾ ਨਾ ਜੀ, ਤੇ ਮਨ ਤੇ ਜੜ। ਮਨ ਦੀ ਖੁਰਾਕ ਇਹੋ ਹੀ ਆ, ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ। ਬਿਲਕੁਲ, ਬਹੁਤ ਵਧੀਆ ਗੋਰਕੀ ਜੀ, ਬਹੁਤ ਵਧੀਆ ਗੱਲ। ਇਹ ਤਾਂ ਮੈਨੂੰ ਅੱਜ ਪਤਾ ਲੱਗੀ ਹੈ, ਮਨ ਦੀ ਖੁਰਾਕ ਇਹੀ ਹੈ। ਮਨ ਦੀ ਖੁਰਾਕ ਹੈ, ਮਨ ਦੀ ਡਾਈਟ ਹੀ ਉਹ ਆ, ਕਿਉਂਕਿ ਉਹਨੂੰ ਉਹ ਚੰਗਾ ਲੱਗਣਾ ਵਾ, ਉਹਨੂੰ ਆਤਮਾ ਉਤਮਾ ਨਹੀਂ ਚੰਗੀ ਲੱਗਦੀ। ਬਹੁਤ ਵਧੀਆ, ਕਿਉਂਕਿ ਇਹ ਮਨ ਤੇ ਆਪੋਜਿਟ ਆ ਆਤਮਾ ਦਾ। ਉਹਦਾ ਮਾਈਨਸ ਸਾਈਡ, ਰਿਵਰਸ ਹਾਂ ਰਿਵਰਸ, ਇਹ ਲੈਫਟ ਕਹਿ ਲਓ। ਹਾਂ ਲੈਫਟ ਜੀ, ਆਪੋਜੀਸ਼ਨ। ਵਾਹ ਵਾਹ, ਬਹੁਤ ਵਧੀਆ। ਇਹਨੇ ਤੁਹਾਨੂੰ ਉਹਨੂੰ ਖਿੱਚਣਾ ਬਾਹਰ ਨੂੰ, ਇਹ ਕਿਉਂਕਿ ਇੰਦਰੀਆਂ ਦਾ ਹੈਡ ਆ। ਬਿਲਕੁਲ। ਪਰ ਇੰਦਰੀਆਂ ਹੁਣ ਤੁਹਾਡਾ ਸਰੀਰ ਆ ਜਿਹੜਾ ਵਾ ਉਹ ਵੀ ਜੜ ਆ, ਤੁਹਾਡੀ ਬੁੱਧੀ ਜੜ ਆ, ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜੜ ਆ। ਤੇ ਇਹਨੇ ਤੇ ਤੁਹਾਨੂੰ ਅੰਦਰ ਵੜ ਨਹੀਂ ਦੇਣਾ। ਇਹਨੇ ਕਹਿਣਾ ਬਈ ਨਹੀਂ, ਸੁਰਤੀ ਨੂੰ ਕਹਿਣਾ ਤੂੰ ਬਾਹਰ ਰਹਿ। ਵਾਹ ਵਾਹ, ਇਹਨੇ ਖਿੱਚੀ ਜਾਣਾ। ਔਰ ਇਹ ਖਿੱਚ ਦਾ ਤਗੜਾ ਬਹੁਤ ਪਾਵਰਫੁਲ ਹੈ। ਔਰ ਖਾਸ ਕਰਕੇ ਜੇ ਇਹਦੇ ਘੋੜੇ ਆ ਨਾ, ਉਹਨਾਂ ਦੇ ਘੋੜਿਆਂ ਨੂੰ ਅਸੀਂ ਖੁਦ ਛੋਲੇ ਪਿਆਉਂਦੇ ਆ, ਮਤਲਬ ਖਵਾਉਂਦੇ ਆ ਰੋਜ਼ ਜਾ ਕੇ ਉਹਨੂੰ। ਉਹਨਾਂ ਦੀ ਬੜੀ ਆਪਾਂ ਉਹਨਾਂ ਦੀ ਕੇਅਰ ਬੜੀ ਕਰਦੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਆਪਾਂ ਕੀ ਕਰਦੇ ਆ, ਇਹਨਾਂ ਦਾ ਬਹੁਤ ਧਿਆਨ ਰੱਖਦੇ ਆ ਆਪਾਂ। ਔਰ ਆਪਾਂ ਹਰ ਦਿਨ, ਹਾਂਜੀ ਮੈਂ ਨਾ ਇੱਕ ਬੇਨਤੀ ਕਰਨਾ ਚਾਹੁੰਦਾ ਸਾਧ ਸੰਗਤ ਨੂੰ, ਬਈ ਸਾਧ ਸੰਗਤ ਜੀ ਆਹ ਪੁਆਇੰਟ ਜਿਹੜਾ ਹੈਗਾ ਪਲੀਜ਼ ਇਹਨੂੰ ਨੋਟ ਕਰ ਲਓ ਕਿ ਮਨ ਜਿਹੜਾ ਹੈਗਾ ਆਪੋਜ਼ਿਟ ਹੈਗਾ, ਆਪਾਂ ਨੂੰ ਦੂਰ ਲਿਜਾ ਰਿਹਾ ਪਰਮਾਤਮਾ ਤੋਂ, ਆਪਣੀ ਆਤਮਾ ਤੋਂ ਦੂਰ ਲਿਜਾ ਰਿਹਾ ਮਨ। ਇਸ ਕਰਕੇ ਭਾਈ ਮਨ ਦੀ ਨਹੀਂ ਸੁਣਨੀ ਆਪਾਂ ਨੇ। ਬਸ ਇੰਨੀ ਬੇਨਤੀ ਹੈਗੀ। ਜੇ ਮਨ ਕੁਛ ਕਹਿੰਦਾ ਹੈ ਤੇ ਉਸੇ ਟਾਈਮ ਜਿਹੜਾ ਹੈਗਾ ਕੰਸਲਟ ਕਰੋ ਵੀ ਬ੍ਰਹਮ ਗਿਆਨੀ ਵੀ ਇਹੀ ਗੱਲ ਕਹਿੰਦੇ ਆ, ਕੀ ਮੇਰਾ ਗੁਰੂ ਵੀ ਇਹੀ ਗੱਲ ਕਹਿੰਦਾ ਹੈ, ਕੀ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕੰਮ ਕਰਨ ਨੂੰ। ਜੇ ਕਹਿੰਦੀ ਹੈ ਤੇ ਕਰ ਲਓ, ਨਹੀਂ ਤਾਂ ਫਿਰ ਜਿਹੜਾ ਹੈਗਾ ਛੱਡ ਦਿਓ ਭਾਈ। ਮਨ ਦੀ ਗੱਲ ਮੰਨੋ ਨਾ। ਮਨ ਨੂੰ ਕਹੋ ਵੀ ਪ੍ਰੋਪਰ ਚੈਨਲ ਦੇ ਥਰੂ ਆ ਜਾ, ਤੂੰ ਮੇਰੇ ਗੁਰੂ ਦੇ ਥਰੂ ਜਿਹੜੇ ਹੈਗੇ ਗੁਰੂ ਦੇ ਸਿਗਨੇਚਰ ਕਰਾ ਕੇ ਆ ਜਾ, ਬ੍ਰਹਮ ਗਿਆਨੀਆਂ ਦੇ ਸਿਗਨੇਚਰ ਕਰਾ ਦੇ ਉੱਤੇ। ਜੇ ਤਾਂ ਗੁਰਬਾਣੀ ਇਹ ਕਹਿੰਦੀ ਆ ਤਾਂ ਮੈਂ ਮੰਨ ਲੂੰਗਾ, ਨਹੀਂ ਤਾਂ ਨਹੀਂ। ਹਾਂਜੀ ਗੁਰਕੀ ਜੀ। ਹਾਂ ਬਸ ਠੀਕ ਹੈ। ਮਨ ਜਿਹੜਾ ਹੈ ਨਾ, ਮਨ ਪਤਾ ਕੀ ਹੈ,
ਮਨ ਜਿਹੜਾ ਵਾ ਉਹ ਅਰਸ਼ ਤੇ ਫਰਸ਼ ਤੋਂ ਇੱਕ ਸਣ ਦੇ ਵਿੱਚ ਹੀ ਜੰਪ ਕਰ ਜਾਂਦਾ ਵਾ। ਮਨ ਸਟੇਬਲ ਨਹੀਂ ਹੈਗਾ, ਸਟੇਬਲ ਤੁਹਾਡੀ ਬੁੱਧੀ ਆ। ਬਹੁਤ ਵਧੀਆ ਜੀ। ਮਨ ਦੇ ਮਗਰ ਲੱਗੋਗੇ ਤੇ ਮਨ ਨੇ ਤੁਹਾਨੂੰ ਸ਼ਿਦਾਈ ਕਰ ਦੇਣਾ। ਹੁਣ ਮੈਂ ਇੱਕ ਬੰਦੇ ਦੀ ਕਿਤਾਬ ਪੜ੍ਹਨ ਤੇ ਆਖਾਂ, ਉਹ ਪੁਰਾਣੀ ਪਤਾ ਅਜੀਤ ਤੇ ਥੋੜਾ ਜਿਹਾ ਦਿੱਤਾ ਸੀ ਉਹਨੇ, ਕਹਿੰਦਾ ਮੈਂ ਘਰੋਂ ਨਿਕਲਿਆ, ਮੇਰਾ ਮਨ ਕਹਿੰਦਾ ਉਹ ਸਾਹਮਣੇ ਕੁਲਫੀਆਂ ਦੀ ਦੁਕਾਨ ਹੈਗੀ ਆ ਤੇ ਕੁਲਫੀ ਖਾਧੀ ਜਾਵੇ। ਕਹਿੰਦਾ ਮੈਂ ਥੋੜਾ ਅੱਗੇ ਗਿਆ, ਅੱਗੇ ਗੋਲ ਗੱਪਿਆਂ ਦੀ ਰੇਹੜੀ, ਕਹਿੰਦਾ ਗੋਲ ਗੱਪੇ ਖਾਧੇ ਜਾਣ। ਕਹਿੰਦਾ ਮੈਂ ਥੋੜਾ ਜਿਹਾ ਹੋਰ ਅੱਗੇ ਗਿਆ, ਕਹਿੰਦਾ ਫਿਲਮ ਵੇਖੀ ਜਾਵੇ। ਕਹਿੰਦਾ ਮੈਂ ਥੋੜਾ ਜਿਹਾ ਹੋਰ ਅੱਗੇ ਗਿਆ ਤੇ ਉੱਥੇ ਕਹਿੰਦੇ ਜੂਆ ਖੇਡਣ ਦੇ, ਉਹ ਕਹਿੰਦਾ ਜੂਆ ਖੇਡਿਆ ਜਾਵੇ। ਉਹ ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਮੇਰੇ ਅੰਦਰ ਕੁਝ 15-20 ਮਿੰਟਾਂ ਦੇ ਵਿੱਚ ਕਿੰਨੇ ਵਿਚਾਰ ਆ ਗਏ। ਮੈਂ ਜੇ ਮਹਿਸੂਸ ਕਰਦਾ ਕਿ ਮੇਰੇ ਅੰਦਰ ਕਾਫੀ ਬੰਦੇ ਰਹਿ ਰਹੇ ਨੇ ਔਰ ਉਹਨਾਂ ਦੀਆਂ ਵੱਖੋ ਵੱਖ ਡਿਮਾਂਡਾਂ ਨੇ। ਇੱਕ ਕਹਿੰਦਾ ਵਾ ਆਈਸਕ੍ਰੀਮ ਖਾਣੀ ਆ, ਇੱਕ ਕਹਿੰਦਾ ਜੂਆ ਖੇਡਣਾ ਵਾ। ਮਤਲਬ ਇੱਕ ਸਾਰੇ ਜਿੱਦਾਂ ਦੇ ਆਪਣੇ ਅੰਦਰ ਵਿਚਾਰ ਚੱਲਦੇ ਨੇ। ਤੁਸੀਂ ਵੇਖੋਗੇ ਨਾ, ਤੁਸੀਂ ਇੱਕ ਚੀਜ਼ ਤੇ ਤੁਸੀਂ ਲਗਾਤਾਰ ਬਹਿ ਥੋੜੀ ਸਕਦੇ ਜੋ, ਤੁਸੀਂ ਥੋੜਾ ਟਾਈਮ ਬਹਿਣਾ ਵਾ, ਨਾਲ ਹੀ ਉਹਨੇ ਜੰਪ ਕਰਕੇ ਦੂਜੇ ਤੇ ਚੱਲ ਜਾਣਾ। ਔਰ ਉਹ ਇਨਸਾਨ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦਾ ਕਿਉਂਕਿ ਮਨ ਇੱਕ ਭਾਵਨਾ ਵਾ। ਮਨ ਕੀ ਹੈ? ਮਨ ਕੁਛ ਨਹੀਂ ਹੈਗਾ। ਮਨ ਕੇਵਲ ਉਹ ਜਿਹੜੀਆਂ ਲਹਿਰਾਂ ਨੇ ਤੁਹਾਡੇ ਮਨ ਦੇ, ਤੁਹਾਡੇ ਜਿਹੜੀ ਚੇਤਨਾ ਦੇ ਉੱਤੇ ਲਹਿਰਾਂ ਨਹੀਂ ਪੈਦਾ ਹੋ ਜਾਂਦੀਆਂ, ਉਹ ਮਨ ਆ। ਜਦੋਂ ਲਹਿਰਾਂ ਨਹੀਂ ਹੈਗੀਆਂ ਤੇ ਮਨ ਵੀ ਨਹੀਂ ਹੈਗਾ। ਮਨ ਫਿਰ ਜੋਤ ਸਰੂਪ ਹੋ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਨੇ ਆਪਣਾ ਮੂਲ ਆਤਮਾ ਨੂੰ ਪਛਾਣ ਲਿਆ ਤੇ ਇਹਨੇ ਫਿਰ ਜੋਤ ਸਰੂਪ ਹੋ ਜਾਣਾ ਹੈ ਮਨ ਨੇ। ਬਸ ਉਹੀ ਤਾਂ ਚਾਹੀਦਾ ਹੈ, ਉਹ ਟਾਰਗੇਟ ਹੈ ਆਪਣਾ। ਹਾਂਜੀ 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 ਹਾਂਜੀ। ਮੈਂ ਕਿਹਾ ਉਹ ਟਾਰਗੇਟ ਹੈ ਆਪਣਾ। ਮਨ ਜਿਹੜਾ ਹੈਗਾ, ਬਾਣੀ ਚਾਹੁੰਦਾ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਦਾ ਮੂਲ ਕੀ ਹੈ? ਆਤਮਾ। ਆਤਮਾ ਨੂੰ ਪਛਾਣਨਾ ਹੈ ਬਸ। ਉਹੀ ਤਾਂ ਜਿਹੜਾ ਹੈ ਖੇਡ ਪਾਈ ਹੈ ਮਾਲਕ ਪਰਮਾਤਮਾ ਨੇ। ਅੱਛਾ, ਇੱਕ ਉਹ ਤੋਂ ਕੋਈ ਬੋਲ ਦੋ, ਇਹ ਮਨ ਆਰਸੀ ਕੋਈ ਵਿਰਲਾ ਦੇ। ਹਾਂ, ਇਹ ਮਨ ਆਰਸੀ ਕੋਈ ਵਿਰਲਾ ਦੇਖੇ। ਮੈਨੂੰ ਇਸ ਤਰ੍ਹਾਂ ਹੀ ਹੈਗੀ ਤੋ, ਇਹ ਮਨ ਆਰਸੀ ਕੋਈ ਵਿਰਲਾ ਦੇਖੇ। ਵਿਰਲਾ ਦੇਖੇ ਮਤਲਬ ਧਿਆਨ ਸਿਮਰਨ ਚ ਬਹਿ ਕੇ ਆਪਣੇ ਮਨ ਨੂੰ ਦੇਖਣਾ, ਤਾਂ ਹੀ ਪਤਾ ਲੱਗਦਾ। ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਤਾਂ ਹੀ ਉਹ ਪਤਾ ਲੱਗੂਗਾ ਤਾਂ ਕੋਈ ਗੁਰਮੁਖ ਦੇਖੇ। ਹਾਂ, ਇਹ ਮਨ ਆਰਸੀ ਕੋਈ ਗੁਰਮੁਖ ਦੇਖੇ। ਹਾਂ, ਗੁਰਮੁਖ ਦੇਖੇ। ਮਤਲਬ ਇਹ ਨਹੀਂ ਕਿ ਸਾਰੇ ਨਹੀਂ ਦੇਖ ਸਕਦੇ, ਕੋਈ ਗੁਰਮੁਖ, ਕੋਈ ਵਿਰਲਾ। ਗੁਰੂ ਦੇ ਰਾਹੀਂ ਮਤਲਬ ਬ੍ਰਹਮ ਗਿਆਨ ਦੇ ਰਾਹੀਂ ਪਤਾ ਲੱਗੇਗਾ। ਆਪਣੇ ਆਪ ਨਹੀਂ ਦੇਖਣਾ ਆਏਗਾ। ਆਪਣੇ ਆਪਾਂ ਨੂੰ ਤਾਂ ਦੇਖਣਾ ਆਉਂਦਾ ਹੀ ਨਹੀਂ ਹੈ, ਕਿਵੇਂ ਦੇਖਣਾ ਹੈ ਮਨ ਨੂੰ। ਹਾਂਜੀ। ਹੁਣ ਸਾਧ ਸੰਗਤ ਜੀ ਇੱਕ ਛਣ ਲਾਓ, ਤੁਸੀਂ ਆਪਣੇ ਸਾਹਮਣੇ ਵੇਖੋ, ਕਿਸੇ ਵੀ ਚੀਜ਼ ਦੇ ਬਾਰੇ ਤੁਸੀਂ ਵਿਚਾਰ ਕਰੋ। ਉਹ ਸਾਹਮਣੇ ਦਰਵਾਜ਼ਾ ਹੈ, ਉਹ ਬਾਰੀ ਹੈ, ਉਹ ਛੱਤ ਹੈ, ਉਹ ਲਾਈਟ ਹੈ। ਇਹ ਜਿਹੜਾ ਚਿੰਤਨ ਹੈ ਤੁਸੀਂ ਕਰ ਰਹੇ ਜੋ, ਇਹ ਚ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਕਿਉਂਕਿ ਤੁਸੀਂ ਜੈਨੂਅਲੀ ਕਰ ਰਹੇ ਜੋ, ਤੁਸੀਂ ਖੁਦ ਕਰ ਰਹੇ ਜੋ। ਪਰ ਪ੍ਰੋਬਲਮ ਉੱਥੇ ਹੁੰਦੀ ਹੈ ਜਦੋਂ ਇਹ ਆਪਣੇ ਆਪ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ। ਆਪ ਜੀ ਨੂੰ ਦੇਖੋ, ਇਹਦਾ ਕੀ ਪ੍ਰੋਬਲਮ ਹੋ ਗਈ ਆ? ਚਿੰਤਨ ਖੁਦ ਕਰਨਾ। ਹੁਣ ਮੰਨ ਲਓ ਮੇਰੇ ਸਾਹਮਣੇ ਅਕਾਊਂਟ ਦੀ ਬੁੱਕ ਪਈ ਆ, ਮੈਂ ਹਿਸਾਬ ਕਿਤਾਬ ਕਰਾਂਗਾ, ਕੋਈ ਪ੍ਰੋਬਲਮ ਨਹੀਂ। ਪਰ ਪ੍ਰੋਬਲਮ ਉਦੋਂ ਹੋ ਜਾਣੀ ਆ ਕਿ ਜਦੋਂ ਮੇਰੀ ਕਿਤਾਬ ਮੇਰੇ ਹੱਥ 'ਚ ਨਹੀਂ ਹੈਗੀ, ਮੈਂ ਇੱਥੇ ਬਾਥਰੂਮ 'ਚ ਬੈਠਾ, ਲੈਟਰਿਨ 'ਚ ਬੈਠਾ, ਉੱਥੇ ਹਿਸਾਬ ਕਰੀ ਜਾਵਾਂ। ਜਦੋਂ ਮੈਂ ਨਹਾਉਂਦਿਆਂ ਵਾਂ ਉਦੋਂ ਮੈਂ ਰੋਟੀਆਂ ਦੀ ਗੱਲਾਂ ਕਰੀ ਜਾਵਾਂ ਜਾਂ ਪੈਸਿਆਂ ਦਾ ਲੈਣ ਦੇਣ ਵਾਲੀਆਂ ਗੱਲਾਂ ਕਰੀ ਜਾਵਾਂ, ਉਦੋਂ ਸਮਝ ਲਓ ਕਿ ਮਨ ਪ੍ਰਗਟ ਹੋ ਗਿਆ। ਤੁਸੀਂ ਨਹਾਉਂਦੇ ਪਏ ਜੋ, ਕੋਈ ਗੱਲ ਨਹੀਂ, ਆਪਣਾ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਜੋ, ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਕੋਈ ਗੱਲ ਨਹੀਂ। ਇੱਥੇ ਮਨ ਦੀ ਕੋਈ ਪ੍ਰੋਬਲਮ ਨਹੀਂ ਗੀ। ਪਰ ਪ੍ਰੋਬਲਮ ਉਦੋਂ ਹੋ ਜਾਂਦੀ ਆ ਕਿ ਜਦੋਂ ਅਸੀਂ ਕਰਦੇ ਕੁਛ ਹੋਰ ਹੋਈਏ, ਅੰਦਰ ਚਿੰਤਨ ਕਿਸੇ ਹੋਰ ਚੀਜ਼ ਦਾ ਚੱਲੇ, ਉਹ ਇੱਕ ਗੜਬੜ ਪ੍ਰੋਬਲਮ ਹੈ। ਹਾਂਜੀ ਨਿਜਰ ਸਾਹਿਬ। ਹਾਂਜੀ, ਅਗਲੀ ਤੋਂ ਬੋਲੀਏ। ਇਹਦੇ ਵਿੱਚ ਸੀਗਾ, ਇਹ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੇ ਜਾਂ ਹਉਮੈ ਸੁਖ ਹੈ। ਬਸ ਫਿਰ ਕਹਿੰਦੇ ਆ ਮਨ ਨੂੰ ਮੈਲ ਨਹੀਂ ਲੱਗਦੀ। ਜੇ ਆਪਣੇ ਅੰਦਰ ਦੇਖਣਾ, ਗੁਰੂ ਦੇ ਰਾਹੀਂ ਇਹਨੇ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰਤਾ। ਉਹਨੇ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕੀਤਾ ਤੇ ਉਹਨੂੰ ਤਾਂ ਲੱਗਿਆ ਉੱਥੇ ਤਾਂ ਇੰਨਾ ਗਾਰਬੇਜ ਪਿਆ ਮਨ ਦੇ ਉੱਤੇ, ਮਨ ਤਾਂ ਪਛਾਣ 'ਚ ਹੀ ਨਹੀਂ ਆਉਂਦਾ। ਇਹ ਜੋਤ ਸਰੂਪ ਸੀਗਾ ਵੀ ਆਤਮਾ ਦਾ ਰੂਪ ਸੀਗਾ, ਆਤਮਾ ਦੇ ਵਿੱਚ ਲੀਨ ਹੋਣਾ ਸੀਗਾ ਇਹਨੇ। ਇਹ ਤਾਂ ਆਤਮਾ ਦਾ ਪਾਰਟ ਸੀਗਾ। ਕਹਿੰਦੇ ਨਹੀਂ, ਇਹਨੂੰ ਪਤਾ ਹੀ ਨਹੀਂ ਲੱਗਣਾ। ਇੱਕ ਬੇਤ ਹੈ, ਇਹ ਤਾਂ ਮਹਾਰਾਜ ਤਾਂ ਕਹਿੰਦੇ ਆ ਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਥੀ ਬਈ, ਜੇ 100 ਧੋਵਣ ਪਾਓ। ਇਸ ਤਰ੍ਹਾਂ ਦਾ ਹੈਗਾ ਭਾਈ। ਇਹਦਾ ਤਾਂ ਰੂਪ ਹੀ ਨਹੀਂ ਸਮਝ ਆਉਂਦਾ ਵੀ ਇਹ ਜੋਤ ਸਰੂਪ ਨਜ਼ਰ ਹੀ ਨਹੀਂ ਆਉਂਦਾ। ਇਹਦੀ ਜੋਤ, ਇਹਨੂੰ ਜੋਤ ਤਾਂ ਇਹਦੇ ਅੰਦਰ ਪ੍ਰਗਟ ਹੀ ਨਹੀਂ ਹੋ ਰਹੀ, ਆਤਮਾ ਦੇ ਵਿੱਚ ਤਾਂ ਲੀਨ ਨਹੀਂ ਹੋ ਰਿਹਾ ਹੈ।
ਤੇ ਮੋਰਚਾ ਨਾ ਲਾਗੇ ਜਾਂ ਹਉਮੈ ਸੁੱਖ ਹੈ। ਹਾਂਜੀ ਹਾਂ ਬਿਲਕੁਲ ਠੀਕ ਹੈ ਜੀ। ਫਿਰ ਜੰਗ ਨਹੀਂ ਲੱਗਦੀ, ਫਿਰ ਕਾਲਕ ਨਹੀਂ ਲੱਗਦੀ ਇਹਨੂੰ, ਜੇ ਧਿਆਨ ਸਿਮਰਨ ਦੇ ਦੁਆਰਾ ਹੀ ਇਹਦੀ ਕਾਲਕ ਲੈਣੀ ਆ। ਤੇ ਅੱਗੇ ਜਿਹੜਾ ਹੈਗਾ ਮਹਾਰਾਜ ਕਹਿੰਦੇ ਆ ਦੇਖ ਮਿਹਨਤ। ਸਾਧ ਸੰਗਤ ਜੀ ਦੇਖੋ ਮਨ। ਹਾਂਜੀ ਹਾਂਜੀ ਵੀਰ ਜੀ। ਬੋਲੋ ਤੁਸੀਂ ਬੋਲੋ। ਨਹੀਂ ਮੈਂ ਤਾਂ ਅਗਲੀ ਤੁਕ ਪੜ੍ਹ ਰਿਹਾ ਸੀ। ਨਹੀਂ ਅਗਲੀ ਤੁਕ ਪੜ੍ਹ ਰਿਹਾ ਸੀ ਮੈਂ, ਕੋਈ ਗੱਲ ਨਹੀਂ ਤੁਸੀਂ ਬੋਲੋ, ਫਿਰ ਮੈਂ ਅਗਲੀ ਤੁਕ ਪੜੂੰਗਾ ਬਾਅਦ ਚ। ਹਾਂ ਅੱਛਾ ਸਾਧ ਸੰਗਤ ਜੀ ਮਨ ਨੂੰ ਦੇਖਣ ਦਾ ਮਤਲਬ ਹੈ ਜਿੱਦਾਂ ਤੁਸੀਂ ਮਨ ਨੂੰ ਦੇਖਣਾ ਸ਼ੁਰੂ ਕਰਤਾ ਤੁਹਾਡੇ ਚ ਇੱਕ ਚੀਜ਼ ਗੁਣ ਆਉਣਾ। ਉਹ ਗੁਣ ਸੁਣ ਲਓ ਪਹਿਲਾਂ ਮੇਰੇ ਕੋਲ ਇੰਪੋਰਟੈਂਟ ਗੁਣ। ਜਿੱਦਾਂ ਤੁਸੀਂ ਮਨ ਨੂੰ ਵੇਖਣਾ ਸ਼ੁਰੂ ਕੀਤਾ ਉਦਾਂ ਤੁਹਾਨੂੰ ਤੁਹਾਡੇ ਅੰਦਰ ਇੱਕ ਗੁਣ ਆ ਜਾਣਾ। ਹੈਲੋ ਗੋਰਖੀ ਸਾਹਿਬ ਬੁਲਾਉਂਦਾ ਹੈ ਔਰ ਉੱਥੋਂ ਤੇਰੀ ਸ਼ੁਰੂ ਹੁੰਦੀ ਹੈ। ਨਹੀਂ ਗੋਰਖੀ ਸਾਹਿਬ ਮੇਰੀ ਆਵਾਜ਼ ਨਹੀਂ ਆ ਰਹੀ? ਨਹੀਂ ਤੁਹਾਡੀ ਆਵਾਜ਼ ਪੂਰੀ ਕੱਟ ਗਈ। ਉਹ ਤੁਸੀਂ ਗੁਣ ਕਿਹੜਾ ਆ ਜਾਣਾ ਹੈ ਉਹ ਦੁਬਾਰਾ ਤੇ ਰਿਪੀਟ ਕਰੋ ਉਸ ਗੱਲ ਨੂੰ। ਹਾਂ ਜਦੋਂ ਵੀ ਸਾਧ ਸੰਗਤ ਜੀ ਆਪਣੇ ਮਨ ਨੂੰ ਵੇਖਣਾ ਸ਼ੁਰੂ ਕਰਤਾ, ਧਿਆਨ ਸਿਮਰਨ ਕਰਨਾ ਸ਼ੁਰੂ ਕਰਤਾ, ਤੁਹਾਡੇ ਅੰਦਰ ਇੱਕ ਗੁਣ ਆਉਣਾ ਵਾ ਕਿ ਤੁਸੀਂ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਤੁਲਨਾ ਕਰਨੀ ਬੰਦ ਕਰ ਦੋਗੇ। ਤੁਸੀਂ ਲੋਕਾਂ ਦੇ ਮਹਿਲ ਵੇਖ ਕੇ ਪਰੇਸ਼ਾਨ ਬੰਦ ਕਰ ਦੋਗੇ, ਕਿਉਂਕਿ ਇਹ ਬੜਾ ਵੱਡਾ ਉਗਣ ਹੈ, ਇਹ ਮਨ ਦਾ ਉਗਣ ਹੈ। ਮਨ ਕੀ ਕਰਦਾ ਹੈ? ਮਨ ਤੁਹਾਡੇ ਹੱਥ ਜਿਹੜੀ ਚੀਜ਼ ਹੈਗੀ ਨਾ ਉਹ ਕਦਰ ਨਹੀਂ ਹੈਗੀ। ਫਿਰ ਤੁਹਾਡੀ ਨਿਸ਼ਾਨ ਹੀ ਭਾਈ ਕਹੂਗਾ ਇਹਨੂੰ ਛੱਡ, ਉਹ ਕਿੱਡੀ ਸੋਹਣੀ ਜਨਾਨੀ। ਇਹ ਮਨ ਏਦਾਂ ਕਹਿੰਦਾ ਵਾ ਕਿ ਤੂੰ ਆਪਣਾ ਘਰ ਦਾ ਛੱਡ ਦੇ, ਇਹ ਵੇ ਕੁਛ ਨਹੀਂ ਹੈਗਾ। ਹੋਵੇ ਇਹ ਤੇ ਕੰਪਲੇਂਟਾਂ ਕਰੀ ਜਾਂਦਾ, ਉਹ ਵੇ ਕਿੱਡਾ ਵਧੀਆ ਬੰਦਾ ਤੁਰਿਆ ਜਾਂਦਿਆ। ਇਹ ਮਾਣਿਆ ਕੰਪੇਅਰ ਕਰਦਾ ਹੈ ਤੁਹਾਨੂੰ, ਔਰ ਉਹ ਤੁਹਾਨੂੰ ਫਿਰ ਐਸੇ ਰਸਤੇ ਚ ਲੈ ਜਾਣਾ ਇਹਨੇ, ਉਹ ਰਸਤਾ ਤੇ ਪਤਾ ਨਹੀਂ ਕਿੱਧਰ ਚੱਲ ਜਾਂਦਾ। ਪੀਰ ਧੂਰੀ ਨਿਜਰ ਦਾ। ਬਿਲਕੁਲ ਠੀਕ ਹੈ ਜੀ। ਹਾਂਜੀ ਅੱਗੇ ਚਲੀਏ। ਕਹਿੰਦੇ ਸ਼ਬਦੇ ਸਾਧ ਨਾ ਆਵੇ ਨਾਮ ਨਾ ਲੱਗੇ ਪਿਆਰ। ਕਹਿੰਦੇ ਸ਼ਬਦ ਦਾ ਸਵਾਦ ਵੀ ਨਹੀਂ ਆਉਣਾ ਜਦ ਤੱਕ ਤੂੰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਮਨ ਨੂੰ ਨਹੀਂ ਦੇਖਣਾ, ਲਹਿਰਾਂ ਨੂੰ ਨਹੀਂ ਦੇਖਿਆ ਤੂੰ ਆਪਣੇ ਅੰਦਰ ਜਿਹੜੀਆਂ ਉੱਠ ਰਹੀਆਂ, ਮਨ ਤੋਂ ਲਹਿਰਾਂ ਉੱਠ ਰਹੀਆਂ, ਤੇ ਨਾਮ ਇਹ ਨਾ ਲੱਗੇ ਪਿਆਰ। ਔਰ ਨਾਮ ਦੇ ਨਾਲ ਧਿਆਨ ਸਿਮਰਨ ਦੇ ਨਾਲ, ਨਾਮ ਕੀ ਹੈ? ਨਾਮ ਤਾਂ ਪਦਾਰਥ ਹੈ। ਆਪਾਂ ਨੇ ਨਾਮ ਪਦਾਰਥ ਤੱਕ ਜਾਣਾ ਹੈ ਭਾਈ। ਇਹੀ ਆਪਣੀ ਯਾਤਰਾ ਹੈ। ਇਹ ਅੰਮ੍ਰਿਤ ਰਸ ਤੱਕ, ਅੰਮ੍ਰਿਤ ਤੱਕ ਪਹੁੰਚਣਾ ਹੈ ਆਪਾਂ ਨੇ। ਕਹਿੰਦੇ ਇਸ ਰਸਤੇ ਤੇ ਜਿਹੜਾ ਇਹ ਕਾਰਵਾਈ ਜਿਹੜੀ ਅੰਦਰ ਲਿਵ ਵਾਲੀ ਕਾਰਵਾਈ ਕਰ ਰਿਹਾ ਹੈ, ਇਹਦੇ ਨਾਮ ਪਦਾਰਥ ਪਾਉਣ ਵਾਸਤੇ ਗਤੀ ਕਰ ਰਿਹਾ ਤੂੰ। ਕਹਿੰਦੇ ਇਹਦੇ ਨਾਲ ਪਿਆਰ ਨਹੀਂ ਪੈਣਾ ਤੈਨੂੰ ਜਦ ਤੱਕ ਤੇਰੇ ਅੰਦਰ ਜਿਹੜੀਆਂ ਹੈਗੀਆਂ ਇਹ ਲਹਿਰਾਂ ਚੱਲ ਰਹੀਆਂ ਤਦ ਤੱਕ। ਹਾਂਜੀ ਗੁਰਕੀ ਜੀ ਬਿਲਕੁਲ ਠੀਕ ਹੈ। ਸਾਧ ਸੰਗਤ ਬਾਣੀ ਇਹ ਸਮਝਾਉਣਾ ਚਾਹੁੰਦੀ ਸਾਨੂੰ ਕਿ ਕਈ ਵਾਰੀ ਆਪਾਂ ਗੱਡੀ ਚਲਾਉਂਦੇ ਹਾਂ ਤੇ ਜਦੋਂ ਤੁਸੀਂ ਆਪਣੀ ਅੱਖਾਂ ਬੰਦ ਕੀਤੀਆਂ ਨੇ ਤੇ ਤੁਹਾਨੂੰ ਏਦਾਂ ਲੱਗੂਗਾ ਕਿ ਅੰਦਰ ਬੜੀ ਟ੍ਰੈਫਿਕ ਹੈ, ਬਹੁਤ ਟ੍ਰੈਫਿਕ। ਏਦਾਂ ਲੱਗਦਾ ਇੰਨਾ ਜਾਮ ਲੱਗਿਆ ਹੋਇਆ ਹੈ। ਆਪਾਂ ਸੜਕਾਂ ਤੇ ਵੇਖੀਏ ਤਾਂ ਇੰਝ ਲੱਗਦਾ ਕਿ ਜਾਮ ਖਤਮ ਨਹੀਂ ਹੋਣਾ। ਪਰ ਉਸ ਟਾਈਮ ਤੇ ਇੱਕ ਚੀਜ਼ ਕੰਮ ਆਉਂਦੀ ਆ, ਸਬਰ ਦੇ ਨਾਲ ਬੈਠੇ ਰਹਿਣਾ ਹੈ। ਗੱਡੀ ਹੌਲੀ ਹੌਲੀ ਫੁੱਟ ਅੱਧਾ ਫੁੱਟ 2 ਫੁੱਟ ਅੱਗੇ ਕਰੀ ਜਾਣੀ ਹੈ। ਤੇ ਜਿਵੇਂ ਤੁਸੀਂ 15-20 ਮਿੰਟ ਗੱਡੀ ਚਲਾਈ ਨਾ ਤੇ ਤੁਸੀਂ ਟ੍ਰੈਫਿਕ ਚ ਕਦੋਂ ਲੰਘ ਜਾਣਾ ਤੁਹਾਨੂੰ ਪਤਾ ਨਹੀਂ ਲੱਗਣਾ। ਇਹ ਯਾਦ ਰੱਖਿਓ, ਅੰਦਰ ਤੁਹਾਨੂੰ ਗੱਡੀਆਂ ਦੀ ਟ੍ਰੈਫਿਕ ਮਿਲਣੀ ਆ ਬਹੁਤ ਜ਼ਿਆਦਾ ਲੰਬੀ ਲਾਈਨ। ਉਹ ਤੁਸੀਂ ਤੁਹਾਡਾ ਹੌਸਲਾ ਟੁੱਟ ਜਾਣਾ, ਵਿਚਾਰਾਂ ਦੀ ਲਾਈਨ ਆਪਣੀ ਗੱਡੀ ਲੰਘ ਸਕਦੀ। ਇੱਥੇ ਤੇ ਬਹੁਤ ਗੱਡੀਆਂ ਨੇ, ਬੜੀਆਂ ਕਾਰਾਂ, ਰੋਡ ਜਾਮ ਹੋਈ ਪਈ ਆ। ਵਿਚਾਰਾਂ ਦੀਆਂ ਗੱਡੀਆਂ, ਹਾਂ ਵਿਚਾਰਾਂ ਦੀਆਂ ਗੱਡੀਆਂ। ਤੇ ਫਿਰ ਜਦੋਂ ਤੁਸੀਂ ਹੌਲੀ ਹੌਲੀ ਆਪਣੀ ਗੱਡੀ, ਛੋਟੀ ਜਿਹੀ ਗੱਡੀ ਹੈਗੀ, ਨਿੱਕੀ ਜਿਹੀ ਗੱਡੀ, ਬੰਨੇ ਅਗਲੇ ਨੇ ਕਹਿਣਾ ਉਹ ਬੰਨੇ ਕਰੋ ਭਰਾ ਸਾਈਡ ਤੇ ਕਰ, ਇੱਥੇ ਤੇ ਆਲਰੇਡੀ ਵੱਡਾ ਟਰੱਕ ਰੱਖਿਆ ਤੂੰ, ਨਿੱਕੀ ਜਿਹੀ ਗੱਡੀ ਤੇਰੀ ਨੀ ਬਣ ਦੇਣੀ ਭਾਈ। ਅਸੀਂ ਚਲੋ ਸਾਈਡ ਤੇ ਕਰੋ। ਪਹਿਲਾਂ ਪੁਰਾਣਾ ਟਰੱਕ ਜਿਹੜਾ ਜਿਹਨੂੰ ਤੂੰ ਰੋਜ਼ ਤੇਲ ਪਾਉਂਦਾ, ਜਿਹਨੂੰ ਲੀਰ ਮਾਰਦਾ ਹਾਂ, ਉਹ ਟਰੱਕ ਪਹਿਲਾਂ ਚੱਲੂਗਾ। ਤੇਰੀ ਨਿੱਕੀ ਗੱਡੀ ਨੀ ਚਲਾਉਣ ਦੇਣੀ ਅਸੀਂ, ਕਿਉਂਕਿ ਇਹ ਤਾਂ ਸੜਕ ਸਾਡੀ ਆ। ਤੁਸੀਂ ਕਹਿਣਾ ਨਹੀਂ ਭਾਜੀ ਤੁਹਾਡਾ ਟਰੱਕ ਹੀ ਚਲਾ ਲਾਂਗਾ, ਪਰ ਇਸ ਟਾਈਮ ਇਹ ਗੱਡੀ ਬੜੀ ਇੰਪੋਰਟੈਂਟ ਹੈ। ਉਹਨਾਂ ਨੇ ਕਹਿਣਾ ਫੁੱਟ ਕੇ ਜਗ੍ਹਾ ਮਿਲਣੀ ਮਾੜੀ ਜੀ, 1 ਘੰਟੇ ਚ 2 ਮਿੰਟ ਦੀ, 15-20 ਮਿੰਟ ਦੀ, ਇਸ ਤੋਂ ਵੱਧ ਨੀ ਮਿਲੇਗੀ ਭਾਊ, ਕਿਉਂਕਿ ਸਾਰੇ ਟਰੱਕ ਤੇਰੇ ਹੈਗੇ ਆ। ਔਰ ਤੂੰ ਕਾਫੀ ਸਾਲਾਂ ਤੋਂ ਟਰੱਕ ਲਿਆ ਕੇ ਸੜਕ ਭਰੀ ਹੋਈ ਹੈ ਪੂਰੀ। ਇੱਥੇ ਤੇਰੀ ਹੁਣ ਤੂੰ ਛੱਡਣੀ ਸੁੱਤਾ ਆ ਗਿਆ ਵਾ
25-30 ਸਾਲਾਂ ਬਾਅਦ 17 ਸਾਲਾਂ ਬਾਅਦ ਕਹਿੰਦਾ ਮੈਂ ਇੱਥੇ ਗੱਡੀ ਚਲਾਉਣੀ ਆ, ਤੇਰੇ ਕੋਲ ਜਗ੍ਹਾ ਹੈ ਹੀ ਨਹੀਂ ਭਰਾ, ਸੜਕ ਤੇ ਸਾਰੀ ਐਕੂਪਾਈ ਹੈ, ਤੂੰ ਵੇਖ ਕਿੱਥੇ ਜਗ੍ਹਾ ਹੈਗੀ ਹੈ, ਸੜਕ ਤੇ ਹੈਗੀ ਹੈ ਜਗ੍ਹਾ। ਹਾਂ ਕਮਾਲ ਹੈ। ਉਹਨਾਂ ਕਹਿਣਾ ਭਾਈ ਇੱਥੇ ਤੇਰੇ ਉੱਤੇ ਕੋਈ ਜਗ੍ਹਾ ਨਹੀਂ ਹੈਗੀ, ਪਰ ਤੁਸੀਂ ਰਿਕੁਐਸਟ ਕਰਨੀ ਹੈ ਨਾ ਮੇਰੇ ਕੋਲ ਮੈਂ ਗਲਤੀ ਕੀਤੀ ਹੈ, ਇਹ ਸੜਕ ਮੈਂ ਹੀ ਭਰੀ ਆ ਟਰੱਕਾਂ ਦੇ ਨਾਲ, ਬੱਸਾਂ ਦੇ ਨਾਲ, ਕਾਰਾਂ ਦੇ ਨਾਲ, ਪਰ ਇਹ ਵੀ ਬੜੀ ਇੰਪੋਰਟੈਂਟ ਗੱਡੀ ਆ, ਮੈਨੂੰ ਰਾਹ ਦਿਓ ਥੋੜਾ ਥੋੜਾ। ਤੁਸੀਂ 2-4 ਦਿਨ ਹੀ ਮੰਗਿਆ ਤੇ ਰਾਹ ਦੇ ਮਿਲ ਜਾਣਾ। ਵਾਹ ਜੀ ਵਾਹ। ਕਿਉਂਕਿ ਟਰੱਕ ਤੁਹਾਡੀ ਆ, ਉਹ ਟਰੱਕ ਤੁਸੀਂ ਸੁੱਟ ਦਿਓ, ਤੁਸੀਂ ਪੁੱਟ ਲਓ ਆਪਣੀ ਮਰਜ਼ੀ ਨਾਲ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਮਾਫ ਕਰ ਦਿਓ ਲੋਕਾਂ ਨੂੰ। ਹਾਂ ਬਹੁਤ। ਉਹ ਟਰੱਕ ਕਿਹੜੇ ਆ? ਟਰੱਕ ਦੇ ਤੁਹਾਡੇ ਹੰਕਾਰਦੇ ਆ, ਉਹ ਕਿਉਂਕਿ ਲਹਿਰੀ ਆ, ਉਹ ਲਹਿਰਾਂ ਉਹਦੀਆਂ ਵਾ ਟਰੱਕ ਦੀਆਂ। ਬਹੁਤ ਵਧੀਆ ਜੀ, ਬਹੁਤ ਵਧੀਆ। ਉਹਨਾਂ ਨੂੰ ਮਾਫ ਕਰ ਦਿਓ ਕਿ 2-4 ਦਿਨ ਚ ਬਹੁਤ ਖਾਲੀ ਸੜਕ ਹੋਈ ਨਹੀਂ, ਫਿਰ ਤੁਸੀਂ ਆਰਾਮ ਨਾਲ ਆਉਣਾ ਜਾਣਾ। ਭਾਈ ਨਵਾਂ ਨਵਾਂ ਨਹੀਂ ਤਾਂ ਹੀ ਉਹ ਕਹਿੰਦੇ ਆ, ਕਬੀਰ ਜੀ ਕਹਿੰਦੇ ਆ ਕਿ ਹਰ ਕਾ ਦਵਾਰ ਸ਼ੰਕਰਾ, ਕੀ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸ਼ੰਕਰਾ, ਰਾਈ 10ਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਹਾਂ ਵੇਖ ਲੋ, ਕਹਿੰਦੇ ਕਿ ਮੁਕਤੀ ਦਾ ਦਵਾਰ ਮਤਲਬ ਇਹੋ ਹੀ ਹੈ ਕਿ ਵਿਚਾਰਾਂ ਦੇ ਮੰਡਲ ਜਦੋਂ ਅੱਗੇ ਲੰਘੀ ਜਾਣਾ ਤਾਂ ਬੜਾ ਬਰੀਕ ਹੈ, ਉਹ ਲੰਘਿਆ ਨਹੀਂ ਜਾਂਦਾ, ਟੁੱਟੀ ਨੂੰ ਜਾਣ ਨਹੀਂ ਦਿੰਦੇ ਉਹ। ਬਿਲਕੁਲ। ਕਿਉਂਕਿ ਤੇ ਕਾਰਨ ਸਰੀਰ ਹੈਗਾ, ਇਨਵੈਸਟਮੈਂਟ। ਔਰ ਉਹ ਤੇ ਕਹਿੰਦੇ ਆ ਕਿ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਲੱਗੀ ਹੋਈ ਹੈ। ਤੁਸੀਂ ਜਦੋਂ ਵੀ ਵਿਚਾਰ ਮੰਡਲ ਚ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇੱਕ ਛਣ ਲਾਉਣਾ ਤੁਹਾਨੂੰ ਪਿੱਛੇ ਸੁੱਟਣ ਲਈ। ਬਿਲਕੁਲ। ਤੁਸੀਂ ਅੰਦਰ ਜਾ ਕੇ ਤੇ ਵੇਖੋ, ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੌਣ ਜੋ। ਅੱਖਾਂ ਬੰਦ ਕਰਕੇ 2 ਮਿੰਟ ਅੰਦਰ ਬਹਿ ਕੇ ਵੇਖੋ, ਸਮਾਧੀ ਲਾ ਕੇ, ਤੁਸੀਂ ਕਹੋਗੇ ਕਿ ਅੰਦਰ ਤੇ ਗੰਦ ਪਿਆ ਹੋਇਆ, ਅੰਦਰ ਤੇ ਪਤਾ ਹੀ ਨਹੀਂ ਕੀ ਕਬਾੜ ਤੇ ਕੀ ਕੁਝ ਪਿਆ, ਮੈਨੂੰ ਪਤਾ ਹੀ ਨਹੀਂ ਜਿੱਥੇ ਮੈਂ ਰਹਿਣ ਦੇਣਾ। ਹੁਣ ਮੇਰੀ ਗੱਲ ਹੋਰ ਧਿਆਨ ਨਾਲ ਸੁਣੋ। ਆਪਾਂ ਬੈਠੇ ਆ ਟ੍ਰੇਨ ਚ, ਤੁਸੀਂ ਬੈਠੇ ਟ੍ਰੇਨ ਚ, ਵੱਖੋ ਵੱਖ ਟ੍ਰੇਨਾਂ ਨੇ ਆਪਣੀ, ਮਤਲਬ ਸੰਸਾਰ ਮੈਂ ਟ੍ਰੇਨ ਹੀ ਕਹਿ ਦਿੰਦਾ। ਹੁਣ ਇਸ ਟਾਈਮ ਪਤਾ ਕਿੱਥੇ ਬੈਠੇ ਆਪਾਂ ਬੈਠੇ ਜਨਰਲ ਡੱਬੇ ਚ। ਨਿੱਜਰ ਸਾਹਿਬ ਬਿਲਕੁਲ। ਉੱਥੇ ਨਾ ਖਾਣ ਨੂੰ ਪੱਖਾ ਵੀ ਨਹੀਂ ਬਰਾਬਰ ਹੈਗਾ, ਦੁਨੀਆ ਭੀੜ, ਉਹ ਭੀੜ ਕਾਹਦੀ ਵਿਚਾਰਾਂ ਦੀ, ਉਹ ਜੇ ਸਾਡਾ ਜੀਵਨ ਆ। ਹੁਣ ਜਦੋਂ ਤੁਸੀਂ 2 ਮਹੀਨੇ 3 ਮਹੀਨੇ 2.5 ਮਹੀਨੇ ਸਾਧਨਾ ਕੀਤੀ ਨਾ, ਤੇ ਫਿਰ ਤੁਸੀਂ ਸਲੀਪਰ ਚ ਆ ਜਾਣਾ। 2 ਮਹੀਨੇ ਹੋਰ ਸਾਧਨਾ ਕੀਤੀ ਤੇ ਤੁਸੀਂ ਕਰਨਾ ਵਾ 3rd ਕਲਾਸ AC ਚ ਆ ਜਾਣਾ, ਮੁੜ ਕੇ 2nd ਤੇ ਮੁੜ ਕੇ 1st ਕਲਾਸ। ਤੇ 1st ਕਲਾਸ ਚ ਇਕੱਲਾ ਇੱਕੋ ਬੰਦਾ ਬਹਿੰਦਾ, ਛੋਟਾ ਜਿਹਾ ਰੂਮ ਹੁੰਦਾ। ਨਿੱਜਰ ਸਾਹਿਬ ਬਿਲਕੁਲ, ਬਹੁਤ ਵਧੀਆ ਜੀ। ਹੁਣ ਦੇਖੋ ਉਹਦੇ ਵਿੱਚ ਮਹਾਰਾਜ ਦੱਸ ਰਹੇ ਆ, ਕਬੀਰ ਸਾਹਿਬ ਦਾ ਅਗਲਾ ਸ਼ਲੋਕ ਕਬੀਰ ਸਾਹਿਬ ਕਹਿੰਦੇ, ਕਬੀਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਆ ਦੇਖ ਲਓ ਭਾਈ, ਸਤਿਗੁਰ ਕੀ ਹੈਗਾ? ਸਤ ਜਿਹੜਾ ਸਤ ਹੈਗਾ। ਔਰ ਗੁਰੂ ਕਿਹਨੂੰ ਕਹਿੰਦੇ ਆ? ਗੁਰੂ ਕਹਿੰਦੇ ਜਿਹੜਾ ਅੰਧੇਰੇ ਤੋਂ ਪ੍ਰਕਾਸ਼ ਚ ਲੈ ਕੇ ਜਾਏ, ਉਹ ਗੁਰੂ ਹੈਗਾ। ਕਹਿੰਦੇ ਐਸਾ ਗਾਈਡ ਮੈਨੂੰ ਮਿਲ ਗਿਆ, ਐਸਾ ਬ੍ਰਹਮ ਗਿਆਨ ਮਿਲ ਗਿਆ, ਐਸੇ ਬ੍ਰਹਮ ਗਿਆਨੀ ਮਿਲ ਗਏ। ਕਹਿੰਦੇ ਉਹਨਾਂ ਨੇ ਐਸਾ ਮੇਰੇ ਅੰਦਰ ਜਿਹੜਾ ਹੈਗਾ, ਮੈਨੂੰ ਉਹਨਾਂ ਨੇ ਐਸਾ ਗਿਆਨ ਦੇ ਦਿੱਤਾ, ਮੈਨੂੰ ਉਹਨਾਂ ਨੇ ਰਿੰਗ ਦੇ ਵਿੱਚ ਜਾ ਕੇ ਲੜਨ ਦੀ ਜਿਹੜੀ ਐਸੀ ਯੁਕਤੀ ਦੇ ਦਿੱਤੀ ਕਿ ਮੈਂ ਤਾਂ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਸੁੱਟਤਾ ਥੱਲੇ। ਪਹਿਲਾਂ ਕਹਿੰਦੇ ਮੇਰੇ ਉੱਤੇ ਹੀ ਸਵਾਰ ਰਹਿੰਦੇ ਸੀ, ਮੈਨੂੰ ਹੀ ਇਹਨਾਂ ਨੇ ਘੋੜਾ ਬਣਾਇਆ ਸੀ, ਐਸੇ ਵਿਚਾਰ ਸੀਗੇ, ਮੇਰੇ ਉੱਤੇ ਸਵਾਰ ਸੀ ਹਮੇਸ਼ਾ ਹੀ ਜਿਹੜੇ ਹੈਗੇ। ਹੁਣ ਜਿਹੜੇ ਹੈਗੇ ਆ, ਮੈਂ ਇਹਨਾਂ ਦੇ ਉੱਤੇ ਸਵਾਰ ਹੈਗਾ। ਕਬੀਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਓ ਜਾਓ। ਕਹਿੰਦੇ ਹੁਣ ਆ ਗਿਆ ਜੀ 1st ਕਲਾਸ ਦੇ ਵਿੱਚ, ਕੋਈ ਹੈ ਹੀ ਨਹੀਂ, ਟ੍ਰੈਫਿਕ ਹੀ ਨਹੀਂ ਹੈ, ਆਪਣੀ ਗੱਡੀ ਹੈਗੀ ਇਕੱਲੇ। ਹਾਂਜੀ ਗੁਰਕੀ ਸਾਹਿਬ। ਹਾਂ ਵੇਖ ਲੈ, ਕੰਮ ਹੋ ਗਿਆ ਨਾ। ਚਲੋ ਆਪਾਂ ਥੋੜੀ ਨਵੇਂ ਜ਼ਮਾਨੇ ਦੀ ਉਦਾਹਰਨ ਦੇਤੀ, ਕਬੀਰ ਜੀ ਨੇ ਤੇ ਵੈਸੇ ਉਹ ਟੈਕਨੀਕਲ ਉਦਾਹਰਨ ਦਿੱਤੀ ਹੈ, ਪਰ ਆਪਾਂ ਥੋੜੀ ਸੌਖੀ ਕਰਤੀ। ਬਹੁਤ ਵਧੀਆ। ਆਪਾਂ 1st ਕਲਾਸ ਚ ਆ ਗਏ ਹਾਂ ਤੇ ਮੁੜ ਕੇ ਉੱਥੇ ਤੇ ਮੈਂ ਇਕੱਲਾ ਹੀ ਬੈਠਾ ਵਾਂ। ਜਨਰਲ ਡੱਬੇ ਦਾ ਨਹੀਂ ਪਤਾ ਤੇ ਜਾ ਕੇ ਵੇਖ ਆਇਓ ਕਿਤੇ ਅੰਮ੍ਰਿਤਸਰ ਟ੍ਰੇਨ ਦੇ ਵਿੱਚ। ਬੜੀ ਉੱਥੇ ਮੈਂ ਜਦੋਂ ਬੰਬੇ ਜਾਂਦਾ ਹੁੰਦਾ ਨਿੱਜਰ ਸਾਹਿਬ, ਬੜੀ ਭੀੜ ਹੁੰਦੀ ਉੱਥੇ ਤੇ ਕਈ ਟਿਕਟ ਨਹੀਂ ਮਿਲਣੀ ਤੇ ਜਨਰਲ ਚ ਬਹਿ ਕੇ ਜਾਣਾ ਪੈਣਾ। ਉੱਥੇ ਤੇ ਕਰੀਬ ਇੱਕ ਹੀ ਚੜ ਗਏ ਸੀਟ ਤੇ, ਮੁੜ ਕੇ ਉੱਥੋਂ ਉਤਰਨਾ ਹੀ ਬੜਾ ਔਖਾ। ਏਦਾਂ ਦਾ ਆਪਣਾ ਜੀਵਨ ਹੈ, ਪਤਾ ਹੀ ਨਹੀਂ ਅੰਦਰ ਕਿੰਨੇ ਕੁ ਵਿਚਾਰ ਨੇ, ਔਰ ਉਹ ਵਿਚਾਰ ਸਾਡੇ ਆਪਣੇ ਨੇ। ਉਹ ਕੋਈ ਜਨਰਲ ਡੱਬਾ ਕਿਸੇ ਹੋਰ ਦਾ ਨਹੀਂ, ਉਹ ਅਸੀਂ ਖੁਦ ਹੀ ਇਕੱਠਾ ਕੀਤਾ ਹੈ, ਉਹ ਸਾਡਾ ਅੰਤਰਾਕਰਨ। ਠੀਕ ਹੈ ਨਿੱਜਰ ਸਾਹਿਬ, ਅੱਗੇ ਚਲੀਏ। ਗੋਰਖੀ ਸਾਹਿਬ ਇਸ ਤਰ੍ਹਾਂ ਵੀ ਹੁੰਦਾ, ਦੇਖੋ ਡੱਬੇ ਤੋਂ ਨਾ, ਮੈਂ ਤਾਂ ਉੱਥੇ ਉਲਾਸਨਗਰ ਤੋਂ ਬੰਬੇ ਜਾਂਦਾ ਰਿਹਾ ਹਾਂ, 1 ਘੰਟੇ ਦਾ ਸਫ਼ਰ ਹੁੰਦਾ ਸੀਗਾ ਜਿਹੜਾ ਹੈਗਾ, ਤੇ ਮੈਂ ਤਕਰੀਬਨ ਸਮਝ ਲਓ ਬਾਹਰ ਲਟਕ ਕੇ ਹੀ ਜਨਰਲੀ ਜਾਣਾ ਪੈਂਦਾ ਸੀ, ਬਾਹਰ ਲਟਕ ਕੇ। ਡੱਬਾ ਤਾਂ ਜਗ੍ਹਾ ਹੀ ਨਹੀਂ ਮਿਲਦੀ। ਵੇਖ ਲਓ ਉਹ ਡੱਬੇ ਕਿੱਥੇ ਤੁਹਾਨੂੰ ਵੰਡ ਦਿੰਦੇ, ਉਹ ਤੁਹਾਨੂੰ ਵੰਡ ਨਹੀਂ ਦਿੰਦੇ ਡੱਬੇ ਚ ਅਗਲੇ। ਵਿਚਾਰ ਵੀ ਕਿੱਥੇ ਵੰਡ ਦਿੰਦੇ ਤੁਹਾਨੂੰ। ਉਹ ਕਹਿੰਦੇ ਤੂੰ ਬੂਹੇ ਤੋਂ ਅੰਦਰ ਨਹੀਂ ਹੋਣਾ, ਤੂੰ ਬਾਹਰ ਇੱਥੇ ਪੈਪ ਜੀ ਫੜ ਕੇ ਤੇ ਬਾਹਰ ਖਲੋਤਾ ਰਿਹਾ। ਬਿਲਕੁਲ ਠੀਕ ਹੈ ਜੀ। ਹੁਣੀ ਅੰਦਰ ਆ। ਹਾਂ ਉਦਾਂ ਹੀ
ਤੇ ਇਦਾਂ ਹੀ ਹੁੰਦਾ ਵਾ ਉੱਥੇ, ਨਾ ਤੇ ਬੰਦਾ ਟ੍ਰੇਨ 'ਚ ਆਪਣੀ ਮਰਜ਼ੀ ਨਾਲ ਚੜ੍ਹਦਾ ਤੇ ਨਾ ਹੀ ਆਪਣੀ ਮਰਜ਼ੀ ਨਾਲ ਉਤਰਦਾ। ਲੋਕੀ ਆਪੇ ਉਤਾਰ ਦਿੰਦੇ ਤੇ ਲੋਕੀ ਆਪੇ ਚੜ੍ਹ ਦਿੰਦੇ ਬੰਬੇ। ਹਾਂ ਔਰ ਉੱਥੇ ਇੱਕ ਦੇਖੋ, ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੇਰੇ ਹੱਥ 'ਚ ਮੇਰਾ ਬੈਗ ਸੀਗਾ ਤੇ ਰੋਟੀ ਵਗੈਰਾ ਲੈ ਕੇ ਜਾਂਦੇ ਸੀ, ਉਹ ਡੰਡਾ ਕਿਸੇ ਨੇ ਮਾਰਿਆ, ਬੈਗ ਜਿਹੜਾ ਟੁੱਟ ਗਿਆ, ਛੁੱਟ ਕੇ ਥੱਲੇ ਡਿੱਗਿਆ। ਬਾਈ ਚਾਂਸ ਜਿਹੜਾ ਮੈਂ ਨਹੀਂ ਡਿੱਗਿਆ ਥੱਲੇ, ਬਚ ਗਿਆ। ਦੇਖ ਲਓ, ਕਰ ਲਓ ਗੱਲ। ਹਾਂ ਚਲੋ ਠੀਕ ਹੈ। ਅੱਛਾ ਨਿੱਜਰ ਸਾਹਿਬ ਅੱਗੇ ਚਲੀ ਹੋਣਾ। ਬਹੁਤ ਹੈ ਜੀ, ਬਹੁਤ ਹੈ। ਦੇਖ ਲਓ ਇਸ ਤਰ੍ਹਾਂ ਹੀ ਵਿਚਾਰ ਹੈਗੇ ਆਪਣੇ, ਦੇਖ ਲਓ ਇਸ ਤਰ੍ਹਾਂ ਇਹਨਾਂ ਨੇ ਅੱਗੇ ਥੋੜੀ ਨਾ ਜਾਣ ਦੇਣਾ, ਇੱਥੇ ਤੱਕ ਹੈਗਾ। ਤੇ ਸੇਵਾ ਥਾਏ ਨਾ ਪਵੀ ਤਿਸਕੀ ਖੱਪ ਖੱਪ ਹੋਏ ਖੁਆਰ, ਨਾਲ ਕਹਿੰਦੇ ਦੇਖ ਲਓ ਜਿਹੜਾ ਤੂੰ ਹੁਣ ਦੇਖਾ, ਜੇ ਤੂੰ ਨਹੀਂ ਜਿਹੜਾ ਲੱਗਿਆ ਰਿਹਾ, ਬਸ ਤੂੰ ਜਿਹੜਾ ਲੱਗੇ ਰਹਿਣਾ ਹੈ, ਬਸ ਜੋ ਮਰਜ਼ੀ ਹੋਏ ਭਾਈ ਲੱਗੇ ਰਹਿਣਾ ਹੈ। ਜਗ੍ਹਾ ਮਿਲੇ ਨਾ ਮਿਲੇ, ਡੰਡੇ ਨੂੰ ਫੜ ਲਓ, ਕਿਸ ਤਰ੍ਹਾਂ ਮਰਜ਼ੀ ਜਿਹੜਾ ਆਪਾਂ ਧਿਆਨ ਸਿਮਰਨ ਛੱਡੋ ਨਾ, ਹੋਰ ਕੋਈ ਜਰੀਆ ਨਹੀਂ, ਹੋਰ ਕੋਈ ਰਸਤਾ ਨਹੀਂ ਹੈ। ਆਪਣੇ ਆਪ ਸੇਵਾ ਥਾਂ ਪੈ ਜਾਏਗੀ ਭਾਈ, ਆਪਣੇ ਆਪ ਵਿਚਾਰ ਬੰਦ ਹੋ ਜਾਣਗੇ। ਸੇਵਾ ਥਾਂ ਨਾ ਪਵੀ ਤਿਸਕੀ ਖੱਪ ਖੱਪ ਹੋਏ ਖੁਆਰ, ਕਹਿੰਦੇ ਖੱਪ ਖੱਪ ਕੇ ਖੁਆਰ ਹੋਊਗਾ। ਇਹ ਮਨ ਦੀਆਂ ਲਹਿਰਾਂ ਨੂੰ ਰੋਕਣਾ ਹੈ, ਮਨ ਦੇ ਇਸ ਦੇ ਉੱਤੇ ਆਪਾਂ ਨੇ ਜਿਹੜਾ ਹੈਗਾ ਚੌਕਸ ਰਹਿਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਆਪਾਂ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਰੱਖਣੀ, ਅੱਗੇ ਮਾਲਕ ਨੇ ਆਪੇ ਜਿਹੜਾ ਹੈਗਾ, ਮਾਲਕ ਨੇ ਮਿਹਰ ਕਰ ਦੇਣੀ। ਨਾਨਕ, ਹਾਂਜੀ ਗੋਰਖੀ ਸਾਹਿਬ ਇਹਦੇ ਚ ਕੁਝ ਕਹਿਣਾ? ਹਾਂ, ਇੱਥੇ ਬਾਣੀ ਆਪਾਂ ਨੂੰ ਇਹ ਕਹਿੰਦੇ ਆ, ਕਹਿ ਰਹੀ ਆ ਕਿ ਤੁਸੀਂ ਡਰਨਾ ਨਹੀਂ ਆ। ਤੁਸੀਂ ਦੇਖੋ ਉਹਦੀ ਵਸਤੂ ਹੈ ਨਾ, ਉਹ ਤੁਹਾਡੇ ਮਨ ਦੇ ਅੰਦਰ ਪਈ ਆ। ਪਰ ਮਨ ਨੇ ਗੱਡੀ ਤੁਹਾਡੀ ਇੱਕਦਮ ਨਹੀਂ ਲਾਉਣ ਦੇਣੀ ਉੱਥੇ। ਕਿ ਮਨ ਕੀ ਹੈ? ਮਨ ਕੁਛ ਵੀ ਨਹੀਂ ਹੈਗਾ। ਮਨ ਤੇ ਸਾਡੇ ਵਿਚਾਰ ਨੇ, ਜਿਨ੍ਹਾਂ ਨੂੰ ਅਸੀਂ ਹੀ ਲਈ ਫਿਰ ਰਹੇ ਹਾਂ ਔਰ ਜਿਨ੍ਹਾਂ ਨੂੰ ਅਸੀਂ ਫੀਡ ਕਰ ਰਹੇ ਹਾਂ। ਔਰ ਇਸੇ ਲਈ ਤੁਹਾਨੂੰ ਕਿਹਾ ਜਾਂਦਾ ਹੈ ਦਿਨੇ ਪਰਹੇਜ਼ ਕਰਿਆ ਕਰੋ। ਪਰ ਸਾਧ ਸੰਗਤ ਜੀ, ਇੱਕ ਚੀਜ਼ ਮੈਂ ਕਹਿਣੀ ਭੁੱਲ ਗਿਆ ਤੁਹਾਨੂੰ, ਤੁਸੀਂ ਸਾਧਨਾ ਕਰ ਰਹੇ ਜੋ, ਖਾਸ ਕਰਕੇ ਧਿਆਨ ਰੱਖਣਾ ਹੈ, ਤੁਹਾਡਾ ਦਿਲ ਕਰੇਗਾ ਜ਼ਿਆਦਾ ਬੋਲਣ ਨੂੰ, ਗੱਲ ਘੱਟ ਕਰਿਆ ਕਰੋ। ਇਹ ਸਾਧਨਾ ਕਰਕੇ ਤੁਹਾਡਾ ਏਦਾਂ ਦਾ ਸੁਭਾਅ ਬਣਨਾ ਵਾ, ਤੁਹਾਨੂੰ ਪਤਾ ਨਹੀਂ ਲੱਗਣਾ, ਪਰ ਤੁਸੀਂ ਲੋੜ ਤੋਂ ਜ਼ਿਆਦਾ ਬੋਲਣਾ ਵੀ ਸ਼ੁਰੂ ਕਰ ਸਕਦੇ ਜੋ। ਕਿਉਂਕਿ ਜਦੋਂ ਪ੍ਰਾਣ ਊਰਜਾ ਚੱਲਦੀ ਹੈ ਨਾ, ਤੇ ਜਿਹੜੇ ਚੱਕਰ ਪਹਿਲਾਂ ਖੁੱਲੇ ਨੇ ਤੇ ਉਹ ਥੋੜੇ ਜਿਹੇ ਨਾ, ਉਹਨਾਂ ਟੂਟੀਆਂ 'ਚ ਪਾਣੀ ਪਹਿਲਾਂ ਆ ਜਾਂਦਾ। ਤੁਸੀਂ ਜਿਹੜਾ ਕੰਮ ਪਹਿਲਾਂ ਜ਼ਿਆਦਾ ਕਰਦੇ ਜਿਹਨੂੰ ਤੁਸੀਂ ਜ਼ਿਆਦਾ ਕਰੋਗੇ ਤੇ ਇਹ ਕੌਨਸ਼ੀਅਸ ਹੋ ਜਾਣਾ ਜੇ। ਪਰ ਇਹ ਖਾਸ ਕਰਕੇ ਇੱਕ ਚੀਜ਼ ਹੋਰ, ਤੁਹਾਨੂੰ ਗੁੱਸਾ ਵੀ ਬਹੁਤ ਆਉਣਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਇਹ ਪਰਹੇਜ਼ ਕਰਿਓ। ਮੈਨੂੰ ਮੁੰਡੇ ਨਿਰਮਲ ਦਾ ਫੋਨ ਆਇਆ ਤੇ ਮੈਨੂੰ ਚੇਤਾ ਆ ਗਿਆ, ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ। ਕਿਉਂਕਿ ਇਹ ਜਦੋਂ 4-5 ਮਹੀਨੇ ਹੁੰਦੇ ਨਾ ਸਾਧਨਾ ਦੇ, ਪਹਿਲੇ ਬੜੇ ਹੁੰਦੇ ਆ, ਸੈਂਸਿਟਿਵ ਹੁੰਦੇ ਆ। ਕਿਉਂਕਿ ਤੁਸੀਂ ਸੂਖਮ ਸਰੀਰ ਦੇ ਅੰਦਰ ਛੇੜਖਾਨੀ ਕਰ ਰਹੇ ਜੋ, ਤੁਹਾਨੂੰ ਪਤਾ ਨਹੀਂ ਹੈ ਨਾ। ਮੈਨੂੰ ਪਤਾ ਤੁਸੀਂ ਕੀ ਕਰ ਰਹੇ ਜੋ, ਪਰ ਮੈਂ ਸੂਖਮ ਹੈ ਤੁਹਾਡੇ ਅੰਦਰ। ਤੁਸੀਂ ਕਾਰਨ ਸਰੀਰ ਦੇ ਅੰਦਰ ਜਦੋਂ ਅੰਦਰ ਪਹੁੰਚ ਗਏ ਨਾ, ਉੱਥੇ ਉਹ ਨਾ ਕਹਿਣਾ ਵਾ ਕਿ ਇੱਥੇ ਬੰਦਾ ਕਦੇ ਆਇਆ ਹੀ ਨਹੀਂ, ਇਹ ਕਿੱਥੋਂ ਆ ਗਿਆ ਸਾਡੇ ਅੰਦਰ। ਔਰ ਉਹ ਤੁਸੀਂ ਸੂਖਮ, ਤੁਹਾਡਾ ਸੂਖਮ ਹੈ ਨਾ, ਸੂਖਮ ਦੇ ਤੁਸੀਂ ਜਾਗਰਤ ਅਵਸਥਾ ਦਾ ਮਤਲਬ ਵਿਚਾਰ ਬੰਦ ਕਰਕੇ ਅੰਦਰ ਵੜ ਜਾਣਾ, ਉਹ ਮੱਖੀਆਂ ਦੇ ਅੰਦਰ ਚੱਲ ਜਾਣਾ। ਉਹ ਕੀ ਕਰਦੇ ਆ ਕਿ ਉਹ ਫਿਰ ਬੜੀਆਂ ਫਾਈਲਾਂ ਫੁੱਲਾਂ ਹਿੱਲਣੀਆਂ ਵਾ ਅੰਦਰ। ਬਿਲਕੁਲ। ਦੇਖੋ ਗੋਰਖੀ ਸਾਹਿਬ, ਇੱਕ ਚੀਜ਼ ਦੇਖੋ, ਆਪਾਂ ਨਾ ਹੁਣ ਜਿਹੜਾ ਹੈਗਾ ਆਪਣੀ ਜ਼ਮੀਨ ਕਹਿ ਲਓ ਜਾਂ ਆਪਣਾ ਮਕਾਨ ਕਹਿ ਲਓ, ਤੇ ਆਲਰੇਡੀ ਜਿਹੜਾ ਕਿਸੇ ਨੇ ਆਲਰੇਡੀ ਕਬਜ਼ਾ ਕੀਤਾ ਹੋਇਆ, 5 ਜਣਿਆਂ ਨੇ ਆਲਰੇਡੀ ਕਬਜ਼ਾ ਕੀਤਾ ਹੈ ਤੁਹਾਡੇ ਮਕਾਨ ਦੇ ਉੱਤੇ। ਤੁਸੀਂ ਹੁਣ ਕਬਜ਼ਾ ਛਡਾਉਣਾ ਚਾਹੁੰਦੇ ਹੋ ਤੇ ਦੇਖ ਲਓ ਫਿਰ ਉਹ ਜੋ ਕਿਵੇਂ ਦਾ ਹੁੰਦਾ ਹੈ, ਉਹ ਤਾਂ ਹੋਣਾ ਹੀ ਹੋਣਾ ਹੈ। ਉਹਨਾਂ ਤੇ ਰੌਲਾ ਪਾਉਣਾ ਹੀ ਆ। ਨਿੱਜਰ ਸਾਹਿਬ ਕੋਈ ਮਹੀਨਾ 2 ਮਹੀਨਾ ਘਰੇ ਰਹਿ ਜੇ ਤੇ ਉਹ ਨਹੀਂ ਛੱਡਦਾ। ਇਹ ਜਿੰਨਾ ਅਨੰਤ ਜਨਮਾਂ ਦੇ ਬੈਠੇ ਅੰਦਰ, ਉਹ ਛੱਡ ਦੇ ਮਕਾਨ ਇੱਕਦਮ। ਪਰ ਇੱਕ ਤਰੀਕਾ ਹੈਗਾ ਵਾ ਮਕਾਨ ਛਡਾਉਣ ਦਾ, ਉੱਥੋਂ ਗੱਡੀ ਨਹੀਂ ਸੜਕ ਤੋਂ ਬਾਹਰ ਕੱਢਣੀ। ਵਾਓ, ਬਹੁਤ ਵਧੀਆ ਜੀ, ਬਹੁਤ ਵਧੀਆ। ਨਾਗਾ ਨਾ ਪਾਇਓ, ਨਾਗਾ ਉਹ ਗੱਡੀ ਨਹੀਂ ਛੱਡਣੀ, ਮਤਲਬ ਨਾਗਾ ਨਹੀਂ ਪਾਉਣਾ। ਵਾਹ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਬਹੁਤ ਵਧੀਆ। ਗੱਡੀ ਅਸਲੀ ਗੱਡੀ ਨਾ ਲੈ ਕੇ ਚੱਲ ਜਿਓਗੇ ਤੇ ਮਨ ਚ ਸੋਚੇ ਕਿ ਚਰਨਜੀਤ ਪਤਾ ਕਿਹੜੀ ਗੱਡੀਆਂ ਦੀ ਗੱਲ ਕਰਦਾ। ਗੱਡੀ ਨਹੀਂ ਛੱਡਣੀ, ਮਤਲਬ ਨਾਗਾ ਨਹੀਂ ਪਾਉਣਾ। ਜੋ ਮਰਜ਼ੀ ਹੋ ਜੇ, ਉਹਦਾ ਟਾਈਮ ਹੈ ਤੁਹਾਡਾ। ਤੁਸੀਂ ਕਹਿਣਾ ਕਿ ਇੱਕ ਘੰਟਾ ਤੇ ਤੁਸੀਂ ਆਪਣੀ ਸਿਹਤ ਨੂੰ ਦੇਣਾ। ਸਭ ਤੋਂ ਪਹਿਲਾਂ ਸਿਹਤ, ਐਕਸਰਸਾਈਜ਼। ਉਹ ਜੰਤਰ ਖਰਾਬ ਕਰ ਲਿਆ ਤੇ ਫਿਰ ਮੰਤਰ ਤੇ ਤੰਤਰ ਵੀ ਕਿਸੇ ਕੰਮ ਦਾ ਨਹੀਂ। ਬਿਲਕੁਲ ਠੀਕ ਹੈ ਜੀ। ਤੇ ਫਿਰ ਗੱਡੀ ਦਾ ਮਤਲਬ ਕਿ ਉਹ ਟ੍ਰੈਫਿਕ ਚੋਂ ਗੱਡੀ ਨਹੀਂ ਬਾਹਰ ਕੱਢਣੀ। ਜਿੱਦਾਂ ਆਪਾਂ ਟ੍ਰੈਫਿਕ ਚ ਗੱਡੀ ਬਹਿੰਦੇ ਨਾ, ਪਤਾ ਪੁਲ ਉਹੀ ਆ, ਨਿੱਜਰ ਸੇ ਇੱਕੋ ਪੁਲ ਅੰਮ੍ਰਿਤਸਰ ਦੇ ਵਿੱਚ, ਉਹਦੇ ਥਾਣੀ ਲੰਘਣਾ ਪੈਣਾ, ਹੋਰ ਰਸਤਾ ਨਹੀਂ ਹੈਗਾ। ਭਾਵੇਂ 5 ਘੰਟੇ ਲੱਗ ਜਾਣ, ਪਰ ਸਲੋਲੀ ਇੱਕ ਸਮਾਂ ਆਉਂਦਾ ਹੈ, ਉਹੀ ਪੁਲ ਦੇ ਵਿੱਚੋਂ ਲੰਘ ਜਾਂਦੇ ਆ। ਬਹੁਤ ਵਧੀਆ ਜੀ। ਸਾਧਨਾ ਵੀ ਇਹੋ ਚਾਹੁੰਦੀ ਆ ਕਿ ਇਹਨੂੰ ਭਜਾ ਦਿਓ।
ਇਹਨੂੰ ਐਸਾ ਘੁਮੇਰੀਆਂ ਉਹਨੇ, ਤੁਸੀਂ ਅੰਦਰ ਜਾਣਾ ਵਾ, ਤੁਹਾਡੇ ਇਹੋ ਜਿਹਾ ਵਿਚਾਰ ਉਹਨੇ ਵਿਚਾਰ ਇਹੋ ਜਿਹਾ ਘੁੰਮਣ ਘੇਰੀ ਜਿਉਣੀ ਆ, ਤੁਹਾਨੂੰ ਚੁੱਕ ਕੇ ਬਾਹਰ ਲੈ ਆਉਣਾ। ਬਿਲਕੁਲ ਬਿਲਕੁਲ। ਜਾਂ ਕੋਈ ਨਾ ਕੋਈ ਆਪਾਂ ਨੂੰ ਜਿਹੜਾ ਹੈਗਾ ਕੋਈ ਦੁਨੀਆ ਦੇ ਵਿੱਚ ਆਂਢ ਗੁਆਂਢ ਜਿਹੜੇ ਆਪਣੇ ਇਰਦ ਗਿਰਦ ਜਿਹੜਾ ਹੈਗਾ ਫੈਮਿਲੀ ਦੇ ਵਿੱਚੋਂ ਹੀ ਕਿਸੇ ਨੇ ਐਸਾ ਇਰੀਟੇਟ ਕਰਦਾ ਹੈ ਕਿ ਤੁਸੀਂ ਜਿਹੜਾ ਹੈਗਾ 10 ਦਿਨ ਤੱਕ ਸਾਧਨਾ ਹੀ ਨਹੀਂ ਕਰਨੀ। ਫਿਰ ਤੁਸੀਂ ਨਾ ਤਿੰਨਾਂ ਚੌਂ ਦਿਨਾਂ ਬਾਅਦ ਹਿੰਮਤ ਕਰਨੀ ਆ, ਜਾਣਾ ਯਾਰ ਇਹ ਤੇ ਫਿਰ ਟਰਾਈ ਕਰਨਾ, ਤੁਸੀਂ ਫਿਰ ਜਾਣਾ, ਐਸਾ ਬਾਬਰੋਲਾ ਆਉਣਾ ਵਾ, ਤੁਹਾਨੂੰ ਹੋਸ਼ ਹੀ ਉਦੋਂ ਨਹੀਂ, 1 ਘੰਟਾ ਲੰਘ ਗਿਆ, ਉਹ ਵਿਚਾਰ ਦੇ ਵਿੱਚ ਦੀ ਉਲਝ ਕੇ ਪਤਾ ਨਹੀਂ ਕਿੱਥੇ ਪਹੁੰਚ ਕੇ ਕਿੱਥੇ ਤੇ ਕਿੱਥੇ ਤੁਰੇ ਜਾਣਾ, ਫਿਰ ਤੁਹਾਨੂੰ ਹੋਸ਼ ਆਉਣੀ। ਉਹ ਮਨਾ ਮੈਂ ਤੇ ਸਾਧਨਾ ਚ ਬੈਠਾ ਵਾਂ, ਆਹ ਮੈਂ ਫੈਕਟਰੀਆਂ ਕਿੱਥੋਂ ਚਾਲੂ ਕਰਕੇ ਬਹਿ ਗਿਆ, ਫਿਰ ਸਾਰੀਆਂ ਫੈਕਟਰੀਆਂ ਬੰਦ ਕਰ ਦਿਓ ਮੰਨਦੀਆਂ। ਇਹਨੂੰ ਕਹੇ ਕਿ ਭਰਾਵਾ ਤੂੰ ਆਂਡੇ ਦੇਣੇ ਬੰਦ ਕਰ, ਇਹ ਮਿੱਠੂ ਰਾਮ ਦੇ ਆਂਡੇ ਨਹੀਂ ਚਾਹੀਦੇ ਸਾਨੂੰ, ਤੂੰ ਪ੍ਰੈਕਟੀਕਲ ਗੱਲ ਕਰ, ਮੈਂ ਸਾਧਨਾ ਚ ਬੈਠਾ ਵਾਂ ਤੇ ਮੈਂ ਸਾਧਨਾ ਦੀ ਗੱਲ ਕਰਨੀ। ਅੱਛਾ ਇੱਕ ਹੋਰ ਚੀਜ਼ ਹੈ ਨਿਜਰ ਸਾਹਿਬ, ਜੇ ਕਿਸੇ ਨੂੰ ਨਿਰਵਿਚਾਰ ਅਵਸਥਾ ਨਹੀਂ ਪ੍ਰਾਪਤ ਹੋ ਰਹੀ ਤਾਂ ਤੁਸੀਂ ਇੱਕ ਵਾਰੀ ਗੱਲ ਆਪਣੀ ਤੱਕ ਲਾਓ, ਪਰੇ ਲੈ ਜਾਓ। ਹਾਂਜੀ ਵੈਸੇ ਆਪਣੀ ਗੱਲ ਤੇ ਹੱਥ ਲਾਓ, ਵੈਸੇ ਤੇ ਫਿਰ ਉਹਨੂੰ ਟੱਚ ਕਰਕੇ ਰੱਖੋ, ਫਿਰ ਪਰੇ ਲੈ ਜਾਓ, ਫਿਰ ਟੱਚ ਕਰੋ, ਫਿਰ ਪਰੇ ਲੈ ਜਾਓ। ਏਦਾਂ ਤੁਸੀਂ 2 ਮਿੰਟ ਵੀ ਕਰਦੇ ਰਹੇ ਨਾ, ਤੁਹਾਨੂੰ 2 ਮਿੰਟ ਚ ਕੋਈ ਵਿਚਾਰ ਨਹੀਂ ਆਊਗਾ ਨਿਜਰ ਸਾਹਿਬ। ਇਹ ਜਸਟ ਮੈਂ ਸਮਝਾਉਣ ਦੀ ਗੱਲ ਕਰ ਰਿਹਾ ਕਿ ਤੁਸੀਂ ਵੇਖਿਆ ਨੀ ਕਈ ਲੋਕ ਆਪਣੀ ਉਂਗਲੀ ਚ ਮਾਰਦੇ ਆ। ਹਾਂਜੀ ਹੋ ਗਏ ਬੰਦ ਜੀ, ਕੋਈ ਨੀ। ਟੈਂਪਲ ਤੇ ਨਹੀਂ ਲੋਕੀ ਮਾਰਦੇ, ਇੱਕ ਉਂਗਲ ਜੀ ਮਾਰਦੇ ਆਪਣੇ, ਉਹਦਾ ਕਾਰਨ ਇਹ ਹੁੰਦਾ ਕਿ ਉਹ ਚਾਹੁੰਦੇ ਆ ਕਿ ਜਿਹੜੇ ਵਿਚਾਰ ਬੰਦ ਕਰ ਦਿੱਤੇ ਜਾਣ। ਆਪਣੀ ਖੋਪੜੀ ਤੇ ਆਪਣੀ ਉਂਗਲੀ ਜੀ ਨਹੀਂ ਮਾਰਦੇ ਲੋਕੀ। ਹੱਥ ਮਾਰਨ ਦਾ ਇਹੀ ਮਤਲਬ ਹੈ ਵੀ ਆਪਾਂ ਨੂੰ ਚੌਕਸ ਕਰਨਾ ਹੈ ਵੀ ਕਿੱਥੇ ਖੋਇਆ ਹੋਇਆ ਹੈ ਤੂੰ। ਹਾਂ ਤੇ ਤੁਸੀਂ ਜੇ ਬਹੁਤੇ ਗਵਾਏ ਗਏ ਤੇ ਮਾੜਾ ਜਿਹਾ ਹੱਥ ਲਾ ਲਿਆ ਆਪਣੇ ਗੱਲ ਤੇ, ਨਾਲ ਹੀ ਉਹ ਵਿਚਾਰ ਉੱਡ ਜਾਣਾ। ਠੀਕ ਹੈ ਜੀ, ਹੁਣ ਨਿਜਰ ਸਾਹਿਬ ਅੱਗੇ ਚੱਲੀਏ। ਅੱਗੇ ਤਾਂ ਇਹੀ ਮਹਾਰਾਜ ਅਗਲੀਆਂ 2 ਲਾਈਨਾਂ ਚ ਇਹੀ ਗੱਲਾਂ ਕਰ ਰਹੇ ਜੋ ਤੁਸੀਂ ਹੁਣ ਐਕਸਪਲੇਨ ਕੀਤੀਆਂ। ਕਹਿੰਦੇ ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਕਹਿੰਦੇ ਸੇਵਕ ਉਹੀ ਹੈ ਭਾਈ ਜਿਹੜਾ ਇਹ ਵਿਚਾਰਾਂ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਨਹੀਂ ਡਰਦਾ, ਬਸ ਆਪਣੀ ਮੱਤ ਜਿਹੜੀ ਹੈਗੀ, ਵਿਚਾਰ ਜਿਹੜੇ ਹੈਗੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਸਿਰ ਧਰੇ ਉਤਾਰ ਦਾ ਮਤਲਬ ਹੈ ਜੋ ਵਿਚਾਰ ਆ ਰਹੇ ਆ ਆਪਾਂ ਨੂੰ ਇਹਨਾਂ ਨੂੰ ਪਰੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹੀ ਸੇਵਕ ਹੈਗਾ। ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਤਾਰ। ਕਹਿੰਦੇ ਦੇਖ ਲੈ ਧਿਆਨ ਸਿਮਰਨ ਨਾ ਬੰਦ ਕਰੇ ਕਦੀ ਵੀ, ਗੁਰੂ ਦਾ ਭਾਣਾ ਮੰਨ ਲੈ ਬਈ ਗੁਰੂ ਦਾ ਸਤਿਗੁਰੂ ਦਾ ਭਾਣਾ ਹੈਗਾ ਬਈ ਸਤਿਗੁਰੂ ਨੇ ਆਹ ਗੱਲ ਮੈਨੂੰ ਕਹੀ ਆ ਵੀ ਧਿਆਨ ਸਿਮਰਨ ਨਹੀਂ ਬੰਦ ਕਰਨਾ, ਬਸ ਤਾਂ ਜਿਹੜਾ ਹੈਗਾ ਸ਼ਬਦ ਨੂੰ ਉਰ ਦੇ ਵਿੱਚ ਧਾਰ ਕੇ ਰੱਖਣਾ ਹੈ। ਇਹ ਗੱਲ ਜਿਹੜੀ ਹੈਗੀ ਆਪਣੇ ਅੰਦਰ ਵਸਾ ਕੇ ਰੱਖਣੀ ਆ ਬਈ ਧਿਆਨ ਸਿਮਰਨ ਮੈਂ ਕਰਨਾ ਹੀ ਕਰਨਾ ਹੈਗਾ। ਹਾਂਜੀ ਗੋਰਖੀ ਜੀ। ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਬਸ ਇਹੋ ਹੀ ਆ, ਸਾਧਨਾ ਦਾ ਮਤਲਬ ਹੁੰਦਾ ਹੈ, ਦੇਖੋ ਕੋਈ ਵੀ ਕੰਮ ਜਿਹੜਾ ਹੁੰਦਾ ਨਾ ਉਹ ਉਹਨਾਂ ਚਿਰ ਕੰਪਲੀਟ ਨਹੀਂ ਹੁੰਦਾ ਜਿੰਨਾ ਚਿਰ ਲਗਾਤਾਰ ਉਹਦੇ ਵੱਲ ਗਤੀ ਨਹੀਂ ਕੀਤੀ ਜਾਂਦੀ। ਔਰ ਸਾਧਨਾ ਜਿਹੜੀ ਹੈ, ਸਾਧਨਾ ਦਾ ਜਿਹੜਾ ਮੇਨ ਇੱਕੋ ਹੀ ਜੋ ਮਹੱਤਵਪੂਰਨ ਚੀਜ਼ ਹੁੰਦੀ ਆ, ਪ੍ਰਾਪਤੀ ਹੋਵੇ ਜਾਂ ਨਾ ਹੋਵੇ ਇਹ ਇੰਪੋਰਟੈਂਟ ਨਹੀਂ ਆ। ਬੇਸ਼ੱਕ 20 ਮਿੰਟ ਤੁਹਾਡੇ ਵਿਚਾਰਾਂ 'ਚ ਹੀ ਲੰਘ ਗਏ ਆ, ਟੈਨਸ਼ਨ ਨਹੀਂ ਲੈਣੀ, ਉਹ ਕੁਦਰਤ ਤੁਹਾਡਾ ਇਮਤਿਹਾਨ ਹੀ ਲੈ ਰਹੀ ਹੈ। ਬਸ ਆਪ ਸਮਝਣ ਦੀ ਕੋਸ਼ਿਸ਼ ਕਰੋ। ਕੁਦਰਤ ਨੂੰ ਨਹੀਂ ਪਤਾ ਇਹ ਬੰਦਾ ਬੇਸ਼ਰਮ ਹੋ ਗਿਆ ਵਾ, ਰੋਜ਼ ਦਾ ਆ ਕੇ ਬਹਿੰਦਾ ਇੱਥੇ 1 ਘੰਟਾ, ਉਹਨੇ ਆਪੇ ਦਰਵਾਜ਼ਾ ਖੋਲ ਦੇਣਾ। ਸਾਡੇ ਕੀਤਿਆਂ ਵਿਚਾਰ ਨਹੀਂ ਬੰਦ ਹੋਣੇ, ਉਹ ਤੁਹਾਡਾ ਇਮਤਿਹਾਨ ਲੈਂਦੀ ਆ। ਇਹ ਬੰਦਾ ਤੇ ਬੜਾ ਬੇਸ਼ਰਮ ਜਿਹਾ ਬੰਦਾ, ਇਹ ਤੇ ਰੋਜ਼ ਹੀ ਆ ਕੇ ਬਹਿ ਜਾਂਦਾ, ਫਿਰ ਉਹਨੇ ਰਾਹ ਛੱਡ ਦੇਣਾ ਹੁੰਦਾ। ਤੁਸੀਂ ਦੇਖੋ, ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਇੱਥੇ 6 ਘੰਟੇ ਪਾਣੀ ਚੜ੍ਹਦਾ ਤੇ 6 ਘੰਟੇ ਪਾਣੀ ਉਤਰਦਾ। ਕੁਦਰਤ 1 ਘੰਟਾ ਸਾਨੂੰ ਰੋਜ਼ ਦਿੰਦੀ ਆ, ਉਦੋਂ ਸਲੈਗ ਵਾਟਰ ਹੁੰਦਾ ਨਿਜਰ ਸਾਹਿਬ, ਕਿਉਂਕਿ ਇਹ ਨਹੀਂ ਕਿ ਪਾਣੀ ਲਗਾਤਾਰ ਨਹੀਂ ਚੱਲਦਾ ਨਿਜਰ ਸਾਹਿਬ। ਇੱਕ ਦਿਨ ਆਪਾਂ ਜਦੋਂ ਵੀ ਸਾਧਨਾ ਚ ਲਗਾਤਾਰ ਟਰਾਈ ਕਰੀ ਜਾਂਦੇ ਆ, ਕਿਉਂ 5 ਦਿਨਾਂ ਚ ਸਾਨੂੰ ਕਾਮਯਾਬੀ ਮਿਲਣੀ, ਉਹਦੇ ਵਿੱਚ ਗਰੰਟੀ ਆ। ਕਿਉਂਕਿ ਪ੍ਰਮਾਤਮਾ ਨੇ ਇੱਕ ਰੂਲ ਬਣਾਇਆ ਵਾ, ਜਿਹੜਾ ਵੀ ਬੰਦਾ ਆਪਣੇ ਅੰਦਰ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦਾ ਵਾ, ਬਾਰ-ਬਾਰ ਕਰੀ ਜਾਂਦਾ ਵਾ, ਉਹ ਭਾਵੇਂ ਕਿੱਦਾਂ ਦਾ ਮਰਜ਼ੀ ਹੋਵੇ, ਉਹਨੇ ਅੰਦਰ ਪ੍ਰਵੇਸ਼ ਕਰ ਹੀ ਜਾਣਾ। ਇੱਕ ਹੈ ਵਾ, ਇੱਕ ਕੰਡੀਸ਼ਨ ਹੈਗੀ ਹੈ। ਇਹ ਦੇਖੋ ਗੋਰਖੀ ਸਾਹਿਬ ਨਹੀਂ ਰੋਕ ਸਕਦੇ ਆਪਾਂ ਨੇ। ਗੋਰਖੀ ਸਾਹਿਬ ਇਸ ਤੋਂ ਪਹਿਲਾਂ ਜਿਹੜੀ ਹੈਗੀ ਆ ਵਾਰ ਦੀ ਇੱਕ ਪੌੜੀ ਦੇ ਵਿੱਚ ਆਇਆ ਨਹੀਂ ਸੀਗੇ, ਵਰਤ ਰੱਖਣ ਨੂੰ ਕਿਹਾ ਸੀ ਮਹਾਰਾਜ ਨੇ, ਤੇ ਵਰਤ ਫਿਰ ਜਿਹੜਾ ਹੈਗਾ 9ਵੀਂ ਡੇਟ ਤੋਂ ਸ਼ੁਰੂ ਕੀਤਾ ਸੀਗਾ ਮਹਾਰਾਜ ਨੇ। ਕਹਿੰਦੇ 8 ਦਿਨ ਕਰ ਤਾਂ 9ਵੀਂ ਨੂੰ ਤੇਰੇ ਅੰਦਰ ਜਿਹੜਾ ਹੈਗਾ ਆ ਜਾਏਗਾ, ਤੈਨੂੰ ਐਕਸੈਸ ਮਿਲ ਜਾਏਗੀ। ਉਹ ਪਤਾ ਉਹਨਾਂ ਨੂੰ ਪਤਾ ਵਾ ਸਾਰਾ ਕਿ ਪਰਮਾਤਮਾ ਨੇ ਇੱਕ ਕਲਾਉਸ ਬਣਾਈ ਹੋਈ ਆ,
ਕਿ ਜਿਹੜਾ ਬੰਦਾ 7-8 ਦਿਨ 9 ਦਿਨ ਆ ਕੇ ਬਹਿ ਗਿਆ ਨਾ ਬੇਸ਼ਰਮਾ ਜਿਹੇ ਵਾਂਗੂ, ਉਹਨੂੰ ਸਮਾਧੀ ਮਿਲਣੀ ਆ, ਉਹ ਨੈਚੁਰਲੀ ਹੋ। ਪਰ ਲਗਾਤਾਰ ਹੋਣਾ ਪੈਣਾ ਵਾ, ਇਹ ਨਾ ਵੇਖ ਤੁਸੀਂ ਇੱਕ ਦਿਨ ਕਰਕੇ ਤੇ ਮੁੜ ਕੇ ਮਹੀਨਾ ਵੱਢੋ ਨਾ। ਫਿਰ ਪਤਾ ਕੀ ਹੁੰਦਾ ਵਾ ਕਿ ਦੇਖੋ ਆਪਾਂ ਸਾਧਨਾ ਕੀ ਹੁੰਦੀ ਹੈ, ਸਾਧਨਾ ਇੱਕ ਖੂਹ ਪੁੱਟਣਾ ਹੁੰਦੀ ਹੈ। ਜਦੋਂ ਆਪਾਂ ਖੂਹ ਪੁੱਟਦੇ ਆ ਤੇ ਆਪਾਂ ਮਿੱਟੀ ਬਾਹਰ ਕੱਢੀ ਆ, ਤੇ ਜਦੋਂ ਹੁਣ ਆਪਾਂ ਖੂਹ ਪੁੱਟਣਾ ਬੰਦ ਕਰ ਦੇਗਾ ਫਿਰ ਗੰਦਮੰਦ ਵਿੱਚ ਡਿੱਗ ਜਾਣਾ। ਬਿਲਕੁਲ ਠੀਕ ਹੈ। ਇਹਦਾ ਖੂਹ ਦਾ ਲਗਾਤਾਰ ਥੋੜੀ ਮਿੱਟੀ ਕੱਢੀ ਜਾਓ, ਇੱਕ ਡੱਬਾ 2 ਡੱਬੇ, ਤੇ ਦਿਨੇ ਵੀ ਪਰਹੇਜ਼ ਕਰੋ ਕਿ ਮਿੱਟੀ ਵਿੱਚ ਨਾ ਡਿੱਗੇ। ਜਿਹੜੀ ਸਾਧਨਾ ਚ ਕੱਢੀ 1 ਘੰਟੇ ਚ ਮੁੜ ਕੇ ਉਹ ਦਿਨੇ ਨਾਲ ਸੁੱਟ ਦੋ। ਲੋਕੀ ਤੇ ਆਪ ਹੀ ਸੁੱਟ ਦਿੰਦੇ ਨੇ ਜਿਹੜਾ ਡੱਬੇ ਭਰ ਕੇ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਇਹ ਤਾਂ ਬਿਲਕੁਲ ਬਹੁਤ ਪ੍ਰੈਕਟੀਕਲ ਗੱਲ ਹੈ। ਆਓ ਕਿ ਫਿਰ ਖੂਹ ਨਹੀਂ ਖਾਲੀ ਹੋਣਾ, ਫਿਰ ਤੇ 100 ਜਨਮ 30 ਕਰੋੜ ਜਨਮ ਤੱਕ ਤੁਰੇ ਫਿਰਦੇ ਰਹੋ ਤੇ ਨਹੀਂ ਗੱਲ ਬਣਨੀ। ਪਰ ਇੱਕ ਤਰੀਕਾ ਹੋ ਸਕਦਾ ਹੈ ਕਿ ਜਿਹੜੀ ਥੋੜੀ ਬਹੁਤੀ ਇੱਕ ਅੱਧਾ ਡੱਬਾ ਬਾਹਰ ਕੱਢਿਆ ਮਿੱਟੀ ਦਾ, ਉਹਨੂੰ ਦਿਨੇ ਪਰਹੇਜ਼ ਕਰਨਾ ਕਿ ਇਹ ਮੈਂ ਕੱਢਿਆ ਇਸ ਸਾਧਨਾ ਚ, ਇਹਨੂੰ ਮੈਂ ਵਾਪਸ ਨਹੀਂ ਪਾਉਣਾ। 3 ਦਿਨ ਚਾਹੀਦੇ ਤੁਹਾਡੇ ਕੋਲ, 3 ਦਿਨ ਹੁੰਦੇ ਆ ਵੈਸੇ ਤੇ ਗੁਰੂ ਜੀ ਤੇ 7-8 ਦਿਨ ਕਹਿੰਦੇ ਆ ਨਾ। ਅਗਰ ਤੁਸੀਂ 3-4 ਦਿਨ ਪਰਹੇਜ਼ ਕਰਦੇ ਜੋ ਨਾ ਤੇ ਲੀਕਾਂ ਬੰਦ ਹੋ ਜਾਂਦੀਆਂ ਚਿੱਤ ਦੇ ਉੱਤੇ, ਜਿੰਨਾ ਵੀ ਸਭ ਗੰਦਮੰਦ ਕਲੀਨ ਹੋ ਜਾਂਦਾ। 8 ਦਿਨ ਚ ਤੇ ਬੜੀ ਤਗੜੀ ਅਵਸਥਾ ਬਣ ਜਾਂਦੀ। ਅਗਰ 3 ਦਿਨ ਪਰਹੇਜ਼ ਕਰਦੇ ਆ ਆਪਾਂ ਕਿਸੇ ਚਿੰਤਨ ਦੇ ਵਿੱਚ ਨਹੀਂ ਜ਼ਿਆਦਾ ਉਲਝਦੇ। ਹਾਂ, ਆ ਕੇ ਚਲਾ ਜਾਵੇ ਕੋਈ ਗੱਲ ਨਹੀਂ, ਜਦੋਂ ਅਸੀਂ ਬਾਰ-ਬਾਰ ਉਹਨੂੰ ਗ੍ਰਾਈਂਡ ਕਰਦੇ ਆ ਫਿਰ ਉਹ ਚਿੱਤ ਖਾਲੀ ਨਹੀਂ ਹੁੰਦਾ। ਹਾਂਜੀ ਨਿੱਜਾ ਸਾਹਿਬ ਅੱਗੇ ਚੱਲੀਏ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਅੱਗੇ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਆ ਗਿਆ। ਪਹਿਲਾਂ ਵੀ ਤੀਸਰੀ ਦਾ ਸੀ, ਹੁਣ ਫਿਰ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਹੈਗਾ, ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਭਾਵੈ। ਕਹਿੰਦੇ ਦੇਖ ਲਾ ਪਿਆਰਿਆ, ਇਹ ਹੁਣ ਤੂੰ ਪਰਮਾਤਮਾ ਦੇ ਰਸਤੇ ਤੇ ਚੱਲਣ ਲੱਗਾ ਆ ਤੇ ਕੰਮ ਉਹ ਕਰੀ ਜਿਹੜਾ ਮਾਲਕ ਪਰਮਾਤਮਾ ਨੂੰ ਪਾਉਂਦਾ ਆ। ਰਸਤੇ ਉਸ ਤੇ ਜਾਈ ਜਿਹੜਾ ਮਾਲਕ ਪਰਮਾਤਮਾ ਵੱਲ ਨੂੰ ਜਾਂਦਾ ਆ। ਐਵੇਂ ਨਾ ਜਿਹੜਾ ਹੈਗਾ ਦ੍ਰੋਪਦੀ ਵਾਂਗੂ ਜਿਹੜਾ ਹੈਗਾ ਉਹ ਕੰਧ ਦੇ ਵਿੱਚ ਦਰਵਾਜ਼ਾ ਬਣਾਇਆ ਤੇ ਜਾ ਕੇ ਮੱਥਾ ਮਾਰੀ ਤੇ ਮਹਾਭਾਰਤ ਕਰਵਾਉਂਦਾ ਰਹੀ ਆਪਣੀ। ਕਹਿੰਦੇ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ। ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ ਭਾਈ, ਕਿਉਂਕਿ ਆਪਾਂ ਜਿਹੜੇ ਕਰਮ ਕਾਂਡਾਂ ਦੇ ਵਿੱਚ ਫਸ ਜਾਂਦੇ ਆ, ਕਈ ਕਿਸੇ ਦੇ ਟਿੱਟੇ ਚੜ ਜਾਂਦੇ ਆ। ਬ੍ਰਹਮ ਗਿਆਨੀ, ਸੋ ਕਾਲਡ ਬ੍ਰਹਮ ਗਿਆਨੀ, ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਆ, ਮਹਾਂਪੁਰਖ ਕਹਿੰਦੇ ਆ, ਕਹਿੰਦੇ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ। ਆਪੇ ਬਖਸ਼ੇ ਮੇਲ ਲਏ ਆਫਤ ਗਵਾਵੈ। ਕਹਿੰਦੇ ਮਾਲਕ ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੈ, ਆਪ ਕਰਨੀ ਹੈ ਬਖਸ਼ਿਸ਼। ਤੂੰ ਸਿਰਫ ਐਕਸ਼ਨ ਦਿਖਾਉਣਾ ਹੈ ਮਾਲਕ ਨੂੰ ਜਸਟੀਫਾਈ ਕਰਨਾ ਹੈ। ਮੈਂ ਬੀਬਾ ਪੁੱਤ ਹੋ ਕੇ ਮਾਲਕਾ ਜੋ ਤੂੰ ਕਹਿ ਰਿਹਾ ਹੈ ਮੈਂ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਆਪੇ ਬਖਸ਼ੇ ਮੇਲ ਲਏ ਆਫਤ ਗਵਾਵੇ। ਤੇਰੀ ਹਉਮੈ ਆਫਤ ਮਾਲਕ ਨੇ ਗਵਾਉਣੀ ਆ, ਮਾਲਕ ਨੇ ਮਿਹਰ ਕਰਨੀ ਆ। ਜੇ ਤੂੰ ਧਿਆਨ ਸਿਮਰਨ, ਜਿਹੜੀ ਧਿਆਨ ਸਿਮਰਨ ਹੀ ਮਾਲਕ ਪਰਮਾਤਮਾ ਨੂੰ ਪਾਉਂਦਾ ਹੈ ਭਾਈ, ਕਿਉਂਕਿ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਬਿਲਕੁਲ ਡਿਫਾਈਨਡ ਹੈਗਾ ਰਸਤਾ, ਕੋਈ ਦੂਸਰਾ ਰਸਤਾ ਹੈ ਹੀ ਨਹੀਂ ਹੈ। ਕਿਤੇ ਮਤ ਭਟਕੋ। ਧਿਆਨ ਸਿਮਰਨ ਤੋਂ ਇਲਾਵਾ, ਨਿਰਵਿਚਾਰ ਸਮਾਧੀ ਤੋਂ ਇਲਾਵਾ, ਨਿਰਵਿਚਾਰ ਹੋਣ ਦੇ ਵਾਸਤੇ ਸਮਾਧੀ ਲਾਉਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਣਿਆ। ਮਾਲਕ ਕਹਿੰਦਾ ਮੈਂ ਬਣਾਇਆ ਹੀ ਨਹੀਂ ਹੈ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਪਾਵੈ। ਆਪੇ ਬਖਸ਼ੇ ਮੇਲ ਲੈ ਆਫਤ ਗਵਾਵੇ। ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੇ। ਆ ਦੇਖ ਲੋ, ਕਹਿੰਦੇ ਕਦੀ ਜਿਹੜਾ ਮਿਲ ਗਿਆ ਉਹ ਤਾਂ ਕਦੀ ਵਿਛੜਦਾ ਹੀ ਨਹੀਂ ਹੈ। ਜੋਤ ਦੇ ਵਿੱਚ ਜੋਤ ਰਲ ਗਈ ਆ, ਆਤਮਾ ਦੇ ਵਿੱਚ ਲੀਨ ਹੋ ਗਿਆ। ਆਤਮਾ ਤਾਂ ਪਰਮਾਤਮਾ ਹੈਗੀ, ਕਿਸ ਤਰ੍ਹਾਂ ਜਿਹੜਾ ਹੈਗਾ ਵਿਛੜ ਸਕਦਾ ਹੈ? ਇਹ ਤਾਂ ਖੇਡ ਮਾਲਕ ਨੇ ਤਾਂ ਆਹੀ ਤਾਂ ਖੇਡ ਪਾਈ ਸੀ ਵੀ ਆ ਜਾ ਤੂੰ, ਬਸ ਤੂੰ ਅਮਰ ਹੈਗਾ, ਮੇਰੇ ਵਰਗਾ ਹੈਗਾ, ਤੂੰ ਆ ਜਾ। ਆਪਾਂ ਪੁੱਤ ਹੈਗੇ ਮਾਲਕ ਪਰਮਾਤਮਾ ਦੇ। ਜੋ ਮਾਲਕ ਕਹਿੰਦਾ ਤੂੰ ਕਾਹਦੇ ਲਈ ਜਿਹੜਾ ਹੈਗਾ ਇਹ ਮੈਂ ਜਿਹੜਾ ਹੈਗਾ ਇਹ ਚੂਸ ਕੇ ਗੰਡੇਰੀਆਂ ਜਿਹੜੀਆਂ ਹੈਗੀਆਂ, ਮਾੜਾ ਜਿਹੜਾ ਚੋਗਾ ਪਾਇਆ ਕੁੰਡੀਆਂ ਦੇ ਵਿੱਚ, ਜਿਹੜਾ ਕਿਉਂ ਫਸਦਾ ਇਹਦੇ ਵਿੱਚ? ਆ ਤਾਂ ਤੂੰ ਮੇਰੇ ਕੋਲ ਹੋ, ਮੇਰੇ ਵਰਗਾ, ਮੇਰਾ ਜੋ ਕੁਛ ਹੈ ਉਹ ਤੇਰਾ ਹੀ ਤਾਂ ਹੈਗਾ ਸਾਰਾ ਕੁਛ। ਆ ਜਾ, ਆ ਕੇ ਭੋਗ ਲਾ। ਹਰ ਚੀਜ਼ ਜਿਹੜੀ ਹੈ ਤੇਰੇ ਲਈ ਅਵੇਲੇਬਲ ਹੈਗੀ ਆ। ਕਿੱਥੇ ਤੂੰ ਐਵੇਂ ਟੱਕਰਾ ਮਾਰੀ ਜਾਂਦਾ ਹੈ? ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੈ। ਇਹ ਗੱਲ ਪਾਈ ਉਸੇ ਨੇ ਬੁਝਣੀ ਆ। ਮਾਲਕ ਪਰਮਾਤਮਾ ਨੇ ਜਿਹਨੂੰ ਗੁਰੂ ਦੇ ਦੁਆਰਾ ਜਿਹਨੂੰ ਬੁਝਾ ਦਿੰਦਾ ਹੈ ਉਹੀ ਬੁਝਦਾ ਹੈ ਭਾਈ। ਔਰ ਇਹ ਐਸਾ ਨਹੀਂ ਹੈ ਕਿ ਵੀ ਮਾਲਕ ਪਰਮਾਤਮਾ ਜਿਹੜਾ ਹੈਗਾ
ਬਈ ਇਹਨੂੰ ਐਕਸ ਨੂੰ ਬੁਝਾਉਣੀ ਹੈ, ਵਾਈ ਨੂੰ ਨਹੀਂ ਬੁਝਾਉਣੀ। ਆਹ ਤਾਂ ਕਾਲਾ ਹੈ ਜੀ, ਇਹਨੂੰ ਤਾਂ ਨਹੀਂ, ਮੈਂ ਕ੍ਰਿਸਚਨ ਹੈਗਾ, ਆਹ ਤਾਂ ਜੀ ਇਹ ਮੁਸਲਮਾਨ ਹੈਗਾ, ਆਹ ਤਾਂ ਜੀ ਇਸ ਤਰ੍ਹਾਂ ਹੈਗਾ, ਮੈਂ ਇਹਨੂੰ ਨਹੀਂ ਬੁਝਾਉਣੀ, ਮੈਂ ਤਾਂ ਇਹਨੂੰ ਬੁਝਾਉਣੀ ਆ। ਨਾ ਨਾ ਨਾ, ਉਹ ਕਹਿੰਦਾ ਜਿਹੜਾ ਵੀ ਬੁੱਝਣ ਨੂੰ ਤਿਆਰ ਆ, ਜਿਹੜੀ ਵੀ ਜ਼ਮੀਨ ਜਿਹੜੀ ਹੈਗੀ ਆ ਜਿਹਦੇ ਵਿੱਚ ਫਸਲ ਉੱਗ ਸਕਦੀ ਆ, ਉਹਨੂੰ ਮੈਂ ਬੁਝਾ ਦੇਣਾ ਹੈ। ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ ਜਿਸੇ ਆਪ ਬੁਝਾਵੇ। ਹਾਂਜੀ ਗੁਰਕੀ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਪਹਿਲੀ ਤੋਂ ਕੋ ਬੋਲਦੇ ਨੇ ਜੋ ਸਾਹਿਬ, ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਪਾਵੈ। ਹਾਂਜੀ ਗੁਰਕੀ ਜੀ। ਕਹਿੰਦੇ ਕਿ ਜੋ ਪ੍ਰਮਾਤਮਾ ਨੂੰ ਭਾਵੇ, ਹਾਂ ਉਹੀ ਸਾਨੂੰ ਉਹੀ ਕਰਨਾ ਚਾਹੀਦਾ। ਹਾਂ ਉਹੀ ਭਗਤੀ ਆ। ਹਾਂ ਹੁਣ ਮੈਂ ਤੇ ਕਹਿੰਦਾ ਨਿਜਰ ਸਾਹਿਬ, ਆਪਾਂ ਲੋਕੀ ਕਹਿੰਦੇ ਨਾ ਕਿ ਉਹ ਕਿਹਨੂੰ ਕੀ ਮਿਲੂ, ਸਵਰਗ ਮਿਲੂ ਜਾਂ ਨਰਕ ਮਿਲੂ ਜਾਂ ਮੁਕਤੀ ਮਿਲੂ, ਤੇ ਮੈਂ ਕਹਿੰਦਾ ਇਹਦਾ ਫੈਸਲਾ ਬੰਦਾ ਖੁਦ ਕਰੇ। ਉਹਨੇ ਜੀਵਨ ਕਿੱਦਾਂ ਦਾ ਬਤੀਤ ਕੀਤਾ ਉਹਨੂੰ ਪਤਾ ਲੱਗ ਹੀ ਜਾਣਾ। ਹਾਂ ਅਗਲੇ ਬੰਨੇ ਤੇ ਬੜੀ ਦੂਰ ਦੀਆਂ ਗੱਲਾਂ, ਮੈਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੈਂ ਕਿੱਥੇ ਜਾਣਾ। ਬਿਲਕੁਲ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਗੱਲ ਹੈ। ਆਪਾਂ ਨੂੰ ਬਿਲਕੁਲ ਸਾਫ਼ ਪਤਾ ਹੁੰਦਾ ਆਪਾਂ ਕੀ ਕਿੱਥੇ ਗਤੀ ਕਰਦੇ ਆ, ਆਪਣੇ ਅੰਦਰ ਆਪਾਂ ਰੂਟੀਨ ਕੀ ਹੈ। ਇੱਕ ਦਿਨ ਦਾ ਰੂਟੀਨ ਦੇਖ ਲਓ, ਆਪਣੇ ਆਪ ਪਤਾ ਲੱਗ ਜਾਏਗਾ ਤੁਹਾਨੂੰ। ਹਾਂਜੀ ਹਾਂ, ਤੇ ਬਾਕੀ ਦੇਖ ਲਓ ਤੁਸੀਂ, ਜਿੱਥੇ ਤੁਸੀਂ ਆਪਣਾ ਵੇਖ ਲਓ ਤੁਸੀਂ ਕਿਹਨੂੰ ਜਾ ਰਹੇ ਉਹਦੇ ਵਿੱਚ, ਤੇ ਇਹ ਤੇ ਹੁਣ ਜੋ ਬੀਜਣਾ ਉਹੀ ਤੇ ਆਪਾਂ ਨੂੰ ਮਿਲਣਾ। ਇਹ ਤੇ ਅਗਲੇ ਬੰਨੇ ਕਿੱਦਾਂ ਬਦਲ ਦੇਣਗੇ। ਪੰਡ ਸਾਡੀ, ਜੋ ਸਾਡੀ ਪੰਡ ਹੈਗੀ ਉਹ ਤੇ ਬਦਲੀ ਨਹੀਂ ਜਾਣੀ, ਕਿਉਂਕਿ ਪੰਡ ਹੀ ਤੇ ਸਾਡੇ ਮੋਢੇ ਤੇ ਪਈ, ਸਾਡੇ ਅੰਦਰ ਪਈ। ਤੇ ਪਾਣੀ ਕਹਿੰਦੇ ਆ ਕਿ ਜੋ ਜਪ ਤਪ ਸੇਵਾ ਚਾਕਰੀ ਤੋਂ ਖਸਮੇ ਪਾਪ। ਜਪ ਤਪ ਸੇਵਾ ਤਿੰਨ ਚੀਜ਼ਾਂ ਆ ਗਈਆਂ ਤੇ ਚਾਕਰੀ ਵੀ ਆ ਗਈ। ਤੇ ਉਹ ਕਹਿੰਦਾ ਕਿ ਉਹ ਜਿਹੜਾ ਖਸਮ ਨੂੰ ਪਾਉਂਦਾ ਉਹ ਕਰੋ। ਤੇ ਖਸਮ ਤੇ ਇਹ ਕਹਿੰਦਾ ਵਾ ਕਿ ਸਭ ਤੋਂ ਪਹਿਲਾਂ ਤੂੰ ਆਪਣੀ ਸਿਹਤ ਦਾ ਖਿਆਲ ਰੱਖ, ਤੂੰ ਆਪਣੀ ਸਿਹਤ ਨੂੰ ਸਾਂਭ। ਜੇ ਤੂੰ ਆਪਣੀ ਸਿਹਤ ਦੇ ਪ੍ਰਤੀ ਨਹੀਂ ਇਮਾਨਦਾਰ ਤੇ ਤੂੰ ਦੂਜਾ ਕੀ ਕਰਨਾ? ਇਹਦਾ ਕਿੱਥੋਂ ਬਣ ਜਾਏਗਾ? ਤੂੰ ਤੇ ਆਪਣੀ ਸਿਹਤ ਨੂੰ ਹੀ, ਆਪਣੇ ਸਰੀਰ ਨੂੰ ਇੰਨਾ ਮਿਸਯੂਜ਼ ਕਰ ਰਿਹਾ। ਉਹ ਇਹ ਨਹੀਂ ਸੋਚਦਾ ਕਿ ਆਪਣੇ ਸਰੀਰ ਨੂੰ ਮੈਂ ਸਾਂਭਣਾ। ਤੇ ਬਾਕੀ ਤੇ ਗੱਲਾਂ ਨਿੱਜੇ ਸਾਹਿਬ ਬੜੀਆਂ ਦੂਰ ਦੀਆਂ ਨੇ। ਸਭ ਤੋਂ ਪਹਿਲਾਂ ਤੇ ਆਪਣੇ ਆਪ ਤੋਂ ਹੀ ਤੇ ਗੇਮ ਸ਼ੁਰੂ ਹੁੰਦੀ ਹੈ ਤੇ ਆਪਣੇ ਆਪ ਤੇ ਖਤਮ ਹੁੰਦੀ ਆ। ਔਰ ਜਦੋਂ ਮੈਂ ਆਪਣੀ ਸਿਹਤ ਦਾ ਖਿਆਲ ਰੱਖੂੰਗਾ ਤੇ ਫਿਰ ਮੇਰਾ ਧਿਆਨ ਜਿਹੜਾ ਨਾ ਆਪਣੇ ਵੱਲ ਆਊਗਾ। ਇਹ ਐਕਸਰਸਾਈਜ਼ ਦਾ ਮਤਲਬ ਕਿ ਆਪਣੇ ਆਪ ਵੱਲ, ਮੈਂ ਆਪਣੇ ਵੱਲ ਧਿਆਨ ਦਊਂਗਾ, ਮੈਨੂੰ ਪਤਾ ਲੱਗੂ ਕਿ ਮੈਂ ਹੈਗਾ ਵਾਂ। ਐਕਸਰਸਾਈਜ਼ ਦਾ ਮਤਲਬ ਇੰਨਾ ਹੀ ਆ ਕਿ ਮੈਂ ਵੀ ਹੈਗਾ ਵਾਂ। ਮੈਂ ਲੋਕਾਂ ਨੂੰ ਨਾ ਵੇਖਾਂ, ਮੈਂ ਆਪਣੇ ਆਪ ਨੂੰ ਵੇਖਾਂ। ਔਰ ਜਦੋਂ ਤੁਸੀਂ ਆਪਣੇ ਵੱਲ ਆਏ ਤੇ ਫਿਰ ਕੀ ਹੁੰਦਾ ਕਿ ਇੱਕ ਚੀਜ਼ ਤੇ ਪਤਾ ਲੱਗ ਗਈ ਕਿ ਮੈਂ ਹੈਗਾ ਵਾਂ। ਪਹਿਲਾਂ ਤਾਂ ਮੈਂ ਲੋਕਾਂ ਨੂੰ ਵੇਖਣਾ ਪਿਆ ਸੀ ਨਾ, ਕਿਉਂਕਿ ਮੈਂ ਜਿਹੜਾ ਵਾ ਦ੍ਰਿਸ਼ਟਾ ਵਾਂ ਤੇ ਮੈਂ ਦ੍ਰਿਸ਼ ਦੇ ਵਿੱਚ ਗਵਾਚਾ ਵਾਂ। ਦ੍ਰਿਸ਼ ਦਾ ਮਤਲਬ ਕਿ ਮੈਨੂੰ ਪਤਾ ਹੀ ਨਹੀਂ ਮੈਂ ਹੈਗਾ ਵਾਂ। ਆਪ ਸਮਝਦੇ ਹੋ ਸਾਧ ਸੰਗਤ ਜੀ, ਐਗਜ਼ੈਕਟਲੀ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਹੈਗੇ ਜੋ। ਤੁਸੀਂ ਤੇ ਬਸ ਉੱਠ ਪੈਂਦੇ ਜੋ, ਭੈਣ ਭਰਾ, ਮਾਂ ਪਿਓ, ਭੈਣ ਹਸਬੈਂਡ ਵਾਈਫ ਜਾਂ ਕੋਈ ਹੋਰ ਆਰਾ ਵਗੈਰਾ, ਤੁਸੀਂ ਗਤੀ ਕਰੀ ਜਾ ਰਹੇ ਹੋ। ਪਰ ਤੁਹਾਡਾ ਕਿਤੇ ਵੀ ਧਿਆਨ ਆਪਣੇ ਵੱਲ ਤੇ ਜਾਂਦਾ ਹੀ ਨਹੀਂ। ਨਿੱਜ ਘਰ ਤੁਹਾਡਾ ਅੰਦਰ, ਅੱਖਾਂ ਖੁੱਲਦੀਆਂ ਨੇ, ਚਲੋ ਸ਼ੁਰੂ ਹੋ ਗਏ। ਫਿਰ ਰਾਤ ਨੂੰ ਥੱਕ ਜਾਂਦੇ, ਫਿਰ ਸੌ ਜਾਂਦੇ। ਉਦੋਂ ਨਿੱਜ ਘਰ ਚ ਜਾਂਦੇ ਪਰ ਉਦੋਂ ਸੁੱਤਿਆਂ ਜਾਂਦੇ, ਉਦੋਂ ਪਤਾ ਨਹੀਂ ਲੱਗਦਾ। ਸਾਧਨਾ ਦਾ ਮਤਲਬ ਕੀ ਹੈ? ਜਾਗਰਤ ਅਵਸਥਾ ਦੇ ਵਿੱਚ ਆਪਣੇ ਨਿੱਜ ਘਰ ਚ ਪ੍ਰਵੇਸ਼ ਕਰਨਾ, ਜੋ ਤੁਹਾਡਾ ਅਸਲੀ, ਜਿਹਨੂੰ ਤੁਸੀਂ ਲੈ ਕੇ ਪੈਦਾ ਹੋਏ ਜੋ। ਉੱਥੇ ਕੋਈ ਲੈ ਕੇ ਨਹੀਂ ਜਾ ਸਕਦਾ, ਉੱਥੇ ਤੁਹਾਨੂੰ ਖੁਦ ਜਾਣਾ ਪਊਗਾ, ਕਿਉਂਕਿ ਉਹ ਤੁਹਾਡੀ ਆਪਣੀ ਹੋਂਦ ਹੈ। ਤੁਸੀਂ ਦ੍ਰਿਸ਼ਟਾ ਜੋ, ਸਾਕਸ਼ੀ, ਜਿਹੜਾ ਤੁਹਾਡੇ ਅੰਦਰ ਗੱਲਾਂ ਕਰ ਰਿਹਾ ਨਾ, ਜਿਹੜਾ ਇੰਦਰੀਆਂ ਦੇ ਪਿੱਛੇ ਬੈਠਾ ਹੋਇਆ, ਮਨ ਦੇ ਵੀ ਪਿੱਛੇ ਬੈਠਾ, ਚਿੱਤ ਤੇ ਵੀ ਅੱਗੇ ਹੋ, ਥੋੜਾ ਅੱਗੇ ਜਾਓਗੇ ਨਾ, ਬੁੱਧੀ ਤੇ ਵੀ ਅੱਗੇ। ਬੁੱਧੀ ਤੁਹਾਡੀ ਜਿਹੜੀ ਹੈ ਨਾ, ਉਹ ਬੁੱਧੀ ਕੀ ਹੈ? ਭੌਤਿਕ ਬੁੱਧੀ ਹੈ। ਪਦਾਰਥਾਂ ਦੇ ਬਾਰੇ ਤੁਹਾਨੂੰ ਗਿਆਨ ਕਰਾਉਂਦੀ ਹੈ। ਤੱਤਾ, ਠੰਡਾ, ਉੱਚਾ, ਨੀਵਾਂ, ਲਾਗੇ, ਦੂਰ, ਕਾਲਾ, ਪੀਲਾ, ਰੰਗਾਂ ਦੇ ਬਾਰੇ ਬੁੱਧੀ ਤੁਹਾਨੂੰ ਦੱਸਦੀ ਹੈ ਇੰਦਰੀਆਂ ਦੇ ਰਾਹੀਂ। ਪਰ ਇਹ ਬੁੱਧੀ ਦੇ ਵੀ ਪਿੱਛੇ ਹੋ ਤੁਹਾਡਾ ਅਸਲੀ ਸਰੂਪ। ਜਦੋਂ ਉੱਥੇ ਗਏ ਤੇ ਤੁਹਾਨੂੰ ਪਤਾ ਲੱਗ, ਉਹ ਜੋ ਵੀ ਸਾਰਾ ਬ੍ਰਹਮ ਸਾਨੂੰ ਦਿਖਾਈ ਦਿੰਦਾ ਹੈ ਨਾ, ਅਸਲ ਦੇ ਵਿੱਚ ਇਹ ਸਭ ਆਤਮਾ ਹੀ ਚੱਲ ਰਹੀ ਹੈ। ਪਰ ਉਹ ਆਤਮਾ ਹੁਣ ਕਈਆਂ ਕੋ ਕੌਲੀ ਆ, ਕਿਸੇ ਕੋ ਗਲਾਸ ਆ, ਕਿਸੇ ਕੋ ਮੱਗ ਆ। ਇਸ ਕਰਕੇ ਪਾਣੀ ਭਾਵੇਂ ਜਿੱਥੇ ਮਰਜ਼ੀ ਪਾ ਲਓ, ਪਾਣੀ ਹੈ ਪਾਣੀ ਆ। ਪਰ ਇੱਕ ਚੰਦਰਮਾ ਜਿਹੜਾ ਵਾ, ਉੱਤੇ ਚੰਦਰਮਾ ਇੱਕੋ ਹੀ ਆ, ਪਰ ਉਹ ਵੱਖੋ-ਵੱਖ ਬਰਤਨਾਂ 'ਚ ਦਿਖਾਈ ਦਿੰਦਾ ਵਾ। ਨਿਜਰ ਸਾਹਿਬ? ਹਾਂਜੀ ਬਿਲਕੁਲ ਠੀਕ ਹੈ ਜੀ। ਚੰਦਰਮਾ
50 ਨਹੀਂ ਹੈਗੇ ਜਾਂ ਲੱਖ, ਹੁਣ ਥੱਲੇ ਲੱਖਾਂ ਕਰੋੜਾਂ ਕੌਲੀਆਂ ਰੱਖ ਦੋ ਤੇ ਹਰ ਇੱਕ ਕੌਲੀ 'ਚ ਜੇਕਰ ਪਾਣੀ ਹੈਗਾ ਤੇ ਉਹਦਾ ਪ੍ਰਤੀਬਿੰਬ ਬਣਨਾ ਹੀ ਬਣਨਾ। ਪਰ ਉਹ ਦਿਖਦਾ ਉਹਦੀ ਕਰਕੇ ਆ, ਚੰਦਰਮਾ ਹੈਗਾ ਵਾ, ਪਰ ਉਹ ਕਹਿਣ ਤੋਂ ਭਾਵ ਇਸੇ ਤਰ੍ਹਾਂ ਹੀ ਆਤਮਾ ਵਾ। ਆਤਮਾ ਜਿਹੜੀ ਆ ਸਾਡੇ ਅੰਦਰ ਹੈ, ਔਰ ਆਤਮਾ ਦੇ ਕਰਕੇ ਹੀ ਸਾਰੇ ਜਾਗ ਰਹੇ ਆ। ਜੇ ਤੁਸੀਂ ਗੱਲ ਸੁਣ ਰਹੇ ਜੋ ਨਾ, ਉਹ ਵੀ ਆਤਮਾ ਦੇ ਕਰਕੇ, ਪਰ ਜੇ ਮੈਂ ਬੋਲ ਰਿਹਾ ਤੇ ਇਹ ਵੀ ਆਤਮਾ ਦੇ ਕਰਕੇ। ਸੂਖਮ ਸ਼ਕਤੀ ਹੈਗੀ ਆ, ਉਹ ਜਦੋਂ ਸਰੀਰ ਚੋਂ ਬਾਹਰ ਹੋ ਜਾਂਦੀ ਹੈ ਮੁੜ ਕੇ ਨਾਲ ਹੀ ਸਰੀਰ ਦੀ ਸਾਸਰੀ ਗੱਲ ਹੋ ਜਾਂਦੀ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਇੱਥੇ ਨਾ ਚਾਕਰੀ ਲਫ਼ਜ਼ ਆਇਆ ਹੈ। ਦੇਖੋ ਆਪਾਂ ਚਾਕਰ ਹੈਗੇ ਪਰਮਾਤਮਾ ਦੇ, ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਜਿਹੜਾ ਹੈਗਾ ਆ ਸਰੀਰ, ਆਪਣੇ ਅੰਦਰ ਜਿਹੜਾ ਹੈਗਾ ਸੁਰਤ, ਮਨ ਮਤ, ਬੁੱਧੀ, ਸਾਰਾ ਕੁਝ ਮਾਲਕ ਪਰਮਾਤਮਾ ਦਾ ਹੈ। ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਾਰਾ ਜੋ ਕੁਝ ਵੀ ਬਾਕੀ ਸੰਸਾਰ ਜੋ ਕੁਝ ਵੀ ਹੈਗਾ, ਜਿੱਥੇ ਆਪਾਂ ਗਤੀ ਕਰਦੇ ਹਾਂ, ਜੋ ਆਪਾਂ ਜਿਹਨੂੰ ਆਪਾਂ ਪਸੰਦ ਕਰਦੇ ਹਾਂ, ਉਹ ਸਭ ਕੁਝ ਮਾਲਕ ਦਾ ਦਿੱਤਾ ਹੋਇਆ। ਆਪਾਂ ਨੂੰ ਮਾਲਕ ਨੇ ਭੇਜਿਆ ਬਈ ਖੇਤ ਸਰੀਰ ਚੋਂ ਬੀਜੀਏ ਸੋ ਅੰਤ ਖਲੋਇਆ ਹੈ, ਬਈ ਇੱਥੇ ਜਿਹੜਾ ਹੈਗਾ ਖੇਤੀ ਕਰਨੀ ਹੈ ਨਾਮ ਦੀ ਪਾਈ, ਇਹਦੇ ਧਿਆਨ ਸਿਮਰਨ ਕਰਨਾ ਹੈ, ਤੇ ਇਹ ਕੰਮ ਵਾਸਤੇ ਆਪਾਂ ਨੂੰ ਭੇਜਿਆ ਮਾਲਕ ਨੇ। ਤੇ ਇੱਥੇ ਮਹਾਰਾਜ ਇਹੀ ਕੁਛ ਕਹਿ ਰਹੇ, ਕਹਿੰਦੇ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਭਾਵੈ। ਚਾਕਰ ਆ ਆਪਾਂ, ਤੇ ਜੋ ਖਸਮ ਕਹਿੰਦਾ, ਜੋ ਮਾਲਕ ਕਹਿੰਦਾ ਹੈ, ਤੇ ਆਪਾਂ ਉਹਦੇ ਹਿਸਾਬ ਦੇ ਨਾਲ ਚੱਲਣਾ ਹੈ। ਤੇ ਇਹਨੂੰ ਜਿਹੜਾ ਹੈਗਾ ਆਸਾ ਦੀ ਵਾਰ ਆਪਾਂ ਕਰਕੇ ਹਟੇ ਆ। ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਦੂਸਰੀ ਪਾਤਸ਼ਾਹੀ ਨੇ ਇਸ ਨੂੰ ਚਾਕਰੀ ਨੂੰ ਖੋਲਿਆ ਆ। ਕਹਿੰਦੇ ਤੂੰ ਹੈ ਕੀ ਆ, ਤੂੰ ਕਰ ਕੀ ਰਿਹਾ? ਦੇਖ ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਖੁੱਥਾ ਜਾਏ। ਕਹਿੰਦਾ ਤੂੰ ਕਿਹੋ ਜਿਹਾ ਨੌਕਰ ਹੈਗਾ ਭਾਈ? ਤੂੰ ਮਾਲਕ ਨੂੰ ਕਹਿੰਦਾ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ, ਸਤਿ ਸ੍ਰੀ ਅਕਾਲ ਸਾਹਿਬ ਜੀ, ਤੇ ਜਦੋਂ ਸਾਹਿਬ ਜੀ ਕਹਿੰਦੇ ਧਿਆਨ ਸਿਮਰਨ ਕਰ, ਫਿਰ ਕਹਿੰਦਾ ਨਹੀਂ ਸਾਹਿਬ ਜੀ ਪਾਠ ਕਰਕੇ ਨਹੀਂ ਸਰਦਾ, ਮੈਂ ਨਹਾ ਕੇ ਆ ਜਾਣਾ ਆ, ਮੈਂ ਜਿਹੜਾ ਹੈਗਾ ਕਿਤੇ ਇਸ਼ਨਾਨ ਜਿਹਦੇ ਮੈਂ ਕਿਤੇ ਤੀਰਥ ਤੇ ਚਲੇ ਜਾਣਾ ਆ, ਮੈਂ ਉੱਥੇ ਜਾ ਕੇ ਆ ਜਾਣਾ ਆ, ਇਹ ਨਹੀਂ ਸਰਦਾ ਇਹਦੇ ਨਾਲ। ਆ ਦੇਖ ਲਓ ਭਾਈ, ਸਲਾਮ ਤੇ ਜਵਾਬ ਦੋਨੋਂ ਸ਼ੁਰੂ ਹੋ ਗਏ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਖੁੱਤਾ ਜਾਏ। ਕਹਿੰਦਾ ਕਾਹਦਾ ਨੌਕਰ ਹੈ ਭਾਈ, ਕਾਹਦਾ ਚਾਕਰ ਹੈਗਾ ਤੂੰ? ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਕਹਿੰਦੇ ਤੇਰੀ ਸਲਾਮ ਤੇ ਜਵਾਬ ਦੋਨੋਂ ਹੀ ਝੂਠ ਹੈਗੇ ਤੇਰੀ, ਇਹ ਕਿਸੇ ਲੇਖੇ 'ਚ ਨਹੀਂ ਲੱਗਣੀ ਮਾਲਕ ਦੇ ਦਰ ਦੇ ਉੱਤੇ, ਕਿਉਂਕਿ ਤੂੰ ਜਿਹੜਾ ਹੈਗਾ ਤੇਰੀ ਸਲਾਮ ਜਿਹੜੀ ਹੈ ਉਹ ਵੀ ਨਕਲੀ ਹੈਗੀ, ਤੇ ਤੇਰੀ ਜਿਹੜੀ ਹੈਗੀ ਆ ਜਿਹੜੀ ਤੂੰ ਜਿਹੜਾ ਜਵਾਬ ਦੇ ਰਿਹਾ ਆ ਉਹ ਤਾਂ ਹੈ ਹੀ ਹੈ ਭਾਈ। ਹਾਂਜੀ ਗੋਰਖੀ ਜੀ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਪਹਿਲੀ ਤੁਕ ਦੀ ਮੈਂ ਫਿਰ ਦੁਬਾਰਾ ਵਿਆਖਿਆ ਕਰਦਾ। ਹਾਂਜੀ ਕਹਿੰਦਾ ਸੋ ਦਾ ਮਤਲਬ ਕੇਵਲ। ਹਾਂ ਠੀਕ ਹੈ। ਹਾਂ ਕਹਿੰਦਾ ਉਹਦਾ ਮਤਲਬ ਹੈ ਕੇਵਲ। ਜਪ ਵੀ ਉਹ ਕਰਨਾ ਹੈ, ਜਪ ਦਾ ਮਤਲਬ ਜਾਪ ਕਰਨਾ, ਉਹਦੀ ਭਗਤੀ ਕਰਨੀ। ਤਪ ਦਾ ਮਤਲਬ ਮਿਹਨਤ ਕਰਨੀ, ਤਪੱਸਿਆ। ਠੀਕ ਹੈ ਜੀ ਸਾਹਿਬ। ਹਾਂ ਮਿਹਨਤ ਕਰਨੀ, ਕੋਈ ਵੀ ਤਪ ਕਰਨਾ। ਜਿੱਦਾਂ ਆਪਾਂ ਕੋਈ ਮਿਹਨਤ ਕਰਦੇ ਆ ਤੇ ਉਹ ਕਹਿੰਦੇ ਨਾ ਕਿ ਉਹ ਜਿੰਨਾ ਨਾਮ ਤੇ ਆ ਗਏ ਮਸਕਤ ਕਾਲ। ਹਾਂ ਮਸਕਤ, ਬਿਲਕੁਲ ਠੀਕ ਹੈ ਜੀ। ਸਖਤ ਮਿਹਨਤ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਇੱਥੇ ਤਪ ਦਾ ਮਤਲਬ ਹਾਂਜੀ ਹਾਂਜੀ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿੰਨੇ ਨਾਲ ਛੁੱਟ ਜਾਂਦੇ ਉਹਨਾਂ ਦੀ ਗਾਈਡੈਂਸ ਦੇ ਨਾਲ। ਬਿਲਕੁਲ ਹਾਂਜੀ ਗੁਰਕੀ ਜੀ। ਹਾਂ ਤਪ ਦਾ ਮਤਲਬ ਹੋ ਗਿਆ ਤਪਾਉਣਾ, ਇਸ ਚੀਜ਼ ਨੂੰ ਪਕਾਉਣਾ, ਕੱਲ ਨਾ ਕਰਨੀ, ਬਾਰ-ਬਾਰ ਹਰ ਦਿਨ ਸਾਧਨਾ ਕਰਨੀ। ਫਿਰ ਉਹ ਕਹਿੰਦੇ ਆ ਕਿ ਸੇਵਾ, ਸੇਵਾ ਦਾ ਪਤਾ ਹੀ ਹੈ ਤੁਹਾਨੂੰ, ਸੇਵਾ ਦਾ ਮਿੱਠਾ ਮੇਵਾ ਮਿਲਦਾ ਹੈ। ਆਪਾਂ ਬਜ਼ੁਰਗਾਂ ਦੀ ਸੇਵਾ ਕਰੀਏ, ਕਿਸੇ ਦੀ ਵੀ ਸੇਵਾ ਕਰਦੇ ਹਾਂ ਤੇ ਸਾਨੂੰ ਸੇਵਾ, ਕਿਉਂਕਿ ਸੇਵਾ ਦਾ ਮਤਲਬ ਹੁੰਦਾ ਹੈ ਕਿ ਬਸ ਸੇਵਾ। ਮੇਰਾ ਜੀਅ ਕਰਦਾ, ਔਰ ਖਾਸ ਕਰਕੇ ਜੇ ਤੁਹਾਡੇ ਘਰ ਬਜ਼ੁਰਗ ਹੈਗੇ ਤਾਂ ਉਹਨਾਂ ਦੀ ਲੱਤਾਂ ਜ਼ਰੂਰ 2 ਮਿੰਟ ਕੁੱਟਿਆ ਕਰੋ। ਵੈਸੇ ਔਖੀਆਂ ਨੇ ਪਰ ਜ਼ਰੂਰ ਕੁੱਟਿਆ ਕਰੋ, ਕੋਸ਼ਿਸ਼ ਕਰਿਆ ਕਰੋ। ਇਹ ਵੀ ਸੇਵਾ। ਗੋਰਖੀ ਸਾਹਿਬ ਮੈਂ ਸੇਵਾ ਜਿਹੜੀ ਹੁੰਦੀ ਹੈ ਸੇਵਾ ਕਰਿਆ। ਮੈਂ ਨਾ ਹੁਣ ਡੈਲਸ ਉੱਥੇ ਟੈਕਸਸ ਗਿਆ ਸੀਗਾ ਤੇ ਮੈਂ ਕਿਸੇ ਦੇ ਕਿਸੇ ਨੇ ਉਹ ਰੱਖ ਲਈ, ਸੰਗਤ ਇਕੱਠੀ ਹੋ ਗਈ ਤੇ ਕਹਿੰਦੇ ਮੈਨੂੰ ਲੈ ਕੇ ਚਲੇ ਗਏ। ਕਹਿੰਦੇ ਉੱਥੇ ਜਿਹੜਾ ਹੈਗਾ ਉੱਥੇ 3 ਘੰਟੇ ਲੱਗ ਗਏ ਤੇ ਉੱਥੇ ਜਿਨ੍ਹਾਂ ਦੇ ਘਰ ਸੀਗਾ, ਦੇਖੋ ਉਹਨਾਂ ਦੇ ਜਿਹੜਾ ਹੈਗਾ ਉਹ ਇੱਕ ਬਾਂਹ ਨਹੀਂ ਹੈਗੀ ਉਹਨਾਂ ਦੀ, ਤੇ ਉਹ ਜਿਹੜੀ ਆਲ ਇੰਡੀਆ ਦੇ ਵਿੱਚ ਜਿਹੜੇ ਹੈਗੇ ਆ ਮਤਲਬ ਪੂਰੇ ਉਹ ਨੈਸ਼ਨਲ ਚੈਂਪੀਅਨ ਹੈਗੇ ਐਥਲੈਟਿਕਸ ਦੇ ਨੈਸ਼ਨਲ ਚੈਂਪੀਅਨ, ਔਰ ਇੱਕ ਹੱਥ ਦੇ ਨਾਲ ਹੀ ਗੋਲਾ ਐਸਾ ਸੁੱਟਦੇ ਆ ਕਿ ਕੋਈ ਉਹਨਾਂ ਦਾ ਹਾਲੇ ਤੱਕ ਮੁਕਾਬਲਾ ਨਹੀਂ ਕਰ ਪਾਉਂਦਾ ਹਾਲੇ ਤੱਕ। ਤੇ ਉਹ ਜਿਹੜੇ ਹੈਗੇ ਮੈਨੂੰ ਨਾ ਉੱਥੇ ਉਹ ਕਾਫੀ ਕਿੰਨੀ ਵਾਰੀ ਉਹਨਾਂ ਨੇ ਘੱਟ ਤੋਂ ਘੱਟ 10 ਵਾਰੀ ਕਿਹਾ ਕਿ
ਕਿ ਅੰਕਲ ਜੀ ਮੈਂ ਨਾ ਤੁਹਾਡੇ ਜਿਹੜੇ ਹੈਗੇ ਨਾ ਪੈਰ ਘੁੱਟਣਾ ਚਾਹੁੰਦਾ ਹੈ। ਮੈਂ ਕਿਹਾ ਨਹੀਂ 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 ਨਹੀਂ, ਮੈਂ ਨਾ ਕਰਦਾ ਰਹਿ ਗਿਆ ਕਿ ਆਖਰੀ ਕਹਿੰਦੇ ਇੱਕਦਮ ਇੰਨਾ ਤਰਲਾ ਜਿਹਾ ਕੀਤਾ, ਕਹਿੰਦੇ ਉਹ ਮੇਰੇ ਪਿਤਾ ਜੀ ਹੈਗੇ ਨਾ, ਮੈਨੂੰ ਤੁਹਾਡੇ ਅੰਦਰ ਮੇਰੇ ਪਿਤਾ ਜੀ ਨਜ਼ਰ ਆਉਂਦੇ ਆ, ਅਤੇ ਮੈਂ ਨਾ ਨਹੀਂ ਕਰ ਸਕਿਆ ਜੀ। ਔਰ ਉਹਨਾਂ ਨੇ ਨਾ ਘੰਟਾ ਲਾਇਆ ਔਰ ਇੰਨੀ ਮੇਰੀ ਜਿਹੜੇ 4 ਦਿਨ ਤੱਕ ਮੈਨੂੰ ਨਾ ਐਸਾ ਜਿਹੜਾ ਹੈਗਾ ਉਹਨਾਂ ਨੇ ਮੇਰਾ ਸਰੀਰ ਹਲਕਾ ਫੁੱਲ ਵਰਗਾ ਕਰ ਦਿੱਤਾ ਕਿ ਮੈਂ ਤਾਂ ਭੁੱਲਦਾ ਨਹੀਂ ਆ ਉਸ ਗੱਲ ਨੂੰ। ਹਾਂਜੀ ਗੁਰੂ ਜੀ। ਹਾਂ ਨਿਜਰ ਸਾਹਿਬ, ਸਾਡੇ ਘਰ ਇੱਕ ਬਾਬਾ ਜੀ ਆਉਂਦੇ, ਬਾਬਾ ਹਾਂਡਾ। ਹਾਂਜੀ ਹਾਂਜੀ। ਤੇ ਉਹ ਬਾਬਾ ਹਾਂਡਾ ਮਤਲਬ ਨਾ ਸਾਡਾ ਮਤਲਬ ਬੜਾ ਪੁਰਾਣਾ ਵਾ, 18-20 ਸਾਲ ਤੋਂ ਸਾਨੂੰ ਜਾਣਦਾ, ਤੇ ਨਹੀਂ ਜ਼ਿਆਦਾ 25 ਸਾਲ ਤੋਂ ਜ਼ਿਆਦਾ 30 ਸਾਲ ਤੋਂ ਜ਼ਿਆਦਾ ਜਾਣਦਾ, ਬੜਾ ਪੁਰਾਣਾ ਸਾਡੇ ਘਰ ਆਉਂਦਾ ਹੁੰਦਾ ਸੀ। ਤੇ ਉਹ ਤਾਂ ਅਸੀਂ ਠੀਕ ਠਾਕ ਹੁੰਦਾ ਸੀ, ਸਾਡਾ ਸਿਸਟਮ ਅਸੀਂ ਮਤਲਬ ਸੌਖੇ ਨਹੀਂ ਸੀ। ਉਹ ਬਾਬਾ ਆਇਆ ਤੇ ਹੰਡਾ ਬਾਬਾ ਜੀ ਅੱਜ ਮੈਂ ਤੁਹਾਡੇ ਪੈਰ ਧੋਣੇ ਆ। ਕਹਿੰਦੇ ਬਾਬਾ ਜੀ ਕਹਿੰਦਾ ਲਿਆਓ, ਕਹਿੰਦਾ ਉਹ ਤੇ ਕਹਿੰਦੇ ਕਿ ਉਹਨਾਂ ਨੇ ਜੁੱਤੀ ਕਿਤੇ ਸਾਲ ਚੱਕਰੀ ਜੁੱਤੀ ਲੈਣੀ ਜਾਂ ਜੋੜਾ, ਉਹਨਾਂ ਨੇ ਜੋ ਵੀ ਸੂਟ ਪਾਉਂਦੇ ਆਪਾਂ ਲੈ ਕੇ ਦਿੰਦੇ, ਆਪਾਂ ਮਾਣ ਕਰਦੇ ਉਹਨਾਂ ਦਾ। ਤੇ ਮੈਂ ਨਾ ਉਹਨਾਂ ਦੇ ਪੈਰ ਧੋਤੇ ਨੇ ਜਦ ਸਾਹਿਬ, ਮੈਂ ਗਰਮ ਪਾਣੀ ਲਿਆਂਦਾ, ਝਾਵਾਂ ਮਾਰ ਕੇ ਨੌ ਕੱਟੇ ਉਹਨਾਂ ਦੇ। ਇਹ ਸੱਚੀ ਆਨੰਦ ਬੜਾ ਆਇਆ ਮੈਨੂੰ, ਬੜਾ ਆਨੰਦ ਆਇਆ। ਸੇਵਾ ਦਾ ਮੈਂ ਇੱਕ ਮਹਿਸੂਸ ਕਰਦਾ ਹਾਂ ਕਿ ਸੇਵਾ ਕਰਨੀ, ਉਹ ਪਤਾ ਨਹੀਂ ਉਹ ਪਰਮਾਤਮਾ ਮੈਨੂੰ ਪਤਾ ਨਹੀਂ ਉਹ ਬਜ਼ੁਰਗ ਤੇ ਚਲੋ ਉਹ ਆਪਣੀ ਜਗ੍ਹਾ ਸੀ, ਪਰ ਮੈਂ ਨਹੀਂ ਸੋਚਿਆ ਕਿ ਮੈਨੂੰ ਪੁੰਨ ਪੰਨ ਮਿਲੇ। ਮੈਨੂੰ ਜਸਟ ਹੀ ਲੱਗਾ ਕਿ ਮੈਂ ਅਸਲ ਸੁਣੀਆਂ ਹੀ ਗੱਲਾਂ, ਸੇਵਾ ਕਰਨੀ, ਸੇਵਾ ਕਰੋ ਤੇ ਉਹ ਉਸ ਐਸੇ ਸ਼ਖਸ ਤੇ ਮੈਂ ਪੈਰ ਧੋਤੇ, ਝਾਵਾਂ ਮਾਰਿਆ, ਪੈਰ ਸਾਫ਼ ਕੀਤੇ, ਮੈਨੂੰ ਬੜਾ ਚੰਗਾ ਲੱਗਾ। ਇਹ ਤਾਂ ਮੈਨੂੰ ਜਿਹੜੇ ਮੇਰੇ ਅੰਦਰ ਇੱਕ ਐਸਾ ਮੈਨੂੰ ਸੰਤੁਸ਼ਟੀ ਮਿਲ ਗਈ। ਇਹ ਨਹੀਂ ਕਿ ਮੈਂ ਕੋਈ ਸੇਵਾ ਕੀਤੀ ਜਾਂ ਉਸ ਮਤਲਬ ਕਿ ਮੈਨੂੰ ਕੁਝ ਚਾਹੀਦਾ ਸੀ, ਬਸ ਸੇਵਾ ਇੱਕ ਐਸੀ ਚੀਜ਼ ਹੈ। ਬਾਣੀ ਵੀ ਕਹਿੰਦੇ ਆ, ਉਹ ਸੇਵਾ ਦੀ ਗੱਲ ਕਰਦੇ ਆ, ਕਹਿੰਦੇ ਆ ਸੋ ਦਾ ਮਤਲਬ ਕੇਵਲ, ਜਪ ਦਾ ਮਤਲਬ ਜਾਪ, ਤਪ ਦਾ ਮਤਲਬ ਤਪੱਸਿਆ ਕਾਲਣਾ, ਸੇਵਾ ਦਾ ਮਤਲਬ ਸੇਵਾ, ਤੇ ਚਾਕਰੀ ਦੀ ਮਤਲਬ ਚਾਕਰੀ। ਠੀਕ ਹੈ ਜੀ, ਬਿਲਕੁਲ। ਨੌਕਰੀ, ਸੇਵਾ, ਕੰਮ ਆਪਾਂ ਜੋ ਵੀ ਚਾਕਰੀ ਕਰਦੇ ਆ, ਕਹਿੰਦੇ ਉਹ ਖਸਮੇ ਪਾਵੇ। ਕੇਵਲ ਇੱਕ 4 ਚੀਜ਼ਾਂ ਸਮਝਾਤੀਆਂ ਨੇ, ਜਪ, ਤਪ, ਸੇਵਾ, ਚਾਕਰੀ। ਇਹ ਨਹੀਂ ਕਿ ਤੂੰ ਜੋ ਮਰਜ਼ੀ ਕਰਨਾ ਸ਼ੁਰੂ ਕਰ ਦੇ, ਕੇਵਲ ਉਹੀ ਕਾਮਯਾਬ ਹੋਣਾ ਵਾ ਜਿਹੜਾ ਪਰਮਾਤਮਾ ਨੂੰ ਪਾਉਂਦਾ ਹੈ। ਆਪਾਂ ਕੀ ਕਰ ਰਹੇ ਹਾਂ ਗੋਰਕੀ ਸਾਹਿਬ, ਆਪਾਂ ਕਰ ਰਹੇ ਹਾਂ, ਦੇਖੋ ਖਸਮੇ ਦੀ ਜਗ੍ਹਾ ਤੇ ਆਪਾਂ ਮਨ ਲਾਤਾ, ਜੋ ਆਪਾਂ ਤੇ ਆਪਣੇ ਮਨ ਜੋ ਕਹਿੰਦਾ ਹੈ ਉਹ ਕਰਦੇ ਹਾਂ, ਜੋ ਆਪਣੇ ਮਨ ਨੂੰ ਭਾਵੇ, ਜੋ ਮਨ ਨੂੰ ਭਾਵੇ ਆਪਾਂ ਇਹ ਕੰਮ ਕਰ ਰਹੇ ਹਾਂ। ਇਹ ਤੇ ਲਿਖਿਆ ਜੋ ਖਸਮੇ ਭਾਵੇ, ਮਾਲਕ ਨੂੰ ਜੋ ਪਾਉਂਦਾ ਹੈ, ਬਸ ਆਹ ਚੀਜ਼ ਹੈ। ਹਾਂਜੀ ਹਾਂਜੀ, ਹਾਂ ਠੀਕ ਹੈ ਜੀ। ਤੇ ਹਾਂਜੀ, ਆਪੇ ਮੇਲ ਲੈ ਆਪਤ ਗਵਾਵੇ। ਅੱਗੇ ਮਾਲਕ ਨੇ, ਦੇਖੋ ਜੇ ਆਪਾਂ ਉਸ ਮਾਲਕ ਨੂੰ, ਜਿਹੜੀ ਚਾਕਰੀ ਮਾਲਕ ਨੂੰ ਪਾਉਂਦੀ ਹੈ, ਜਿਹੜਾ ਜਪ ਤਪ ਸੇਵਾ ਜੋ ਮਾਲਕ ਨੂੰ ਪਾਉਂਦਾ, ਜੇ ਆਪਾਂ ਕਰਦੇ ਹਾਂ ਜੋ ਖਸਮ ਨੂੰ ਪਾਉਂਦਾ ਹੈ, ਤੇ ਫਿਰ ਤਾਂ ਖਸਮ ਨੇ ਖੁਸ਼ ਹੋ ਹੀ ਜਾਣਾ ਹੈ। ਉਹਨੇ ਥੋੜੀ ਨਾ ਦੇਖਣਾ ਹੈ ਕਿ ਆਪਾਂ ਜਿਹੜੇ ਹੈਗੇ ਕਿੰਨੇ ਕਿ ਆਪਾਂ ਨੈਗੇਟਿਵ ਹੈ, ਕਿੰਨੇ ਕਿੱਥੇ ਕ ਬੈਠੇ ਹੋਏ ਕਿ ਕਹਿੰਦਾ ਬਸ ਉਹਨੇ ਤਾਂ ਬੱਚਾ ਰੋ ਪਿਆ, ਉਹਨੇ ਥੋੜਾ ਨਾ ਦੇਖਾ ਕਿੰਨਾ ਲਿਬੜਿਆ ਤਿਬੜਿਆ ਹੈਗਾ, ਉਹਨੇ ਚੱਕ ਲੈਣਾ ਗੋਦੀ। ਆਪੇ ਬਖਸ਼ੇ ਮੇਲ ਲੈ ਆਫਤ ਗਵਾਵੇ, ਉਹਨੇ ਆਪ ਜਿਹੜੀ ਹੈਗੀ ਆ ਆਪਣੇ ਅੰਦਰੋਂ ਹਉਮੈ ਜਿਹਦੇ ਨਾਲ ਆਪਾਂ ਵਿਛੜੇ ਹੋਏ ਆ, ਉਹਨੇ ਗਵਾ ਦੇਣੀ ਆ ਮਾਲਕ ਪਰਮਾਤਮਾ ਨੇ। ਹਾਂਜੀ ਵੀਰ ਜੀ, ਹਾਂ ਬਿਲਕੁਲ ਠੀਕ ਹੈ ਜੀ। ਤੇ ਉਹ ਕਹਿੰਦੇ ਉੱਪਰਲੀ ਲਾਈਨ ਪੂਰੀ ਕਰ ਲਓ ਤੇ ਤੁਹਾਡਾ ਕੰਮ ਹੋ ਜਾਊਗਾ। ਬਸ ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ ਸਿੱਧੀ ਗੱਲ ਹੈ, ਉੱਪਰਲੀ ਲਾਈਨ ਹੈ। ਨੌਕਰੀ ਵੀ ਤੁਹਾਡੀ ਆ ਗਈ, ਤੇ ਨੌਕਰੀ ਵੀ ਉਹ ਕਹਿੰਦੇ ਆ ਕਿ ਖਸਮ ਦੀ ਨੌਕਰੀ ਤੇ ਇਹੋ ਹੀ ਆ, ਕਹਿੰਦਾ ਜੇ ਤੂੰ ਜੁੱਤੀਆਂ ਗੰਢਣ ਦਾ ਕੰਮ ਕਰਦਾ ਤੇ ਧਿਆਨ ਨਾਲ ਜੁੱਤੀਆਂ ਗੰਢ ਬਸ, ਬੇਈਮਾਨੀ ਨਾ ਕਰ। ਜੇ ਤੈਨੂੰ ਮੈਂ ਅਫਸਰ ਬਣਾਤਾ ਤੇ ਤੂੰ ਅਫਸਰੀ ਦੀ ਡਿਊਟੀ ਨਿਭਾ ਪੂਰੀ, ਜੋ ਤੈਨੂੰ ਡਿਊਟੀ ਮਿਲੀ ਆ। ਚਾਕਰੀ ਦਾ ਮਤਲਬ ਇਹੋ ਹੀ ਆ, ਤੂੰ ਇੱਕ ਔਰਤ ਆ, ਪਤਨੀ ਆ, ਤੇ ਤੇਰੀ ਚਾਕਰੀ ਕੀ ਆ? ਤੇਰਾ ਇੱਕ ਚੰਗੀ ਪਤਨੀ ਹੋਣਾ, ਇੱਕ ਪਤੀ ਆ। ਤੇਰੀ ਚਾਕਰੀ ਕੀ ਆ? ਤੂੰ ਇੱਕ ਚੰਗਾ ਪਤੀ ਹੋਣਾ ਹੈ। ਇਹੋ ਹੀ ਪਰਮਾਤਮਾ ਚਾਹੁੰਦਾ। ਭਾਵੇਂ ਕੀ ਆ, ਪਰਮਾਤਮਾ ਕੀ ਚਾਹੁੰਦਾ ਤੁਹਾਡੇ ਤੋਂ? ਕੁਛ ਵੀ ਚਾਹੁੰਦੇ ਹੋ। ਉਹ ਕਹਿੰਦਾ ਕਿ ਜਿਹੜਾ ਕਰੈਕਟਰ ਤੈਨੂੰ ਮਿਲਿਆ ਉਹਨੂੰ ਪ੍ਰੋਪਰਲੀ ਪਲੇ ਕਰ, ਬਸ ਚੀਟਿੰਗ ਨਹੀਂ ਕਰਨੀ। ਜੇ ਤੂੰ ਚੀਟਿੰਗ ਕਰਦਾ ਤੇ ਫਿਰ ਮੈਨੂੰ ਨਹੀਂ ਪਾਉਣਾ, ਫਿਰ ਉਹ ਕ੍ਰਾਈਟੇਰੀਆ ਚ ਨਹੀਂ ਆ ਰਿਹਾ। ਆ ਕੇਵਲ ਤੇ ਲਿਖਿਆ ਉਹਨਾਂ ਨੇ, ਸਿੱਧੀ ਤੇ ਗੱਲ ਹੈ। ਸੋ ਦਾ ਮਤਲਬ ਕੇਵਲ। ਉਹ ਕਹਿੰਦੇ ਭਗਤੀ ਵੀ ਉਹ ਕਰਨੀ ਆ ਜਿਹੜੀ ਪਰਮਾਤਮਾ ਨੂੰ ਪਾਉਂਦੀ ਆ, ਤਪ ਵੀ ਉਹ ਕਰਨੀ ਆ, ਕਾਲਣਾ ਵੀ ਉਹ ਕਾਲ ਜਿਹੜੀ ਉਹਨੂੰ ਭਾਵੇ, ਤੇ ਸੇਵਾ ਵੀ ਤੂੰ ਉਹ ਕਰੀ। ਸੇਵਾ ਦਾ ਮਤਲਬ ਸਮਝਦੇ ਮੇਰੀ ਗੱਲ? ਉਹ ਕਹਿੰਦਾ ਕਿ ਤੂੰ ਪਹਿਲਾਂ ਆਪਣੇ ਘਰ ਕਰ ਲੈ, ਐਵੇਂ ਗੁਰਦੁਆਰਿਆਂ 'ਚ ਜਾ ਕੇ ਝਾੜੂ ਘੱਟ ਮਾਰ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਕਈ ਲੋਕ ਵੇਖੇ ਆ,
ਉੱਥੇ ਜਾ ਕੇ ਹਸਪਤਾਲਾਂ 'ਚ ਜਾ ਕੇ ਲੋਕਾਂ ਦਾ ਗੰਦ ਚੁੱਕੀ ਜਾਂਦੇ ਆ ਤੇ ਉਹ ਘਰੇ ਉਹਨਾਂ ਦੇ ਬਜ਼ੁਰਗ ਵਿਚਾਰੇ ਉੱਤੇ ਬੈੱਡ ਤੇ ਬੈਠੇ ਹੁੰਦੇ। ਸੇਵਾ ਦਾ ਮਤਲਬ ਸਭ ਤੋਂ ਪਹਿਲਾਂ ਤੇ ਤੁਸੀਂ ਆਪਣੇ ਵੇਖੋ, ਆਪਣੇ ਆਪ ਨੂੰ। ਮੈਂ ਤੇ ਤੁਹਾਨੂੰ ਦੂਰ ਕਿਤੇ ਜਾਣ ਹੀ ਨਹੀਂ ਦਿੰਦਾ। ਮੈਂ ਤੇ ਕਹਿੰਦਾ ਪਹਿਲੀ ਗੱਲ ਤੇ ਤੁਸੀਂ ਆਪਣੇ ਆਪ ਲਈ ਜੇਕਰ ਵਫਾਦਾਰ ਨਹੀਂ, ਜੋ ਆਪਣੇ ਸਰੀਰ ਦੇ ਪ੍ਰਤੀ ਵਫਾਦਾਰ ਨਹੀਂ ਜੇ, ਤੇ ਦੂਜੇ ਨੂੰ ਤੁਸੀਂ ਕੀ ਕਰਨਾ। ਵੈਸੇ ਜਹਾਜ਼ ਤੇ ਬਈਏ ਤੇ ਜਹਾਜ਼ ਤੇ ਕਹਿੰਦੇ ਸਭ ਤੋਂ ਪਹਿਲਾਂ ਕਹਿੰਦੇ ਆ, ਕਹਿੰਦਾ ਕਿ ਦੂਜੇ ਦੀ ਬੈਲਟ ਲਾਉਣ ਤੋਂ ਪਹਿਲਾਂ ਤੂੰ ਆਪਣੀ ਸੀਟ ਬੈਲਟ ਲਾ। ਨਿੱਜਾ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ। ਦੇਖੋ ਕਿੱਡੀ ਸੋਹਣੀ ਗੱਲ ਕਰੋ। ਕਹਿੰਦੇ ਤੇਰਾ ਬੱਚਾ ਹੈਗਾ, ਤੇਰਾ ਛੋਟੇ ਬੱਚੇ ਹੈਗੇ, ਪਰ ਨਹੀਂ, ਪਹਿਲਾਂ ਬੈਲਟ ਤੂੰ ਆਪਣੀ ਲਾਉਣੀ, ਕਿਉਂਕਿ ਜੇ ਤੂੰ ਸੇਫ ਹੋਏਗਾ ਤਾਂ ਤੂੰ ਦੂਜੇ ਨੂੰ ਬਚਾ ਵੀ ਲਵੇਂਗਾ। ਜੇ ਤੂੰ ਹੁਣ ਲੋਕੀ ਆਮ ਹੀ ਲੋਕੀ ਕਹੀ ਜਾਂਦੇ ਉਹ ਨਹੀਂ ਸੁਧਰਦਾ, ਉਹ ਨਹੀਂ ਸੁਧਰਦਾ। ਬਾਣੀ ਤੇ ਕਹਿੰਦੀ ਕਿ ਪਹਿਲਾਂ ਤੂੰ ਆਪਣੇ ਆਪ ਨੂੰ ਸੁਧਾਰ, ਕਿਉਂਕਿ ਦੂਜੇ ਤੇਰੀ ਰਿਫਲੈਕਸ਼ਨ ਹੈ, ਤੇਰੇ ਵੱਲ ਵੇਖ ਕੇ ਉਹਨੇ ਆਪੇ ਸੁਧਰ ਜਾਣਾ। ਕਿਉਂਕਿ ਸਮਾਜ ਸਾਡੇ ਤੋਂ ਵੱਖ ਨਹੀਂ ਹੈਗਾ, ਪਰ ਸਮਾਜ 'ਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਆ, ਕਈ ਲੋਕਾਂ ਨੂੰ ਕਹਿੰਦੇ ਬਦਲੀਏ, ਲੋਕੀ ਬਦਲਣ, ਲੋਕੀ ਚੰਗੇ ਹੋ ਜਾਣ। ਕਿਸੇ ਨੇ ਨਹੀਂ ਚੰਗੇ ਹੋਣਾ ਜਿੰਨਾ ਚਿਰ ਤੱਕ ਅਸੀਂ ਚੰਗੇ ਨਹੀਂ ਹੁੰਦੇ। ਅਸੀਂ ਚੰਗੇ ਹੋ ਗਏ ਤੇ ਦੁਨੀਆ ਆਪੇ ਬਦਲ ਜਾਣੀ। ਦੁਨੀਆ ਸਾਡੇ ਤੋਂ ਵੱਖ ਨਹੀਂ ਹੈਗੀ। ਹਾਂਜੀ ਨਿੱਜਾ ਸਾਹਿਬ, ਆਪਣੀ ਦੇਖਣ ਵਾਲੀ ਐਨਕ ਹੀ ਬਦਲ ਜਾਣੀ ਹੈ ਤੇ ਆਪਾਂ ਨੂੰ ਸਾਰੇ ਹੀ ਚੰਗੇ ਲੱਗਣੇ ਫਿਰ। ਹਾਂ, ਕੋਈ ਵੀ ਗਲਤ ਨਹੀਂ ਹੈਗਾ ਨਿੱਜਾ ਸਾਹਿਬ, ਕੇਵਲ ਸਾਡਾ ਵੇਖਣ ਦਾ ਤਰੀਕਾ ਹੀ ਗਲਤ ਹੈ। ਹਾਂਜੀ ਅੱਗੇ ਹੈਗਾ ਬਈ, ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੇ। ਇਸ ਤਰੀਕੇ ਦੇ ਨਾਲ ਪਰਮਾਤਮਾ ਜਿਹੜੇ ਹੈਗੇ ਆਪਣੀ ਜਿਹੜੀ ਹੈਗੀ ਹੈ, ਹਾਂ, ਆਤਮਾ ਦੇ ਵਿੱਚ ਜਿਹੜੀ ਹੈਗੀ, ਉਸ ਜੋਤ ਦੇ ਵਿੱਚ ਆਪਣਾ ਮਨ ਸੁਰਤ ਦੇ ਦੁਆਰਾ ਟਿਕ ਜਾਂਦਾ, ਜਾ ਕੇ ਟਾਰਗੇਟ ਪੂਰਾ ਹੋ ਜਾਂਦਾ ਹੈ ਆਪਣਾ, ਤੇ ਫਿਰ ਦੁਬਾਰਾ ਜਿਹੜਾ ਹੈਗਾ ਵਿਛੜ ਨਹੀਂ ਸਕਦਾ। ਉਹ ਇੱਕ ਵਾਰੀ ਮਿਲ ਗਿਆ, ਬੂੰਦ ਸਾਗਰ ਦੇ ਵਿੱਚ ਚਲੀ ਗਈ, ਫਿਰ ਦੁਬਾਰਾ ਨਹੀਂ, ਉਹ ਤਾਂ ਸਾਗਰ ਦਾ ਰੂਪ ਹੀ ਹੋ ਜਾਂਦਾ ਹੈ। ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੇ। ਇਸ ਗੱਲ ਨੂੰ ਜਿਹੜਾ ਹੈਗਾ ਬੁੱਝਣਾ ਹੈ ਬ੍ਰਹਮ ਗਿਆਨ ਦੇ ਦੁਆਰਾ, ਬ੍ਰਹਮ ਗਿਆਨੀਆਂ ਦੇ ਦੁਆਰਾ, ਗੁਰੂ ਦੀ ਮੱਤ ਦੇ ਦੁਆਰਾ ਆਪਾਂ ਬੁੱਝ ਸਕਦੇ ਹਾਂ, ਗੁਰੂ ਦੇ ਪ੍ਰਸਾਦ ਦੇ ਦੁਆਰਾ ਬੁੱਝ ਸਕਦੇ ਹਾਂ। ਕਿਉਂਕਿ ਬਾਣੀ ਦੇਖੋ ਕਈ ਜਗ੍ਹਾ ਹੁੰਦਾ, ਦੇਖੋ ਇੱਕ ਓਂਕਾਰ ਸਤਿਗੁਰ ਪ੍ਰਸਾਦ, ਬਸ ਇੰਨਾ ਹੀ ਲਿਖਿਆ। ਇੱਕ ਕਿਹਾ ਮਾਲਕ ਪਰਮਾਤਮਾ, ਉਹ ਓਂਕਾਰ, ਉਹ ਧੁਨ ਰੂਪ ਹੈ, ਸ਼ਬਦ ਰੂਪ ਹੈ ਮਾਲਕ ਪਰਮਾਤਮਾ, ਔਰ ਸਾਰਾ ਖਲਾਰਾ ਉਸੇ ਦਾ ਹੈਗਾ। ਉਹਨੇ ਮਿਲਣਾ ਹੈ ਸਤਿਗੁਰ ਪ੍ਰਸਾਦ, ਬਸ ਸਤਿਗੁਰੂ ਦੇ ਪ੍ਰਸਾਦ ਦੇ ਨਾਲ ਮਿਲਣਾ ਹੈ ਉਹ ਮਾਲਕ ਪਰਮਾਤਮਾ ਨੇ। ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨ ਦੇ ਦੁਆਰਾ ਮਿਲਣਾ ਹੈ ਉਹਨੇ। ਉਹੀ ਇੱਥੇ ਲਿਖਿਆ ਹੋਇਆ, ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੇ। ਇੱਥੇ ਵੀ ਦਾਵਾ ਨਾ ਕਰੀ ਵੀ ਮੈਂ ਭਗਤੀ ਕਰ ਰਿਹਾ, ਮੈਂ ਧਿਆਨ ਸਿਮਰਨ ਕਰ ਰਿਹਾ ਹਾਂ। ਨਾ ਨਾ ਨਾ, ਮਾਲਕ ਪਰਮਾਤਮਾ ਦੀ ਮਿਹਰ ਆ ਪਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਟੁੱਟ ਗਿਆ, ਜਿਹੜਾ ਤੂੰ ਧਿਆਨ ਸਿਮਰਨ ਦੇ ਵਿੱਚ ਬੈਠਣ ਲੱਗ ਗਿਆ ਆ, ਬਸ ਉਹਨੇ ਮਿਹਰ ਕਰ ਦੇਣੀ ਹੈ, ਤੈਨੂੰ ਆਪਣੇ ਨਾਲ ਮਿਲਾ ਲੈਣਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਕਹਿੰਦੇ ਬਾਣੀ ਕਹਿ ਰਹੀ ਆਪਾਂ ਨੂੰ, ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੇ। ਹਾਂ, ਉਹ ਕਹਿੰਦੇ ਜਦੋਂ ਬੂੰਦ ਪਾਣੀ ਦੇ ਵਿੱਚ ਚਲ ਗਈ, ਸਾਗਰ 'ਚ ਚਲ ਗਈ, ਉਹ ਵਾਪਸ ਨਹੀਂ ਕੱਢੀ ਜਾ ਸਕਦੀ। ਉਹ ਬਹੁਤ ਮੁਸ਼ਕਲ ਹੈ। ਜਦੋਂ ਵੀ ਤੁਸੀਂ ਆਤਮਾ 'ਚ ਚਲ ਗਏ ਨਾ, ਕਈ ਲੋਕ ਕਹਿੰਦੇ ਨਾ ਕਿ ਬਈ ਮੇਰੀ ਬੜੀ ਵਧੀਆ ਅਵਸਥਾ ਬਣ ਗਈ ਸੀ, ਹੁਣ ਟੁੱਟ ਗਈ। ਮੈਂ ਤੁਹਾਡੀ ਬਣੀ ਨਹੀਂ, ਕਿਉਂਕਿ ਉਹ ਕੋਈ ਅਵਸਥਾ ਜਿੱਦਾਂ ਨਿੱਜੇ ਸਾਹਿਬ ਮੈਂ ਕੋਈ 50 ਮੰਜ਼ਿਲ ਤੇ ਚੜ ਜਾਵਾਂ, ਉਹ ਮੇਰੀ ਮਰਜ਼ੀ ਆ, ਮੈਂ ਉੱਤੇ ਨਾ ਜਾਵਾਂ, ਪਰ ਮੈਂ 50ਵੀਂ ਮੰਜ਼ਿਲ ਤੋਂ ਥੱਲੇ ਨਹੀਂ ਆ ਸਕਦਾ। ਇਹ ਸਾਧਨਾ ਏਦਾਂ ਦੀ ਆ। ਤੁਸੀਂ ਜਿੰਨਾ ਤੁਹਾਡੀ ਅਵਸਥਾ ਉੱਚੀ ਹੋ ਗਈ ਨਾ, ਤੁਸੀਂ ਉੱਥੇ ਲੈਵਲ ਤੇ ਚਲ ਗਏ ਜੋ, ਉੱਥੋਂ ਡਿੱਗ ਨਹੀਂ ਸਕਦੇ ਤੁਸੀਂ। ਬਹੁਤ ਵਧੀਆ ਜੀ। ਹਾਂ, ਇਹ ਆ ਕਿ ਤੁਸੀਂ ਉੱਤੇ ਨਾ ਚੜੋ, ਵੱਖਰੀ ਗੱਲ ਆ। ਉੱਤੇ 50 ਮੰਜ਼ਿਲਾਂ 40 ਮੰਜ਼ਿਲਾਂ ਉਹ ਟੌਪ ਤੇ ਨਹੀਂ ਜਾਣਾ, ਉਹ ਤੁਹਾਡੀ ਮਰਜ਼ੀ ਆ। ਪਰ ਜਿੱਥੇ ਤੁਸੀਂ ਪਹੁੰਚ ਗਏ ਜੋ, ਉੱਥੇ ਤੁਸੀਂ ਰਹੋਗੇ। ਉਹ ਅਵਸਥਾ ਤੁਹਾਡੇ ਤੋਂ ਕੋਈ ਨਹੀਂ ਜਾ ਸਕਦੀ, ਕਿਉਂਕਿ ਤਰੀਕਾ ਹੀ ਨਹੀਂ ਹੈਗਾ ਕੋਈ। ਬਿਲਕੁਲ ਅਨਵਾਇੰਟ ਨਹੀਂ ਕੀਤਾ ਜਾ ਸਕਦਾ। ਠੀਕ ਹੈ ਜੀ। ਹਾਂ, ਇਹ ਚੀਜ਼ ਦਾ ਧਿਆਨ ਰੱਖਣਾ ਹੈ। ਪਰ ਜੇ ਕੋਈ ਕਹਿੰਦਾ ਨਾ ਕਿ ਮੇਰੀ ਅਵਸਥਾ ਟੁੱਟ ਗਈ, ਇਹਦਾ ਮਤਲਬ ਅਵਸਥਾ ਮਿਲੀ ਨਹੀਂ ਸੀ। ਹਾਂਜੀ, ਕਾਫੀ ਲੋਕ ਏਦਾਂ ਕਹਿੰਦੇ। ਅੱਗੇ ਚੱਲੀਏ। ਹਾਂਜੀ, ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੇ। ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੇ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ, ਗੁਰੂ ਦੇ ਪ੍ਰਸਾਦ ਦੇ ਨਾਲ, ਬ੍ਰਹਮ ਗਿਆਨ ਦੇ ਦੁਆਰਾ, ਜਿਹੜੀ ਸਾਧ ਸੰਗਤ ਦੇ ਦੁਆਰਾ, ਉਹੀ ਬੁਝ ਸਕਦਾ ਹੈ ਜਿਹਨੂੰ ਮਾਲਕ ਬੁਝਾਉਂਦਾ ਹੈ। ਮਾਲਕ ਤਾਂ ਹਰੇਕ ਨੂੰ ਬੁਝਾਉਂਦਾ ਹੈ ਭਾਈ। ਜਿਹੜੀ ਧਰਤੀ ਜਿਹੜੀ ਹੈਗੀ ਉਹ ਹੁੰਦੀ ਹੈ ਬੀਜ ਦੇ ਲਾਇਕ। ਬੀਜ ਆਪਣੇ ਹੱਥ ਦੇ ਵਿੱਚ ਹੈਗਾ ਭਾਈ, ਧਰਤੀ ਬਣਾਉਣੀ ਆ, ਜੇ ਧਿਆਨ ਸਿਮਰਨ ਨੇ ਧਰਤੀ ਬਣਾ ਦੇਣੀ ਆ, ਔਰ ਆਪਣੇ ਆਪ ਜਿਹੜੀ ਹੈ ਫਸਲ ਉਗ ਜਾਣੀ। ਹਾਂਜੀ ਗੋਪੀ। ਬਿਲਕੁਲ ਠੀਕ ਹੈ ਜੀ। ਹੁਣ
ਹੁਣ ਆਪ ਬੁਝਾਵੇ ਤੇ ਮਤਲਬ ਕਿ ਹੁਣ ਆਪਾਂ ਜੇ ਬੈਠੇ ਆ ਤੇ ਇਹ ਤੇ ਉਹਦੀ ਕਿਰਪਾ ਹੀ ਆ। ਅਸੀਂ ਕਿੱਥੋਂ ਬਹਿ ਸਕਦੇ? ਬਿਲਕੁਲ। ਦੱਸੋ ਪ੍ਰੈਕਟੀਕਲੀ ਪੋਸੀਬਲ ਹੈਗਾ? ਇਟਸ ਨਾਟ ਪੋਸੀਬਲ। ਤੇ ਇਹਦਾ ਮਤਲਬ ਹੈ ਕਿ ਉਹ ਕੋਈ ਬੰਦਾ ਕਿੱਥੇ ਬੈਠਾ, ਕੋਈ ਕਿੱਥੇ ਬੈਠਾ, ਤੂੰ ਇਕੱਠੇ ਕਰਕੇ ਉਹ ਸਾਰਿਆਂ ਨੂੰ ਇੱਕ ਜਗ੍ਹਾ ਬਾਤਾ ਵਾ ਤੇ ਇਹ ਉਹਦੀ ਕਿਰਪਾ ਹੀ ਆ। ਆਪ ਹੀ ਤੇ ਬੁਝਾਉਂਦੇ ਆ। ਔਰ ਸੰਗਤ ਤੇ ਨਿੱਜਰ ਸਭ ਉਹਨਾਂ ਚਿਰ ਮਿਲ ਨਹੀਂ ਸਕਦੀ ਜਿੰਨਾ ਚਿਰ ਉਹਦੀ ਕਿਰਪਾ ਨਾ ਹੋਊਗੀ। ਉਹ ਜੀ ਸੰਗਤ ਜਿੰਨੀ ਮਰਜ਼ੀ ਮਿਲ ਜੇ, ਪਰ ਆਤਮ ਤੱਤ ਵਾਲੀ ਸੰਗਤ ਉਹਨਾਂ ਚਿਰ ਨਹੀਂ ਮਿਲਦੀ ਜਿੰਨਾ ਚਿਰ ਪ੍ਰਮਾਤਮਾ ਦੀ ਕਿਰਪਾ ਨਾ ਹੋਵੇ। ਔਰ ਮੈਂ ਵੇਖਿਆ ਵਾ ਕਾਫੀ ਜ਼ਿਆਦਾ ਇਹਦੇ ਪਿੱਛੇ ਇਹ ਚੀਜ਼ ਨੂੰ ਸਮਝਣ ਦੀ ਆਸਾਨ ਨਹੀਂ ਹੈ ਕੰਮ। ਇਹ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ ਤੇ ਫੇਰ ਹੀ ਸੰਗਤ ਮਿਲਦੀ। ਉਹ ਤਾਂ ਚੰਗੀ ਸੰਗਤ ਜਿੰਨਾ ਚਿਰ ਦੇਖੋ, ਮੈਂ ਇੱਕ ਚੀਜ਼ ਨੂੰ ਆਪ ਸਮਝਾਉਣਾ ਚਾਹੁੰਦਾ। ਕਈ ਬੰਦੇ ਕਹਿੰਦੇ ਆ ਨਾ ਕਿ ਉਹ ਵੀ ਸਾਨੂੰ ਰੱਬ ਲੱਭਦਾ ਨਹੀਂ। ਉਹ ਇਹ ਝੂਠ ਆ, ਉਹ ਲੋਕ ਝੂਠ ਬੋਲਦੇ ਹੋ। ਉਹਦਾ ਕਾਰਨ ਪਤਾ ਕੀ ਆ? ਅੰਦਰ ਤੜਫ ਨਹੀਂ ਹੈਗੀ। ਨਹੀਂ ਤੇ ਤੁਸੀਂ ਆਪ ਜਸਟ ਸੋਚੋ, ਉਹ ਪ੍ਰਮਾਤਮਾ ਦਾ ਆਪਾਂ ਪਹਿਲਾਂ ਬਾਣੀ ਪੜ੍ਹੀ, ਕਹਿੰਦੇ ਪ੍ਰਮਾਤਮਾ ਦਾ ਤਰਾਜੂ ਆ, ਉਹ ਬਰਾਬਰ ਜੋਗਦਾ ਵਾ। ਏਦਾਂ ਨਹੀਂ ਹੋ ਸਕਦਾ ਕਿ ਤੁਹਾਡੇ ਅੰਦਰ ਤੜਫ ਹੋਵੇ ਤੇ ਤੁਹਾਨੂੰ ਉਹ ਗਿਆਨ ਹੀ ਨਾ ਪ੍ਰਾਪਤ ਹੋਵੇ। ਇਟ ਇਜ਼ ਨਾਟ ਟਰੂ। ਇਹ ਝੂਠ ਮਾਰਦੇ ਨੇ ਲੋਕ। ਇਟ ਇਜ਼ ਟੋਟਲੀ ਰੋਂਗ। ਜਦੋਂ ਵੀ ਕਿਸੇ ਬੰਦੇ ਦੇ ਅੰਦਰ ਉਹ ਮਤਲਬ ਭਾਵਨਾ ਪੈਦਾ ਹੋਗੀ ਨਾ, ਤੇ ਤੁਹਾਡੀ ਆਤਮਾ ਨੇ ਆਟੋਮੈਟਿਕਲੀ ਤੁਹਾਨੂੰ ਸੰਗਤ ਤੇ ਲੈ ਜਾਣਾ। ਇੱਕ ਸਿੰਪਲ ਜੀ ਚੀਜ਼ ਯਾਦ ਰੱਖਿਓ, ਅਦਰਵਾਈਜ਼ ਤੁਹਾਡੀ ਆਤਮਾ ਨੇ ਤੁਹਾਨੂੰ ਲੈ ਕੇ ਨਹੀਂ ਜਾਣਾ। ਔਰ ਉਹਨੇ ਕਹਿਣਾ ਕਿ ਹਾਂ ਬਈ ਇੱਥੇ ਪਹੁੰਚ ਜਾ। ਉਹ ਇੱਕ ਕ੍ਰਾਈਟੇਰੀਆ ਪ੍ਰਮਾਤਮਾ ਨੇ ਬਣਾਇਆ, ਔਰ ਉੱਥੇ ਉਹ ਸਾਰਾ ਕੁਝ ਉੱਥੇ ਤੇ ਰੰਗ ਚੜਿਆ ਹੁੰਦਾ ਵਾ। ਉੱਥੇ ਜਿਹੜਾ ਵੀ ਜਾਊਗਾ ਤੇ ਉਹਦੇ ਤੇ ਵੀ ਰੰਗ ਪੈ ਜਾਣਾ। ਉਹ ਸਾਰੇ ਇਕੱਠੇ ਇੱਕੋ ਹੀ ਰੰਗ ਚ ਰੰਗੇ ਜਾਂਦੇ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਅੱਗੇ ਆ ਗਈ ਪੌੜੀ। ਦੇਖ ਲਓ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ, ਸ਼ਲੋਕ ਹੀ ਜਿਹੜੇ ਹੈਗੇ ਉਹਨਾਂ ਨੂੰ ਦੇਖ ਲਓ। ਆਪਾਂ ਸ਼ਲੋਕ ਨੂੰ ਖੋਲਣ ਵਾਸਤੇ ਇੰਨਾ ਸਮਾਂ ਲੱਗ ਗਿਆ, ਤੇ ਪੌੜੀ ਦੇਖ ਲਓ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਪੌੜੀ ਦੇ ਵਿੱਚ ਕੀ ਹੋਊਗਾ? ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ। ਦੇਖ ਲਓ ਭਾਈ, ਹੁਣ ਮਹਾਰਾਜ ਕੀ ਕਹਿ ਰਹੇ ਆ? ਚੌਥੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜੇ ਤੂੰ ਨਹੀਂ ਮੰਨ ਰਿਹਾ, ਜੇ ਤੂੰ ਮਨ ਦੇ ਪਿੱਛੇ ਹੀ ਜਾ ਰਿਹਾ ਆ ਪਿਆਰਿਆ, ਤੇ ਦੇਖ ਲੈ ਪਿਆਰਿਆ, ਲੇਖੇ ਦੇ ਵਿੱਚ ਹੈਗਾ। ਦੇਖ ਲਿਖਤ ਬਣੀ ਜਾ ਰਹੀ ਹੈ, ਤੇਰੀ ਲਿਖਤ ਬਣੀ ਜਾ ਰਹੀ ਹੈ। ਤੈਨੂੰ ਭੁਗਣੀ ਪੈਣੀ ਆ। ਇਹ ਕੰਡੇ ਬੀਜੀ ਜਾ ਰਹੇ ਆ, ਤੈਨੂੰ ਚੁਗਣੇ ਪੈਣੇ ਆ ਪਿਆਰਿਆ, ਤੈਨੂੰ ਚੁਗਣੇ ਪੈਣੇ ਆ। ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ। ਮਨਮੁਖ ਅਹੰਕਾਰੀ ਸਿਰਫ ਗੁਰਮੁਖ ਜਿਹੜੇ ਹੈਗੇ, ਜਿਹੜੇ ਨਾਮ ਅਭਿਆਸੀ ਜਿਹੜੇ ਹੈਗੇ, ਉਹਨਾਂ ਦੀ ਲਿਖਤ ਮਿਟ ਜਾਂਦੀ ਆ ਭਾਈ। ਇਹਦੇ ਵਾਸਤੇ ਹੀ ਆਪਾਂ ਆਏ ਆ ਦੁਨੀਆ ਦੇ ਵਿੱਚ। ਕਬੀਰ ਜੀ ਦੇ ਗੁਰੂ ਜਿਹੜੇ ਰਾਮਾਨੰਦ ਜੀ ਕਹਿੰਦੇ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਹਿੰਦੇ ਬ੍ਰਹਮ ਦੇ ਵਿੱਚ ਰਮ ਜਾ ਪਿਆਰਿਆ। ਗੁਰੂ ਦਾ ਸ਼ਬਦ ਜਿਹੜਾ ਹੈਗਾ, ਇਹ ਲੇਖਾ ਕਰੋੜਾਂ ਦਾ ਲੇਖਾ, ਕਰੋੜਾਂ ਜਨਮਾਂ ਦਾ ਲੇਖਾ ਕੱਟ ਦਿੰਦਾ ਹੈ ਭਾਈ, ਕਾਟ ਹੀ ਮਾਰ ਦਿੰਦਾ ਹੈ। ਇੱਥੇ ਮਹਾਰਾਜ ਕਹਿੰਦੇ ਨਹੀਂ ਮੰਨੇਗਾ ਤੇ ਆ ਜਾ ਪਿਆਰਿਆ, ਦੇਖ ਲਾ, ਸੋਚ ਲਾ। ਹੁਣ ਮਨ ਦੇ ਪਿੱਛੇ ਚੱਲ ਰਿਹਾ ਆ, ਹਉਮੈ ਦੇ ਵਿੱਚ ਤੂੰ ਨਹੀਂ ਮੰਨਦਾ ਕਿਸੇ ਦੀ ਗੱਲ, ਤੇ ਪਿਆਰਿਆ ਦੇਖ ਲਾ ਪਿਆਰਿਆ, ਸਭ ਕੋ ਲੇਖੇ ਵਿੱਚ ਹੈ। ਤੂੰ ਕੀ ਆ? ਜਿੰਨੇ ਵੀ ਇਸ ਤਰ੍ਹਾਂ ਦੇ ਤੇਰੇ ਵਰਗੇ ਹੈਗੇ, ਸਾਰੇ ਲੇਖੇ ਦੇ ਵਿੱਚ ਹੈਗੇ ਆ। ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ। ਕਹਿੰਦੇ ਦੇਖ ਲਾ ਪਿਆਰਿਆ, ਤੂੰ ਨਾਮ ਨਹੀਂ ਚੇਤਦਾ ਨਾ, ਕਦੀ ਵੀ ਨਹੀਂ ਚੇਤਦਾ, ਤੇ ਜਮਕਾਲ ਨੇ ਫਿਰ ਤੈਨੂੰ ਮਾਰ ਦੇਣਾ ਹੈ। ਜਮਕਾਲ ਨੇ ਕੀ ਮਾਰ ਦੇਣਾ ਹੈ? ਜਮਕਾਲ ਨੇ ਮਾਰ ਦੇਣਾ ਇੱਕ, ਦੇਖੋ ਇਹਦੇ ਚ ਇੱਕ ਨਾ ਨਾਮਦੇਵ ਜੀ ਦਾ ਆਉਂਦਾ ਹੈ, ਉਹ ਆਉਂਦਾ ਆ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਂਦੇ 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 ਬਾਪ ਬੀਠਲਾ, ਮੈਨੂੰ ਆਪਣੀ ਬਾਹ ਫੜਾ, ਮੈਂ ਨਹੀਂ ਤਰਨਾ ਜਾਣਦਾ, ਮੈਂ ਤਾਂ ਡੁੱਬ ਜਾਊਂਗਾ। ਹੁਣ ਇਹ ਜਿਹੜਾ ਸੰਸਾਰ ਸਮੁੰਦਰ ਕੀ ਹੈਗਾ? ਸੰਸਾਰ ਸਮੁੰਦਰ ਹੈਗਾ, ਇਹ ਆਪਾਂ ਇਸ ਸੰਸਾਰ ਦੇ ਵਿੱਚ ਆਏ ਆ, ਇਹਨੂੰ ਕਹਿੰਦੇ ਸੰਸਾਰ ਸਮੁੰਦਰ। ਤੇ ਇਹਦਾ ਜਿਹੜਾ ਹੈਗਾ ਦੋ ਕਿਨਾਰੇ ਹੈਗੇ ਆ। ਇੱਕ ਕਿਨਾਰਾ ਹੈਗਾ ਉਰਵਾਰ ਹੈਗਾ, ਇੱਕ ਦੂਜਾ ਕਿਨਾਰਾ ਹੈਗਾ ਪਾਰਾਵਾਰ ਹੈਗਾ। ਉਹ ਮਾਲਕ ਤੱਕ ਯਾਤਰਾ ਕਰਨੀ ਆ ਆਪਾਂ ਨੇ, ਆਪਣੀ ਆਤਮਾ ਤੱਕ ਯਾਤਰਾ ਕਰਨੀ ਆ। ਇੱਕ ਪਰਲੇ ਪਾਸੇ ਆਤਮਾ ਹੈਗੀ ਆ, ਉਰਲੇ ਪਾਸੇ ਆਪਾਂ ਹੈਗੇ ਆ। ਉਰਲੇ ਪਾਸੇ ਹੁਣ ਜਿੱਥੋਂ ਆਪਾਂ ਆਏ ਹੈਗੇ ਆ, ਹੁਣ ਇੱਥੋਂ ਆਏ ਆ ਆਪਾਂ ਆਪਣੇ ਕੋਲ ਕੀ ਹੈਗਾ? ਮੂਲ ਕੀ? ਆਪਣੇ ਕੋਲ ਮਨੁੱਖਾ ਸਰੀਰ ਹੈਗਾ ਮੂਲ। ਇਹ ਮਨੁੱਖਾ ਸਰੀਰ ਲੈ ਕੇ ਆਏ ਆ, ਹਿਊਮਨ ਦਾ, ਆਦਮੀ ਦਾ ਸਰੀਰ ਮਿਲਿਆ ਹੋਇਆ ਆਪਾਂ ਨੂੰ, ਸਭ ਤੋਂ ਸਿਖਰਲੇ ਡੰਡੇ ਤੇ ਹੈਗੇ ਆ। ਹੁਣ ਸੰਸਾਰ ਸਮੁੰਦਰ ਦੇ ਵਿੱਚ ਆ ਗਏ ਆ। ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ, ਜੇ ਤੂੰ ਨਹੀਂ ਜਿਹੜਾ ਹੈਗਾ ਧਿਆਨ ਸਿਮਰਨ ਕੀਤਾ ਪਿਆਰਿਆ,
ਤੇ ਇਹਦੇ ਵਿੱਚ ਡੁੱਬ ਜਾਏਗਾ। ਸੰਸਾਰ ਸਮੁੰਦਰ ਕੀ ਹੈਗਾ? ਇਹ 84 ਲੱਖ ਜੂਨਾਂ ਇਹਦੇ ਵਿੱਚ ਪਈਆਂ ਹੋਈਆਂ, ਕਿਉਂਕਿ ਤੂੰ ਮਨੁੱਖਾ ਸਰੀਰ ਲੈ ਕੇ ਆਇਆ ਸੀਗਾ, ਤੂੰ ਜਿਹੜਾ ਹੈਗਾ ਮਨੁੱਖਾ ਸਰੀਰ ਰਿਟੇਨ ਨਹੀਂ ਕਰ ਪਾਇਆ, ਕਿਉਂਕਿ ਤੂੰ ਆਪਣਾ ਕਾਰਨ ਸਰੀਰ ਵਧਾ ਲਿਆ, ਇਸ ਕਰਕੇ ਤੂੰ ਜੂਨਾਂ ਦੇ ਵਿੱਚ ਜਾਏਗਾ, ਡੁੱਬ ਜਾਏਗਾ। ਉਹੀ ਗੱਲ ਹੁਣ ਇੱਥੇ ਮਹਾਰਾਜ ਕਹਿ ਰਹੇ ਆ, ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ, ਜਮਕਾਲ ਸਿਰ ਮਾਰੀ। ਇਸ ਤਰ੍ਹਾਂ ਜਮਕਾਲ ਨੇ ਸਿਰ ਤੇ ਮਾਰ ਦੇਣਾ ਹੈ, ਆਤਮਿਕ ਮੌਤ ਮਾਰ ਦੇਣੀ। ਆਪਾਂ ਨੇ ਕੁਝ ਵੀ ਨਹੀਂ ਖੱਟੀ ਕੀਤੀ ਔਰ ਮਨੁੱਖਾ ਸਰੀਰ ਗਵਾ ਲਿਆ ਆਪਾਂ ਨੇ। ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਐਸਾ ਨਾਵ ਜਿਹੜੀ ਹੈ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਆਈ ਹੈ, ਪਾਪ ਕਰ ਕਰਕੇ, ਵਿਸ਼ੇ ਵਿਕਾਰ ਭੋਗ ਭੋਗ ਕੇ ਇੰਨਾ ਕਾਲਾ ਹੋਇਆ ਪਿਆ ਹੈ ਲੋਹਾ, ਮਨੂਰ ਬਣ ਗਿਆ ਆ, ਉਹਨੇ ਦੁਬਾਰਾ ਗਰਮ ਹੀ ਨਹੀਂ ਹੋਣਾ, ਲਾਲ ਹੋਣਾ ਹੀ ਨਹੀਂ। ਕਹਿੰਦੇ ਸਭ ਲੱਦੇ ਬਹੁ ਭਾਰੀ, ਇੰਨੇ ਭਾਰੀ ਭਾਰੀ ਜਿਹੜੇ ਹੈਗੇ ਤੂੰ ਪੱਥਰ ਜਿਹੜੇ ਹੈ ਇਹ ਸੰਸਾਰ ਦੇ ਜਿਹੜੀ ਆ ਮਾਇਆ, ਇਹ ਸੰਸਾਰ ਦੇ ਜਿਹੜੇ ਹੈਗੇ ਰਸਕਾ, ਇਹਨਾਂ ਨੂੰ ਆਪਣੀ ਕਿਸ਼ਤੀ ਚ ਲੱਦ ਲਿਆ ਹੈ, ਇਹਨੇ ਡੁੱਬਣਾ ਹੀ ਡੁੱਬਣਾ ਹੈਗਾ। ਮਾਰਗ ਬਿਖਮ ਡਰਾਵਣਾ ਕਿਉਂ ਤਰੀਏ ਧਾਰੀ। ਕਹਿੰਦੇ ਸੰਸਾਰ ਸਮੁੰਦਰ ਦਾ ਮਾਰਗ ਬਹੁਤ ਔਖਾ ਹੈਗਾ ਤੇ ਭਿਆਨਕ ਹੈਗਾ ਪਿਆਰਿਆ। ਕਿਸ ਤਰੀਕੇ ਦੇ ਨਾਲ ਤਰੇਗਾ, ਕਿਸ ਤਰੀਕੇ ਦੇ ਨਾਲ ਤਰੇਗਾ ਦੱਸ ਮੈਨੂੰ। ਨਾਨਕ ਗੁਰ ਰਾਖੇ ਸੇ ਉਬਰੇ, ਹਰ ਨਾਮ ਹੈ ਉਧਾਰੀ। ਕਹਿੰਦੇ ਗੁਰੂ ਨੇ ਰੱਖਣਾ ਆ, ਗੁਰੂ ਮਲਾ ਹੈਗਾ। ਗੁਰੂ ਦੇ ਜਹਾਜ਼ 'ਚ ਚੜ ਜਾ, ਗੁਰ ਰਾਖੇ ਸੇ ਉਬਰੇ, ਨਾਮ ਵਾਲੇ ਜਹਾਜ਼ 'ਚ ਚੜ ਜਾ ਪਿਆਰਿਆ। ਨਾਮ ਵਾਲੇ ਧਿਆਨ ਸਿਮਰਨ ਵਾਲੇ ਜਹਾਜ਼ ਦੇ ਵਿੱਚ ਚੜ ਜਾ, ਨਾ ਆਪਣੇ ਚੱਪੂ ਮਾਰ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਨਾਨਕ ਗੁਰ ਰਾਖੇ ਸੇ ਉਬਰੇ, ਹਰ ਨਾਮ ਹੈ ਉਧਾਰੀ। ਪਰਮੇਸ਼ਰ ਦਾ ਨਾਮ ਤੈਨੂੰ ਇਸ ਤੋਂ ਪਾਰ ਲੈ ਜਾਏਗਾ, ਉਬਾਰ ਲਏਗਾ, ਉਧਾਰ ਲਏਗਾ। ਹਾਂਜੀ ਵੀਰ ਜੀ। ਹਾਂਜੀ ਹਾਂਜੀ ਠੀਕ ਹੈ ਜੀ ਨਜਰ ਸਾਹਿਬ। ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ। ਹਾਂਜੀ ਹਾਂਜੀ। ਹਰ ਨਾਮ ਕਦੇ ਨਾ ਚੇਤੇ, ਮਨਮੁਖ ਅਹੰਕਾਰੀ। ਦੇਖ ਲਓ ਕਹਿੰਦੇ ਕਿ ਹਾਂ ਸਾਰੇ ਲੇਖੇ ਦੇ ਵਿੱਚ ਹੈਗੇ। ਹਾਂਜੀ ਗੁਰਪ੍ਰੀਤ ਜੀ। ਕਹਿੰਦੇ ਕਿ ਸਭ ਕੁਝ ਦਾ ਮਤਲਬ ਸਮਝਦੇ ਜੋ? ਸਭ ਕੁਝ ਜੋ ਵੀ ਕਰ ਰਹੇ ਆ ਉਹ ਲੇਖੇ 'ਚ ਆਪਣਾ। ਆਪਾਂ ਜੋ ਵੀ ਆਪਾਂ ਸਵੇਰੇ ਉੱਠ ਪੈਂਦੇ ਆ ਪਰ ਸ਼ਾਮ ਤੱਕ ਜੋ ਵੀ ਆਪਾਂ ਆਪਣੀ ਹੱਥੀਂ ਲਿਖਦੇ ਆ, ਤੁਹਾਨੂੰ ਪਤਾ ਹੈ ਇਹਦਾ? ਪਤਾ ਨਹੀਂ ਹੋਣਾ ਸ਼ਾਇਦ ਤੁਹਾਨੂੰ। ਨਹੀਂ ਆਉਂਦਾ ਹੈ ਗੁਰਕੀ ਸਾਹਿਬ ਇਹਦੇ ਵਿੱਚ ਤੁਹਾਨੂੰ ਦੱਸਣਾ। ਮੈਂ ਤੁਹਾਨੂੰ ਦੱਸਾਂ ਉਹ ਲੇਖੇ ਦਾ ਮਤਲਬ ਕੀ ਕਹਿਣਾ ਚਾਹੁੰਦੇ। ਉਹ ਕਹਿੰਦੇ ਕਿ ਤੈਨੂੰ ਚਿੱਟਾ ਪੇਪਰ ਮਿਲਦਾ, ਤੂੰ ਸ਼ਾਮ ਤੱਕ ਲਿਖਦਾ ਹੁਣ ਤੇ। ਹਾਂਜੀ ਨਿਜਰ ਸਾਹਿਬ। ਹਾਂ ਫਰੀਦ ਜੀ ਕਹਿੰਦੇ ਆ ਨਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਾਂ ਨੇੜੇ ਗਰੀਬਾਨ ਮੇ ਸਿਰ ਨੀਵਾ ਕਰ ਦੇ। ਬਿਲਕੁਲ ਆਪਾਂ ਹੀ ਲਿਖਦੇ ਆ। ਉਹ ਇਹ ਕਿਤੇ, ਔਰ ਇਹ ਤੁਹਾਨੂੰ ਪਤਾ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ। ਉਹ ਜਦੋਂ ਤੁਸੀਂ ਜਾਣਾ ਵਾ ਤੇ ਉਹ ਰਜਿਸਟਰ ਤੁਹਾਡੇ ਨਾਲ ਜਾਣਾ। ਉਹ ਬਿਲਕੁਲ ਜਿਹੜੇ ਉਹ ਲੇਖਾਂ ਦਾ ਲੇਖ, ਉਹ ਔਰ ਉਹਦੇ ਲਈ ਪ੍ਰਮਾਤਮਾ ਨੂੰ ਕੋਈ ਜ਼ਿੰਮੇਵਾਰ ਨਹੀਂ ਠਹਿਰਾਉਂਦਾ। ਪ੍ਰਮਾਤਮਾ ਨੂੰ ਕੀ ਲੋੜ ਪਈ ਹੈ ਸਾਡੇ ਲੇਖਾਂ ਨੂੰ ਲਿਖਣ ਦੀ? ਉਹ ਫਿਰ ਜਿੱਦਾਂ ਦੀ ਉਹ ਕਹਿੰਦਾ ਤੂੰ ਜੈਸੀ ਵਸਤੂ ਲੈ ਕੇ ਆਏਂਗਾ ਉਹ ਜਿਹਾ ਮੁੱਲ ਪਵਾਲਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹਦੇ ਚ ਕੋਈ ਗੱਲ ਨਹੀਂ। ਉਹ ਕਹਿੰਦਾ ਤੂੰ ਜੇ ਸਵਾਹ ਲੈ ਆਏਂਗਾ ਤੈਨੂੰ ਸਵਾਹ ਮਿਲ ਜੂਗੀ। ਜੇ ਚੰਗੀ ਚੀਜ਼ ਹੈਗੀ ਆ, ਕੋਈ ਰਤਨ ਹੈਗਾ ਤੇਰੇ ਕੋਲ, ਨਾਮ ਰੂਪੀ ਰਤਨ ਹੈਗਾ, ਤੇ ਉਹਦੇ ਬਦਲੇ ਤੈਨੂੰ ਚੀਜ਼ ਮਿਲ ਜਾਏਗੀ। ਉਹਦੇ ਤੇ ਜਿਹੜੀ ਤਕੜੀ ਹੈਗੀ ਉਹਦੀ ਸੱਚੀ ਤਕੜੀ ਹੈਗੀ। ਉੱਥੇ ਧਰਮਰਾਜ ਦਾ ਮਤਲਬ ਕੋਈ ਬੰਦਾ ਥੋੜੀ ਬੈਠਾ ਉੱਥੇ ਤਕੜੀ ਆ। ਉੱਥੇ ਮਿੰਟੋ ਮਿੰਟ ਮੇਰੇ ਵਰਗੇ ਆਉਂਦੇ, ਕਿਤੇ ਸਵਾਹ ਦੀ ਫੰਡ ਹੈਗੀ ਤੇ ਚੱਲ ਵੀ ਸਾਈਡ ਤੋਂ ਜਾ, ਉਹ ਦੂਜੇ ਸਾਈਡ ਤੇ ਭੇਜ ਤੈਨੂੰ। ਜੇ ਕੋਈ ਚੰਗੀ ਹੈਗੀ ਉਹਨੂੰ ਕਹਿੰਦੇ ਵੀ ਲਿਆਓ, ਇਹਨੂੰ ਅੱਗੇ ਲਿਆਓ, ਯਾਰ ਇਹ ਬਦਲੇ ਬੜਾ ਕੰਮ ਦਾ। ਤੂੰ ਮਾਇਆ ਦੇ ਵਿੱਚ ਨਾਮ ਜਪ ਰਹੇ, ਹੈਰਾਨ ਕਰਤਾ ਸਾਨੂੰ। ਉਹ ਵੀ ਹੈਰਾਨ ਹੋਏ, ਇਹਨਾਂ ਨੇ ਵਾਲ ਪੁੱਟਣੇ ਆਪਣੇ ਉਹਨਾਂ। ਇਹ ਬੰਦਾ ਕਿਦਾਂ ਨਾਮ ਕਿੱਦਾਂ ਜਪ ਲਿਆ ਨੇ? ਉਹ ਵੀ ਕਲਯੁੱਗ ਦੇ ਵਿੱਚ ਇੰਨਾ ਉਹਦਾ ਮਾਇਆ ਦਾ ਪ੍ਰਭਾਵ ਬੰਦੇ ਨੂੰ ਨਹੀਂ ਪਛਾਣਨ ਦਿਆ। ਇਹ ਕਿੱਦਾਂ ਨਾਮ ਜਪ ਲਿਆ ਨੇ? ਪੋਸੀਬਲ ਹੀ ਨਹੀਂ ਹੈਗਾ। ਪਰ ਫਿਰ ਹੈਰਾਨ ਹੋ ਜਾਂਦੇ ਆ। ਔਰ ਉਹ ਕਹਿੰਦੇ ਕਿ ਬਈ ਇਹ ਉਹ ਜਿੱਦਾਂ ਮੁੱਖ ਉਜਲੇ, ਤਾਂ ਹੀ ਉਹ ਕਹਿੰਦੇ ਉਹਨਾਂ ਦੇ ਮੁੱਖ ਉਜਲੇ ਹੁੰਦੇ। ਉਹ ਬਿਲਕੁਲ, ਕਿਉਂਕਿ ਉਹਨਾਂ ਨੂੰ ਪਤਾ ਉਹ ਪੇਪਰ ਕਰਾ ਕਰਨ ਦੇ। ਉਹਨਾਂ ਨੂੰ ਪਤਾ ਹੈ ਉਹ ਪੇਪਰ ਤੇ ਗੰਦਮੰਦ ਨਹੀਂ ਲਿਖਦੇ। ਉਹ ਬੜੇ ਸਾਫ਼ ਸੁਥਰੇ ਜਿਹੇ ਪੇਪਰ ਲਿਖਦੇ ਆ, 2-2 4-4 ਲਾਈਨਾਂ ਲਿਖਦੇ, ਪਰ ਸਾਫ਼ ਸੁਥਰੀਆਂ ਲਿਖਦੇ ਆ। ਉਹਨਾਂ ਨੂੰ ਪਤਾ ਇਹ ਤੇ ਚੈੱਕ ਆਊਟ ਹੋਣੇ ਆਵੇ ਤੇ ਬਾਣੀ ਤੇ ਕਹਿੰਦੀ ਆ। ਸਭ ਕੋ ਲੇਖੇ ਵਿੱਚ ਹੈ। ਉਹਨਾਂ ਨੂੰ ਪਤਾ ਕਿ ਜੋ ਮੈਂ ਲਿਖਤਾ, ਉਹਨਾਂ ਨੂੰ ਪਤਾ ਲਿਖਦੇ ਹੀ ਨਹੀਂ ਉਹ ਗਲਤ ਚੀਜ਼ ਹੈ। ਨਿਜਰ ਸਾਹਿਬ ਬਿਲਕੁਲ। ਹੁਣ ਤੁਸੀਂ ਨਿਜਰ ਸਾਹਿਬ ਇੱਕ ਚੀਜ਼ ਨੂੰ ਆਪ ਮੇਰੀ ਗੱਲ ਇੱਕ ਥੋੜੀ ਜਿਹੀ ਵਿਚਾਰੋ। ਹੁਣ ਤੁਸੀਂ ਕਹੋਗੇ ਕਿ ਤਾਂ ਹੀ ਅਸੀਂ ਆਪਣੇ ਮਰਜ਼ੀ ਨਾਲ ਲਿਖ ਸਕਦੇ ਹਾਂ। ਹੁਣ ਪੇਪਰ ਦੇ ਵਿੱਚ ਇੱਕ ਸਵਾਲ ਆਉਂਦਾ, ਉਹਦਾ ਜਵਾਬ ਮੈਂ ਜੋ ਮਰਜ਼ੀ ਲਿਖਦਾ। ਬਿਲਕੁਲ ਸਹੀ ਹੈ।
ਨਿੱਜਰ ਸਾਹਿਬ ਬੜੀ ਮੈਨੂੰ ਮਨਾ ਕਰ ਦੇਣਗੇ ਜਦੋਂ ਪੈਨ ਮੇਰੇ ਹੱਥ 'ਚ ਆ। ਲਿਖਣ ਵਾਲਾ ਮੈਂ ਵਾਂ, ਮੈਂ ਜੋ ਮਰਜ਼ੀ ਗੰਦ-ਮੰਦ ਲਿਖ ਸਕਦਾ, ਪਰ ਮੈਂ ਸਹੀ ਜਵਾਬ ਵੀ ਲਿਖ ਸਕਦਾ ਜੀ। ਉਹ ਸਹੀ ਜਵਾਬ ਕਿਹੜਾ ਵਾ? ਪਿਛਲੇ ਬੰਨੇ ਚੱਲੀਏ, ਇੱਕ ਸੈਕਿੰਡ ਉੱਪਰ ਚੱਲੀਏ। ਜੋ ਸੋ ਜਪ ਤਪ ਸੇਵਾ ਚਾਕਰੀ ਜੋ ਖਸਮੇ ਭਾਵੇ, ਇਹ ਵੀ ਮੈਂ ਲਿਖ ਸਕਦਾ ਜੋ। ਬਿਲਕੁਲ ਬਿਲਕੁਲ, ਬਹੁਤ ਵਧੀਆ। ਉੱਤੇ ਬਾਣੀ ਨਾਲ ਹੀ ਤਸਦੀਕ ਕੀਤਾ। ਥੱਲੇ ਆ ਜਾਓ, ਕਿਉਂਕਿ ਲਿਖਣ ਤੋਂ ਪਹਿਲਾਂ ਤੇਰੇ ਕੋਲ ਆਵੇ ਕਹਿੰਦੇ ਆ ਕਿ ਆਹ ਲਾਈਨ ਪੜ੍ਹ ਲਾ ਪਹਿਲਾਂ। ਇਹ ਵੀ ਉਹ ਲਿਖਣਾ ਵਾ ਜਿਹੜਾ ਉਹਨੂੰ ਭਾਉਂਦਾ ਵਾ। ਤੂੰ ਕਿਤੇ ਆਪਣੇ ਕੋਲੋਂ ਆਪਣਾ ਮਿਡਲ ਰਸਤਾ ਨਾ ਕੱਢ ਕੇ ਬਹਿ ਜੀ। ਉਹ ਪਰਮਾਤਮਾ ਨੂੰ ਉਹ ਕੰਮ ਕਰਨਾ ਵਾ ਜਿਹੜਾ ਉਹਨੂੰ ਭਾਉਣਾ। ਫਿਰ ਉਹ ਲਿਖਿਆ ਹੋਣਾ ਵਾ ਸਭ ਕੋ ਲੇਖਾ ਵਿੱਚ ਹੈ ਮਨਮੁਖ ਹੰਕਾਰੀ। ਮਨਮੁਖ ਜਿਹੜੇ ਹੁੰਦੇ ਆ ਉਹ ਤਾਂ ਸਮਝਦੇ ਹੀ ਨਹੀਂ। ਉਹ ਤੇ ਕਹਿੰਦੇ ਆ ਕਿ ਖਾਣਾ ਪੀਣਾ ਵਾ ਜ਼ਿੰਦਗੀ ਦਾ, ਉਹ ਭੋਗਾਂ ਚ ਰਹਿੰਦੇ ਨੇ। ਔਰ ਉਹ ਤੇ ਬਾਣੀ ਚ ਤਾਂ ਹੀ ਉਹ ਤੇ ਕਿਹਾ ਅਸੰਖ ਚੋਰ ਹਰਾਮ ਖੋਰ ਅਸੰਖ ਗਲਵੜਾ ਹੱਤਿਆ ਕਮਾਏ। ਇੱਥੇ ਸਾਧ ਸੰਗਤ ਜੀ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਤੁਸੀਂ ਆਪਣੀ ਪੰਡ ਸਾਂਭੋ, ਮੈਂ ਤੇ ਇਹ ਕਹਿੰਦਾ ਜੀ। ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ ਜੀ। ਤਾਂ ਕਿਤੇ ਚੱਕਰਾਂ ਚ ਨਾ ਪੈ ਜਾਓ ਕਿ ਦੁਨੀਆ ਦਾ ਕਲਿਆਣ ਕਰਨਾ, ਉਹ ਸਾਨੂੰ ਕੋਈ ਲੋੜ ਨਹੀਂ ਕਰਨ ਦੀ। ਅਸੀਂ ਜੇ ਆਪਣੇ ਆਪ ਨੂੰ ਸਾਂਭ ਲਈਏ ਨਾ ਤੇ ਇਹੋ ਦੁਨੀਆ ਦਾ ਕਲਿਆਣ ਜੋ। ਸਹੀ ਦੱਸਾਂ ਮੈਂ ਤੁਹਾਨੂੰ, ਜਹਾਜ਼ ਨਹੀਂ ਕਹਿੰਦਾ, ਕਹਿੰਦਾ ਤੂੰ ਆਪਣੀ ਸੀਟ ਬੈਲਟ ਲਾ ਲਾ, ਬਸ ਦੂਜੇ ਦੀ ਫਿਕਰ ਨਾ ਕਰ। ਤੇਰੇ ਵੱਲ ਵੇਖ ਕੇ ਦੂਜਿਆਂ ਆਪੇ ਲਾ ਲੈਣੀ। ਪਰ ਜੇ ਤੂੰ ਨਹੀਂ ਲਾਈ ਤੇ ਲੋਕਾਂ ਨੂੰ ਕਹੇਂਗਾ ਲਾ ਤੇ ਲਾਉਂਦੇ ਅਗਲੇ। ਉਹ ਕਹਿੰਦੇ ਪ੍ਰਾਪਤ ਲਾ ਆਪਣੀ ਤੇ ਲਾ ਲਾ। ਪਰ ਜ਼ਿਆਦਾ ਪ੍ਰੋਬਲਮ ਇਹੋ ਹੀ ਆ, ਆਪਾਂ ਲੋਕਾਂ ਨੂੰ ਕਹਿੰਦੇ ਆ ਉਹ ਸੀਟ ਬੈਲਟ ਲਾਓ, ਇਹ ਸੀਟ ਬੈਲਟ ਲਾਓ। ਇਹ ਲੋਕੀ ਕਹਿੰਦੇ ਜਿੰਨੇ ਆਪ ਨਹੀਂ ਲਾਈ ਸਾਨੂੰ ਕਿਹੜੇ ਹੱਕ ਨਾਲ ਕਹਿ ਰਿਹਾ। ਇਹ ਬਾਣੀ ਉਹ ਕਹਿੰਦੀ ਸਭ ਕੋ ਠੀਕ ਹੈ। ਮਨਮੁਖ ਹੰਕਾਰੀ ਬੰਦਾ ਉਹ ਨਹੀਂ ਗੱਲ ਮੰਨਦਾ। ਅੱਗੇ ਕਰੀ ਹਰ ਕਾ ਨਾਮ ਕਦੇ ਨਾ, ਹਰ ਨਾਮ ਕਦੇ ਨਾ ਚੇਤੇ ਹੀ ਜਮਕਾਲ ਸਿਰ ਮਾਰੀ। ਕਹਿੰਦੇ ਤੂੰ ਨਾਮ ਵਾਲੀ ਵਸਤੂ ਤਾਂ ਲੱਦੀ ਨਹੀਂ ਕਦੀ। ਆਪਣੀ ਕਿਸ਼ਤੀ ਦੇ ਵਿੱਚ ਨਾਮ ਵਾਲੀ ਚੀਜ਼ ਤਾਂ, ਕੀਮਤੀ ਚੀਜ਼ ਤਾਂ ਲੱਦੀ ਨਹੀਂ। ਤੂੰ ਕਦੀ ਚੇਤਿਆ ਹੀ ਨਹੀਂ ਨਾਮ, ਧਿਆਨ ਸਿਮਰਨ ਕੀਤਾ ਹੀ ਨਹੀਂ, ਕਦੀ ਚਿੱਤ ਲਗਾਇਆ ਹੀ ਨਹੀਂ ਨਾਮ ਦੇ ਵਿੱਚ, ਸੁਰਤ ਲਗਾਈ ਹੀ ਨਹੀਂ ਨਾਮ ਦੇ ਵਿੱਚ। ਜਮਕਾਲ ਸਿਰ ਮਾਰੀ, ਫਿਰ ਜਮਕਾਲ ਨੇ ਤਾਂ ਤੈਨੂੰ ਮਾਰਨਾ ਹੀ, ਸਿਰ ਤੋਂ ਮਾਰਨਾ ਹੈ। ਤੇਰਾ ਬਿਲਕੁਲ ਜਿਹੜਾ ਹੈ ਤੇਰੀ ਮਨੁੱਖੀ ਜੂਨ ਖੋਹ ਲੈਣੀ, ਉਹਨੇ ਨਹੀਂ ਦੇਣੀ। ਤੂੰ ਡੁੱਬ ਜਾਣਾ ਹੈ ਸੰਸਾਰ ਦੇ ਵਿੱਚ 84 ਲੱਖ ਦੇ ਵਿੱਚ। ਹਾਂਜੀ ਹਾਂ ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਕਹਿੰਦੇ ਕਿ ਹਰ ਨਾਮ ਕਦੇ ਨਾ ਚੇਤੇ ਜਮਕਾਲ ਸਿਰ ਮਾਰੀ। ਤੂੰ ਕੰਮ ਹੀ ਕਰਦਾ ਰਹਿ ਗਿਆ, ਭੋਗਾਂ ਵਾਲਾ ਸੱਚ ਗੁਆਚਿਆ ਰਿਹਾ। ਤੂੰ ਕਿਤੇ ਇੰਦਰੀਆਂ ਦੇ ਭੋਗਾਂ ਚ ਤੁਰਿਆ ਫਿਰਦਾ ਰਿਹਾ, ਕਿਤੇ ਧੀਆਂ ਪੁੱਤਾਂ ਦੇ ਤੁਰਿਆ ਫਿਰਦਾ ਨਾ। ਲੋਕੀ ਤੈਨੂੰ ਹਉਮੈ ਦੇ ਵਿੱਚ ਕਹਿੰਦੇ ਕਿ ਬੜਾ ਤੂੰ ਮਿਹਨਤੀ ਆ, ਤੂੰ ਫਲਾਨਾ ਤੇ ਤੂੰ ਟਿਮਕਾ, ਤੇ ਤੂੰ ਪਤਾ ਨੀ ਕੀ ਕੁਝ ਕਰਦਾ ਰਿਹਾ ਹੰਕਾਰ ਦੀ ਪੂਰਤੀ ਦੇ ਲਈ। ਤੇ ਤੂੰ ਨਾਮ ਤੇ ਕਦੇ ਚੇਤੇ ਨਹੀਂ ਕੀਤਾ, ਬਿਲਕੁਲ ਧਿਆਨ ਸਿਮਰਨ ਕੀਤਾ ਨਹੀਂ ਕਦੇ। ਤੇ ਹੁਣ ਤੈਨੂੰ ਫਿਰ ਕੀ ਹੋਊਗਾ? ਜਮਕਾਲ ਸਿਰ ਮਾਰੀ। ਤੇ ਉਹ ਜਮਕਾਲ ਤੇ ਉਹ ਤੇ ਕੁਛ ਵੀ ਨਹੀਂ ਕਰ ਸਕਦਾ। ਉਹ ਮਜਬੂਰ ਹੈ। ਜੋ ਲਿਖਤ ਤੇਰੇ ਕੋਲ ਹੈਗੀ ਉਹਦੇ ਹਿਸਾਬ ਨਾਲ ਤੇਰਾ ਸਮਾਨ ਮਿਲ ਜਾਣਾ। ਬਿਲਕੁਲ। ਪਰ ਨਿੱਜਰ ਸਾਹਿਬ ਇਹ ਨਹੀਂ ਮੈਂ ਕਹਿੰਦਾ ਮਰਨ ਤੋਂ ਬਾਅਦ ਤੇ ਚਲੋ ਇੱਕ ਉਹ ਤੇ ਸਿਸਟਮ ਅਲੱਗ ਹੀ ਆ। ਜੇ ਧਿਆਨ ਸਿਮਰਨ ਤੋਂ ਬਿਨਾਂ ਜੀਵਨ ਬਤੀਤ ਕਰਨਾ ਇੱਕ ਨਲਾਇਕੀ ਆ। ਬਿਲਕੁਲ ਨਲਾਇਕੀ ਆ ਜੀ, ਬਿਲਕੁਲ ਨਲਾਇਕੀ ਹੈਗੀ। ਹਾਂ ਮੈਂ ਕਹਾਂ ਤੂੰ ਬੜਾ ਘਟੀਆ ਕਿਸਮ ਦਾ ਜੀਵਨ ਹੈ, ਐਡਾ ਵਧੀਆ ਜੀਵਨ ਨਹੀਂ ਹੈਗਾ। ਉਹ ਤੇ ਜਿਹੜਾ ਬੰਦਾ ਧਿਆਨ ਸਿਮਰਨ ਕਰਦਾ ਉਹਦੇ ਨਾਲ ਦਾ ਤੇ ਜੀਵਨ ਹੀ ਮਾਲਕ ਪਰਮਾਤਮਾ ਨੇ। ਦੇਖ ਲਓ ਗੁਰਕੀ ਸਾਹਿਬ, ਮਾਲਕ ਪਰਮਾਤਮਾ ਥੋੜੀ ਨਾ ਕਹਿੰਦਾ ਕਿ ਤੂੰ ਜਿਹੜੇ ਹੈਗੇ ਦੁਨੀਆ ਦੇ ਵਿੱਚ ਆਇਆ ਆ, ਦੁਨੀਆ ਦੇ ਵਿੱਚ ਜੋ ਕੁਛ ਤੇਰੇ ਸਾਹਮਣੇ ਹੈਗਾ, ਘਰ ਗ੍ਰਸਤੀ ਜਿਹੜੀ ਹੈਗੀ ਇਹਨੂੰ ਯੂਜ਼ ਕਰ, ਰਾਜ ਜੋ ਕਮਾ, ਇਹਨੂੰ ਵੀ ਯੂਜ਼ ਕਰ ਤੇ ਨਾਲੇ ਧਿਆਨ ਸਿਮਰਨ ਵੀ ਕਰ। ਬਸ ਇਹਨੂੰ ਯੂਜ਼ ਓਨਾ ਹੀ ਕਰਨਾ ਜਿੰਨਾ ਕਿ ਤੂੰ ਰੱਬ ਦੇ ਰਸਤੇ ਦੇ ਉੱਤੇ ਸਹੀ ਤਰੀਕੇ ਨਾਲ ਤੁਰੀ ਜਾਏ। ਉਹ ਤਾਂ ਕਹਿ ਨਹੀਂ ਰਿਹਾ ਕਿ ਤੂੰ ਛੱਡ ਕੇ ਬਹਿ ਜਾ, ਜਿਹੜਾ ਤੂੰ ਜੇ ਜਾ ਕੇ ਸਾਧੂ ਹੋ ਜਾ ਤੇ ਜਾ ਕੇ ਲੰਗੋਟਾ ਕਸਲਾ ਤੇ ਜਾ ਕੇ ਹਿਮਾਲय ਤੇ ਚੜ ਜਾ। ਬਹੁਤ ਬਾਣੀ ਤਾਂ ਕਹਿੰਦੀ ਨਹੀਂ। ਸਹੀ ਹੈ। ਉਹ ਤੇ ਕਹਿੰਦੀ ਆ ਕਿ ਘਰ ਚ ਹੀ ਰਹਿਣਾ। ਹਾਂ, ਘਰ ਮੈਂ ਠਾਕੁਰ ਨਜ਼ਰ ਨਾ ਆਏ। ਬਸ ਬਾਣੀ ਚ ਕਿਹਾ ਨਾ ਉਹ ਸ਼ਬਦ ਚ, ਹਾਂ ਘਰ ਮੈਂ ਠਾਕੁਰ ਨਜ਼ਰ ਨਾ ਆਏ। ਘਰ ਮੈਂ ਮਤਲਬ ਕਿਹੜਾ? ਹੁਣ ਗੁਰੂ ਜੀ ਥੋੜੀ ਕਹਿੰਦੇ ਕਿ ਤੇਰੇ ਘਰ ਦੇ ਅੰਦਰ ਆ। ਉਹ ਕਹਿੰਦੇ ਤੇਰੇ ਅੰਦਰ, ਤੇਰਾ ਸਰੀਰ ਰੂਪੀ ਘਰ ਦੇ ਅੰਦਰ ਆ ਠਾਕੁਰ, ਤੈਨੂੰ ਨਜ਼ਰ ਨਹੀਂ ਆਉਂਦਾ। ਹਾਂਜੀ ਤੋਂ ਬੋਲੋ ਨਿੱਜਰ ਸਾਹਿਬ। ਅਗਲੀ ਬੜੀ ਸਖਤ ਬਾਣੀ ਹੈ ਅਗਲੇ ਬੰਨੇ। ਉਹ ਤਾਂ ਤਾੜਨਾ ਕਰ ਰਹੇ ਨੇ। ਹਾਂ ਕਹਿੰਦੇ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਕਹਿੰਦੇ ਤੂੰ ਦੇਖ ਇੰਨੇ ਪਾਪ ਕਰ ਰਿਹਾ, ਇੰਨੇ ਵਿਸ਼ੇ ਵਿਕਾਰ ਭੋਗ ਰਿਹਾ। ਵਿਕਾਰ ਕਹਿੰਦੇ ਆ ਇੰਨੇ ਵਿਸ਼ੇ ਵਿਕਾਰ ਕਰ ਕਰਕੇ ਤੂੰ ਆਪਣੇ ਆਪ ਨੂੰ ਲੋਹਾ ਜਿਹੜਾ ਹੈਗਾ ਉਹਨੂੰ ਸਾੜ ਲਿਆ। ਮਨ ਜਿਹੜਾ ਹੈਗਾ ਪੰਜ ਅਗਨ ਤੇ ਤਲਾਕ ਰਹੀ ਜੋ ਆਉਂਦਾ ਭਇਆ। ਆਪਣੇ ਜਿਹੜੇ ਹੈਗੇ ਉਹ ਜਿਹੜਾ ਪੱਠੀ ਨੂੰ ਕੀ ਕਹਿੰਦੇ ਆ, ਉਹਦੇ ਚ ਆਉਂਦਾ ਵੀ ਤੇਰਾ ਆਰਨ। ਹਾਂ
ਤੁਕ ਵੀ ਬੋਲ ਦੋ ਜੀ। 75 ਤਾਂ ਪਹੁੰਚ ਗਏ ਆ, ਭੁੱਲ ਜਾਂਦੀ ਆ। ਕਾਇਆ ਆਰਣ ਆ ਗਈ ਜੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਕਹਿੰਦੇ ਤੂੰ ਮਨ ਨੂੰ ਨਾ ਭੱਠੀ ਜਿਹੜੀ ਆਰਣ ਜਿਹੜਾ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਲਾਲ ਕਰ ਰਿਹਾ ਆ। 5 ਅੱਗਾਂ ਲੱਗੀਆਂ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀਆਂ 5 ਅੱਗਾਂ ਲੱਗੀਆਂ। ਪੂਰਾ ਮਨ ਮਨੂਰ ਹੋਈ ਜਾ ਰਿਹਾ ਆ। ਤੇ ਇਸ ਤੋਂ ਬਾਅਦ ਪਾਪ ਹੋਰ ਕਰ ਕਰਕੇ ਪਾਪ ਜਿਹੜੇ ਹੋਰ ਕੋਲੇ ਸੁੱਟ ਰਹੇ ਆ ਉੱਤੇ, ਹੋਰ ਅੱਗ ਨੂੰ ਮਘਾ ਰਿਹਾ ਆ। ਦੱਸ ਤੇਰਾ ਕੀ ਹਾਲ ਹੋਊਗਾ। ਆਖਰੀ ਦੇ ਵਿੱਚ ਮਹਾਰਾਜ ਇਸ ਦੇ ਵਿੱਚ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾ, ਏਕ ਨਾਮ ਅੰਮ੍ਰਿਤੋ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਐਸੇ ਕੈਮਿਸਟ ਹੈ ਗੁਰੂ ਨਾਨਕ ਸਾਹਿਬ, ਐਸੇ ਕੈਮਿਸਟ ਹੈਗੇ ਇਹ ਬ੍ਰਹਮ ਗਿਆਨੀ। ਕਹਿੰਦੇ ਉਹ ਮਨੂਰ ਨੂੰ ਵੀ ਲੋਹਾ ਬਣਾ, ਮਨੂਰ ਨੂੰ ਵੀ ਜਿਹੜਾ ਹੈਗਾ ਕੰਚਨ ਬਣਾ ਦਿੰਦੇ, ਸੋਨਾ ਬਣਾ ਦਿੰਦੇ ਆ ਭਾਈ। ਉਹੀ ਗੱਲ ਇੱਥੇ ਮਹਾਰਾਜ ਤੀਸਰੀ ਪਾਤਸ਼ਾਹੀ ਕਹਿ ਰਹੇ ਆ, ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਤੂੰ ਲੱਦੀ ਜਾ ਰਿਹਾ, ਲੱਦੀ ਜਾ ਰਿਹਾ, ਮਨ ਨੂੰ ਪੂਰਾ ਸੜਾਈ ਜਾ ਰਿਹਾ। ਮਾਰਗ ਵਿਖਮ ਡਰਾਵਣਾ ਕਿਉਂ ਤਰੀਏ ਤਾਰੀ। ਕਹਿੰਦੇ ਬੜਾ ਔਖਾ ਮਾਰਗ ਆ ਪਿਆਰਿਆ, ਵਿਖਮ ਆ, ਡਰਾਉਣਾ ਆ, ਇਹਦੇ ਚ ਡੁੱਬ ਜਾਏਗਾ ਤੂੰ। ਮਹਾਰਾਜ ਜਾਂ ਮੁਕਤ ਦੁਆਰਾ ਸੰਕੁਰਾ ਆ, ਉੱਥੋਂ ਦੀ ਲੰਘਣਾ ਆ, ਨਹੀਂ ਲੰਘਿਆ ਪਾਇਆ, ਗਿਆ ਥੱਲੇ ਚੁਰਾਜੂਨਾਂ ਦੇ ਵਿੱਚ। ਕੀ ਪਤਾ ਕਿਹੜਾ ਸਲੋਟ ਆ ਤੇਰਾ ਭਾਈ। ਹਾਂਜੀ ਗੁਰਕੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਪਹਿਲੀ ਤੁਕ ਵੇਖੋ, ਪਾਪ ਵਿਕਾਰ। ਇੱਕ ਤੇ ਪਾਪ ਦਾ ਮਤਲਬ ਨਾ ਪਾਪ ਕਰਨੇ। ਪਾਪਾਂ ਦੇ ਨਾਲ ਲੋਕੀ ਨਾ ਬੜਾ ਕੋਈ ਕੰਮ ਕਰਦੇ, ਪਾਪ ਵੀ ਕਰਦੇ। ਤੇ ਵਿਕਾਰ ਦਾ ਮਤਲਬ ਹੁੰਦਾ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਿਕਾਰ ਨੇ। ਤੇ ਇਹ ਵਿਕਾਰ ਇਹਨੂੰ ਕਹਿੰਦੇ ਨਾ ਬਿਲਕੁਲ। ਹਾਂਜੀ, ਮੰਦੇ ਪਾਪ, ਮੰਦੇ ਵਿਕਾਰ। ਹਾਂਜੀ। ਵਿਕਾਰ ਦਾ ਮਤਲਬ ਦੋਸ਼, ਬੁਰਾਈਆਂ, ਹਨਾ, ਬਿਲਕੁਲ, ਵਾਸਨਾਵਾਂ। ਹਾਂ ਠੀਕ ਹੈ ਜੀ। ਹਾਂ। ਤੇ ਇਹ ਵੇਖੋ, ਇਹ ਕਹਿੰਦੇ ਆ ਕਿ ਮਨੂਰ ਸਭ ਲੱਦੇ। ਮਨੂਰ ਦਾ ਮਤਲਬ ਕਿ ਮਨ ਨੂੰ ਇੰਨਾ ਕਾਲਾ ਸੁਆਹ ਕਰ ਲਿਆ, ਲੋਹਾ ਅੜਿਆ ਹੋਇਆ ਲੋਹਾ। ਮਨੂਰ ਨਿਜਸਾਂ ਨੇ ਪਹਿਲਾਂ ਵੀ ਸਮਝਾਇਆ ਕਿ ਜਿਹੜਾ ਗੰਦਾ ਜਿਹਾ ਲੋਹਾ ਨਹੀਂ ਹੋ ਜਾਂਦਾ, ਜਿਹੜਾ ਕੰਮ ਦਾ ਲੋਹਾ ਨਹੀਂ ਹੁੰਦਾ, ਮਨੂਰ ਹੋ ਜਾਣਾ, ਸੜ ਜਾਣਾ, ਖੁੰਗਰਾ ਜਿਹਾ ਹੋ ਜਾਂਦਾ। ਉਹਨੂੰ ਗਰਮ ਕਰੋ ਤੇ ਉਹਨੇ ਗਰਮ ਕਰਕੇ ਉਹਨੇ ਪਿਘਲਣਾ ਹੀ ਨਹੀਂ ਹੈ ਲੋਹੇ ਨੇ। ਹਾਂ, ਉਹ ਮਨੂਰ ਹੋ ਜਾਣਾ। ਤੇ ਕਹਿੰਦਾ ਤੁਸੀਂ ਆਹ ਜਿਹੜੇ ਕੰਮ ਕਰਕੇ ਜਿਹੜਾ ਤੈਨੂੰ ਪੇਪਰ ਮਿਲਦਾ, ਤੂੰ ਕਹਿੰਦਾ ਮਾਂ ਦੇ ਪੁੱਤਾ ਜਿੰਨੇ ਚਿਰ ਦਿਨ ਡੁੱਬ ਨਹੀਂ ਜਾਂਦਾ, ਤੂੰ ਉਹ ਪੇਪਰ ਨੂੰ ਇੰਨਾ ਕਾਲਾ ਸਵਾਹ ਹੀ ਕਰ ਦਿੰਦਾ ਲਿਖ ਕੇ। ਤੂੰ ਤੇ ਛੱਡਦਾ ਹੀ ਨਹੀਂ, ਉੱਥੇ ਕੋਈ ਜਗ੍ਹਾ ਹੀ ਨਹੀਂ ਛੱਡਦਾ। ਤੂੰ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਉਹਦੀ ਨੌਕਰ ਮੈਂ ਛੱਡਦਾ, ਥੋੜੀ ਜਿਹੀ ਨੌਕਰ ਕੀਤੀ, ਇੱਥੇ ਨਾ ਲਿਖਿਆ ਜਾਵੇ ਕੋਈ। ਅੱਧਾ ਘੰਟਾ ਹੀ ਕਮ ਸੇ ਕਮ ਦਿਨ ਚ ਦੇ ਦੇ ਆਪਣਾ ਸਾਧਨਾ ਦੇ ਵਿੱਚ। ਅੱਧਾ ਘੰਟਾ ਮੈਂ ਕੁਛ ਨਹੀਂ ਲਿਖਾਂ, 1 ਘੰਟਾ ਕਿੰਨਾ ਔਖਾ ਕੰਮ ਹੈ। ਪਰ 1 ਘੰਟਾ ਵੀ ਦੇਤਾ ਤੇ ਬੜੀ ਵੱਡੀ ਗੱਲ ਆ। ਫਿਰ ਉਹਨੇ 12 ਘੰਟੇ ਜੀ ਆ ਜਾਣਾ ਮੇਜਰ ਸਾਹਿਬ। ਤੇ ਫਿਰ ਕਹਿੰਦੇ ਕਿ ਲੱਦੇ ਬਹੁਤ ਭਾਰੀ, ਕਿ ਬੜਾ ਭਾਰੀ ਆ, ਮੁਸ਼ਕਿਲ ਹੋ ਜਾਏਗੀ ਤੈਨੂੰ, ਵਜਨ ਹੋ ਜਾਣਾ ਬਹੁਤ ਭਾਰੀ। ਕਿ ਜੋ ਤੂੰ ਕਰਮ ਕਰ ਰਿਹਾ ਨਾ, ਪਾਪ ਤੇ ਵਿਕਾਰ, ਜਿਹੜੀ ਵਾਸਨਾਵਾਂ ਨੇ, ਵਿਅਰਥ ਦੇ ਕੰਮ ਜਿਹੜੇ ਮਤਲਬ ਇਹਨਾਂ ਦੀ ਲੋੜ ਨਹੀਂ ਹੈ ਤੈਨੂੰ। ਔਰ ਤੂੰ ਨਹੀਂ ਸੋਚਦਾ ਕਿ ਇਹ ਪੇਪਰ ਜਿਹੜਾ ਲਿਖ ਰਿਹਾ ਹੈ, ਔਰ ਇਹ ਸਕੂਲ ਦੇ ਪੇਪਰ ਵਾਲਾ ਤੇ ਪੇਪਰ ਹੈ ਤੇਰਾ, ਤੈਨੂੰ ਕੀ ਪਤਾ ਲੱਗਣ ਦਿਆ, ਅੰਨਾ ਵਾ ਤੂੰ। ਇੱਕ ਸਕੂਲ ਦੇ ਪੇਪਰ ਨੂੰ ਜੇ ਤੂੰ ਗਲਤ ਲਿਖ ਕੇ ਆ ਜਾਏਗਾ ਤਾਂ ਤੂੰ ਉੱਥੋਂ ਨਹੀਂ ਪਾਸ ਹੋ ਸਕਦਾ। ਤੂੰ ਕੀ ਪਰਮਾਤਮਾ ਦੇ ਦਰ ਤੇ ਪਾਸ ਹੋ ਜਾਏਗਾ ਇਹ ਗੰਦਾ ਮੰਦਾ ਪੇਪਰ ਕਰਕੇ? ਦੱਸ, ਇੱਕ ਜਸਟ ਕਾਮਨ ਸੈਂਸ ਦੀ ਗੱਲ ਕਰਦੇ ਹਾਂ ਆਪ। ਇੱਕ ਸੰਗਤ ਜੀ, ਇੱਕ ਛੋਟੀ ਜੀ ਗੱਲ ਲਾਓ। ਆਪਾਂ ਸਕੂਲੇ ਜਾਂਦੇ ਹਾਂ, ਚਲੋ ਮੈਂ 12 ਪੜ੍ਹਿਆ ਵਾ, ਚਲੋ ਜ਼ਿਆਦਾ ਨੰਬਰ ਤੇ ਨਹੀਂ ਮੇਰੇ ਕੋਲ ਆਏ, 33, 34, 35, ਇੱਕ ਤੇ ਸਬਜੈਕਟ 50 ਆ ਗਏ ਹੁਣ, ਬੜੀ ਵੱਡੀ ਗੱਲ ਹੈ। ਮੇਰਾ ਪਿਓਰ ਚ ਬੜਾ ਖੁਸ਼ ਹੀ ਕਹਿੰਦਾ, ਚਰਨਜੀਤ ਤੂੰ ਪਾਸ ਤੇ ਹੋ ਗਿਆ ਨਿਜਰ ਸਾਹਿਬ। ਮਤਲਬ ਉਹ ਕਹਿੰਦਾ ਪੁੱਤ ਨੰਬਰਾਂ ਦੀ ਗੱਲ ਨਹੀਂ, ਕਮ ਸੇ ਕਮ ਤੂੰ ਪਾਸ ਤੇ ਹੋ ਗਿਆ। ਉਹ ਮੈਂ ਹੁਣ ਆ ਕੇ ਸਮਝਿਆ ਵਾ ਕਿ ਇੱਥੇ ਵੀ ਆਪਾਂ ਕਮ ਸੇ ਕਮ ਪਾਸ ਤੇ ਹੋ ਜਾਈਏ, ਆਪਾਂ ਜ਼ਿਆਦਾ ਵੱਡੇ ਤੇ ਨਾ ਬਣ ਜਾਈਏ, ਆਪਾਂ ਮਤਲਬ ਕਮ ਸੇ ਕਮ ਪਾਸ ਤੇ ਹੋ ਜਾਈਏ। ਇੰਨਾ ਕਿਤੇ ਲਿਖ ਦਈਏ, ਸਾਡਾ ਪੇਪਰ ਹੁਣ ਥੋੜਾ ਜਿਹਾ ਬਚਿਆ ਆਪਣੇ ਕੋਲ, ਆਖਰੀ 20-25 ਮਿੰਟ ਜਿਹੜੇ ਬਚੇ, ਪਾਸ ਹੋਣ ਜੋਗੇ ਨੰਬਰ ਲੈ ਜਾਈਏ। ਮੈਂ ਨਹੀਂ ਕਹਿੰਦਾ ਕਿ ਬ੍ਰਹਮ ਗਿਆਨੀ ਬਣ ਜਾਵਾਂਗੇ, ਕਮ ਸੇ ਕਮ ਯਾਰ ਸਾਨੂੰ ਥੋੜੀ ਨਮੋਸ਼ੀ ਤੇ ਨਾ ਹੋਊਗੀ ਕਿ ਆਪਾਂ ਥੋੜੇ ਜਿਹਾ ਆਕੜ ਕੇ ਵੜਾਵਾਂਗੇ ਪੇਪਰ। ਲਓ ਜੀ ਪੇਪਰ ਕੀਤਾ ਮੈਂ, ਉਹਨਾਂ ਕਹਿਣਾ ਵਾ 70-80% ਤੇ ਤੂੰ ਖਰਾਬ ਕੀਤਾ ਬੱਚੇ, ਆ 20% ਹੀ ਤੈਨੂੰ ਸੰਗਤ ਕਿੱਥੋਂ ਮਿਲ ਗਈ ਓਏ, ਤਾਂ ਦਿਮਾਗ ਕਿੱਦਾਂ ਸਹੀ ਹੋ ਗਿਆ। ਉਹ ਪਰ ਨੰਬਰ ਪਾਸ ਹੋਣ ਜੋਗੇ ਆ ਗਏ। ਚਰਨਜੀਤ ਜਿੰਨੇ ਚਰਨਜੀਤ ਨੇ ਖੜੇ ਨੇ 33 ਨੰਬਰ, ਉਹਨੇ ਤੇਰੇ ਆ ਗਏ, ਤਲਵਾਰ ਜਾ ਕੇ ਇੰਨੇ ਹੈਗੇ ਤੇ ਕੋਈ ਰਾਈਟ ਟਾਈਮ ਤੇ ਤੂੰ ਸਮਝ ਲਿਆ।
ਹੁਣ 25 ਮਿੰਟ ਤੁਹਾਡੇ ਕੋਲ ਵੀ ਹੈਗੇ, ਮੇਰੇ ਵੀ 42 ਸਾਲ ਉਮਰ ਹੋ ਗਈ ਆ, ਉਹ ਵੀ ਲਾਸਟ ਵਾਲੀ ਮੂਵਮੈਂਟ ਹੀ ਆ। ਤੇ ਉਹ ਇਹ ਬਾਣੀ ਆਪਾਂ ਨੂੰ ਸਮਝਾਉਂਦੀ ਆ ਕਿ ਇਹ ਨਾ ਹੋਵੇ ਕਿ ਅਗਲੀ ਤੁਕ ਬੋਲੋ ਜੀ, ਕਹਿੰਦੇ ਮਾਰਗ ਵਿਖਮ ਡਰਾਵਣਾ ਕਿਉਂ ਤਰੀਏ ਤਾਰੀ, ਇਹ ਨਾ ਹੋਵੇ ਕਿ ਡੁੱਬ ਜਾਈਏ ਆਪਾਂ। ਮਾਰਗ ਤਾਂ ਬੜਾ ਵਿਖਮ ਆ ਤੇ ਡਰਾਉਣਾ ਹੈਗਾ, ਤੇ ਤਾਰੀ ਕਿਵੇਂ ਤਰਨੀ ਆ, ਕਿਵੇਂ ਤਰਨਾ ਹੈ, ਇਹਦੀ ਟੈਕਨੀਕ ਚਾਹੀਦੀ ਆ। ਉਹ ਅੱਗੇ ਟੈਕਨੀਕ ਦੱਸਣਗੇ ਉਹ। ਹਾਂਜੀ ਗੁਰੂ ਜੀ, ਹਾਂ ਬਿਲਕੁਲ ਠੀਕ। ਕਹਿੰਦੇ ਮਾਰਗ ਵਿਖਮ ਡਰਾਵਣਾ, ਇੱਕ ਤੇ ਕਹਿੰਦੇ ਮਾਰਗ, ਮਾਰਗ ਦਾ ਪਤਾ ਹੀ ਹੈ ਨਾ, ਲਿਖਿਆ ਹੁੰਦਾ ਰਾਜ ਮਾਰਗ, ਵੱਡੀ ਨੈਸ਼ਨਲ ਹਾਈਵੇ। ਹਾਂ, ਤੇ ਕਹਿੰਦੇ ਮਾਰਗ ਜਿਹੜਾ ਵਿਖਮ ਆ, ਵਿਖਮ ਦਾ ਮਤਲਬ ਹੁੰਦਾ ਵਾ ਕਿ ਔਖਾ। ਹਾਂ, ਇਹ ਜ਼ਿੰਦਗੀ ਜਿਹੜੀ ਆ ਇਹ ਆਸਾਨ ਨਹੀਂ ਆ। ਤੁਸੀਂ ਸੋਚਦੇ ਕਿ ਬੜੀ ਆਸਾਨ ਹੈ, ਨਹੀਂ, ਇਹ ਬੜੀ ਔਖੀ ਹੈ। ਇਹ ਸੰਸਾਰ ਹੈਗਾ ਭਵਸਾਗਰ। ਤੁਸੀਂ ਜਦੋਂ ਤੁਸੀਂ ਦੇਖੋਗੇ ਇਹ ਚਿੱਕੜ ਨੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਚਿੰਬੜਨ ਦੀ ਕੋਸ਼ਿਸ਼ ਕਰਨੀ ਹੈ, ਔਰ ਇਸ ਚਿੱਕੜ ਨੂੰ ਤੁਸੀਂ ਚਿੰਬੜ ਨਹੀਂ ਦੇਣਾ ਆਪਣੇ ਆਪ ਨੂੰ, ਠੀਕ ਹੈ। ਕਿਉਂਕਿ ਤੁਹਾਡੇ ਕੋਲ ਨਾਮ ਹੈਗਾ, ਨਾਮ ਹੋਏਗਾ ਤਾਂ ਫਿਰ ਤੁਹਾਨੂੰ ਡਰ ਨਹੀਂ। ਜਦੋਂ ਤੁਹਾਡੇ ਹੱਥ ਦੀਪਕ ਹੈ, ਤੁਹਾਨੂੰ ਰਸਤਾ ਕੀ ਕਹਿੰਦਾ, ਲਾਈਟ ਜਗਾਓ। ਤੁਸੀਂ ਖੱਡੇ ਖੁੱਡਿਆਂ ਤੋਂ ਗੱਡੀ ਸਾਈਡ ਤੇ ਕਰਕੇ ਕੱਢ ਲੈਣੀ ਹੈ, ਬਿਲਕੁਲ ਠੀਕ ਹੈ ਨਾ ਜੀ ਸਾਹਿਬ। ਅੱਗੇ ਚੱਲੀਏ। ਡਰਾਵਣਾ ਜਿਹੜਾ ਹੈਗਾ, ਹੁਣ ਦੇਖ ਲਓ ਇਹਦੇ ਵਿੱਚ ਕਾਫੀ ਜ਼ਿਆਦਾ ਡਰਾਉਣ ਵਾਲੇ ਜਿਹੜੇ ਹੈਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਜਿਹੜੇ ਹੈਗੇ, ਕਈ ਭਿਆਨਕ ਜਿਹੜੇ ਹੈਗੇ ਜੀਵ, ਜਿਹੜੇ ਹਮੇਸ਼ਾ ਹੀ ਜਿਹੜੇ ਹੈਗੇ ਡਰਾ ਕੇ ਧਮਕਾ ਕੇ ਜਿਹੜੇ ਹੈਗੇ ਆਪਣੀ ਯਾਤਰਾ ਰੋਕਣ ਦੀ ਕੋਸ਼ਿਸ਼ ਕਰਦੇ ਆ। ਕਿਉਂ ਤਰੀਏ ਤਾਰੀ। ਹਾਂ ਬਿਲਕੁਲ ਸਹੀ। ਮੁਸ਼ਕਲ ਕੰਮ ਹੈ ਜੀ। ਬਾਣੀ ਇਹ ਕਹਿੰਦੀ ਹੈ ਕਿ ਤੂੰ ਇਹ ਨਾ ਸੋਚੀ ਕਿ ਤੈਨੂੰ ਅਸੀਂ ਕਹਿ ਦਈਏ ਈਜ਼ੀ ਗੇਮ ਹੈ, ਈਜ਼ੀ ਨਹੀਂ ਹੈਗੀ, ਠੀਕ ਹੈ ਨਾ ਜੀ ਸਾਹਿਬ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਕਹਿੰਦੇ ਟੈਕਨੀਕ ਦੇ ਬਾਣੀ ਚ ਪਹਿਲਾਂ ਵੀ ਇੰਨੀ ਗੱਲ ਸੁਣੋ, ਬਾਣੀ ਜਦੋਂ ਵੀ ਕਿਹਾ ਨਾ ਕਿ ਇਹ ਨਾਮ ਜਪਣਾ ਬੜਾ ਔਖਾ ਵਾ, ਆਖਣਾ ਔਖਾ ਸਾਚਾ ਨਾਮ, ਫਿਰ ਵੀ ਜਪੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਹਾਂਜੀ ਅੱਗੇ ਤੋਂ ਬੋਲੋ ਜੀ। ਹਾਂ, ਕਹਿੰਦੇ ਕਿਉਂ ਤਰੀਏ ਤਾਰੀ, ਕਹਿੰਦੇ ਟੈਕਨੀਕ ਸਿੱਖ ਲਾ ਭਾਈ, ਗੁਰ ਲੈ ਲਾ ਇਹ ਤਰਨ ਦਾ ਨੁਕਤਾ ਲੈ ਲਾ, ਇਹ ਕਿਸ ਤਰ੍ਹਾਂ ਤਰਨਾ ਹੈ। ਲੈਂਪ ਲੈ ਕੇ ਜਾ, ਆ ਫੜ ਲੈਂਪ, ਗੁਰੂ ਦੇ ਗਿਆਨ ਦਾ ਲੈਂਪ ਨਾਲ ਰੱਖੀ ਤੇ ਰਸਤਾ ਤੈਨੂੰ ਸਹੀ ਨਜ਼ਰ ਆਊਗਾ। ਕਿ ਨਹੀਂ ਤਾਂ ਕਿਤੇ ਵੀ ਜਾ ਕੇ ਤੂੰ ਗੋਤੇ ਖਾ ਜਾਣੇ ਆ। ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮੇ ਉਧਾਰੀ। ਆ ਲਓ ਦੱਸਤਾ ਨੁਕਤਾ ਮਹਾਰਾਜ ਨੇ। ਕਹਿੰਦੇ ਕਿ ਬਈ ਗੁਰੂ ਦਾ ਦੀਪਕ ਨਾਲ ਦੇ ਰੱਖੀ, ਗੁਰੂ ਜਿਹੜਾ ਹੈਗਾ ਰੱਖ ਲਊਗਾ ਤੇ ਉਹ ਉੱਭਰ ਜਾਏਗਾ। ਤੇ ਦੀਪਕ ਹੈਗਾ ਧਿਆਨ ਸਿਮਰਨ ਵਾਲਾ ਪਰਮੇਸ਼ਰ ਦਾ ਨਾਮ, ਇਸੇ ਦੇ ਨਾਲ ਉਧਰਨਾ ਹੈ ਪਾਏ। ਆਹ ਟੈਕਨੀਕ ਦੇਤੀ ਮਹਾਰਾਜ ਨੇ। ਹਾਂਜੀ ਗੁਰੂ ਜੀ, ਬਿਲਕੁਲ ਸਹੀ ਹੈ ਸਾਧ ਸੰਗਤ ਜੀ। ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਧਾਰੀ। ਸੰਗਤ ਚ ਤੁਸੀਂ ਜਾਣਾ ਵਾ, ਉਹਨਾਂ ਨੇ ਕਹਿਣਾ ਕਿ ਬਈ ਤੂੰ 1 ਘੰਟਾ ਸੰਸਾਰ ਚੋਂ ਕੱਢ ਕੇ ਆਪਣੇ ਆਪ ਨੂੰ ਅਲੱਗ ਕਰ ਲਈ, ਬੇਸ਼ੱਕ $1 2 ਲੱਖ ਘੱਟ ਕਮਾ ਲਈ, ਕਿਤੇ ਨਹੀਂ ਚੱਲੇ ਤੇਰੇ ਡਾਲਰ, ਇੱਥੇ ਹੀ ਆ ਸਾਰੇ, ਤੇ ਤੂੰ ਸਾਧਨਾ ਕਰ ਲਾ ਵਾ 1 ਘੰਟਾ ਪਰ। ਤੇਰੇ ਸਾਰੇ ਜਿਹੜੀਆਂ ਅੜਚਣਾਂ ਵਾ ਉਹਦਾ ਜਵਾਬ ਤੈਨੂੰ ਸਾਧਨਾ ਨੇ ਆਪਣੇ ਆਪ ਹੀ ਦੇ ਦੇਣਾ। ਉਹ ਮੁਸ਼ਕਲਾਂ ਵੀ ਆਪੇ ਦੂਰ ਹੋ ਜਾਣੀਆਂ, ਕਿਉਂਕਿ ਉਹ ਨਾਮ ਕੋਈ ਆਸਾਨ ਨਹੀਂ ਹੈਗਾ, ਉਹ ਹਰ ਦਾ ਨਾਮ ਆ। ਉਹ ਕੋਈ ਆਮ ਚਰਨਜੀਤ ਜਾਂ ਨਿੱਜਰ ਸਾਹਿਬ ਦਾ ਨਾਮ ਨਹੀਂ ਹੈਗਾ, ਉਹ ਪਰਮਾਤਮਾ ਦਾ ਨਾਮ ਹੈ। ਤੂੰ ਜਦੋਂ ਉਹਨੇ ਉਹਦਾ ਸਹਾਰਾ ਲੈ ਲਿਆ ਤੇ ਤੈਨੂੰ ਉਹਨੇ ਭਵ ਸਾਗਰ ਚੋਂ ਬਾਹਰ ਕੱਢ ਦੇਣਾ। ਕਿੱਡਾ ਆਸਾਨ ਕੰਮ ਨਿੱਜਰ ਸਾਹਿਬ। ਕਿ ਉਹ 1 ਘੰਟਾ ਜੋ ਤੂੰ ਆਪਣਾ ਧਿਆਨ ਸਿਮਰਨ ਦਾ ਕਰ ਲਾ, ਤੇ ਉਹ ਜਦੋਂ ਤੂੰ ਪਰਮਾਤਮਾ ਦਾ ਨਾਮ ਜਪਿਆ ਤੇ ਬਸ ਉਹ ਜਿਹੜਾ ਉਹਨੂੰ ਭਾਉਂਦਾ ਵਾ, ਐਵੇਂ ਨਾ ਕਿ ਆਪਣਾ ਨਵਾਂ ਤਰੀਕਾ ਕੱਢ ਕੇ ਬਹਿ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਆਪਾਂ ਤਾਂ ਇਹੀ ਕੁਛ ਕਰਦੇ ਹਾਂ। ਆਹੋ, ਤੇ ਬਾਣੀ ਚ ਮਗਰੇ ਬਣੇ ਲਿਖਿਆ ਵਾ ਇੱਕ ਫਿਰ ਤੁਕ ਤੁਹਾਨੂੰ ਮੈਂ ਦੱਸਦਾ, ਤੁਹਾਨੂੰ ਚੇਤਾ ਨਾ ਹੋ ਜਾਏ, ਲਿਖਿਆ ਨਾ ਇਹ ਉੱਤੇ ਤੁਕਿਆ ਹੋਵੇ ਫਿਰ ਵਾਪਸ ਉਹ ਜਪ ਤੇ ਤਪ ਵੀ ਉਹੀ ਕਰੀ। ਐਵੇਂ ਨਾ ਕਰ ਲਈ ਆਪਣੇ ਸਕੀਮਾਂ ਕੱਢ ਕੇ ਬਹਿ ਜੀ, ਕਿਉਂਕਿ ਫੇਰ ਗੜਬੜ ਹੋ ਜਾਣੀ। ਵੇ ਤੂੰ ਐਵੇਂ ਕਵੇਂ ਕਿ ਰੱਬ ਦਾ ਮੇਰਾ ਕੰਮ ਨਹੀਂ ਹੁੰਦਾ, ਫਿਰ ਤੂੰ 40-50 ਸਾਲ ਕੀ 40-50 ਕਰੋੜ ਸਾਲ ਵੀ ਆਉਂਦਾ ਜਾਂਦਾ ਰਹੀ, ਪਰ ਸੋ ਜਪ ਜੋ ਪਰਮੇਸ਼ਰ ਨੂੰ ਪਾਉਂਦਾ ਤੂੰ ਉਸੇ ਤਰ੍ਹਾਂ ਤੈਨੂੰ ਜਪਣਾ ਪਊ। ਕਿਉਂਕਿ ਪਰਮਾਤਮਾ ਦਾ ਜਿਹੜਾ ਜਪ ਹੈਗਾ ਉਹ ਤੇ ਕਹਿੰਦਾ ਕਿ ਪਹਿਲਾਂ ਤੂੰ ਆਪਣੇ ਅੰਦਰ ਆ ਜਾ, ਬਾਹਰ ਨਾ ਜਾ। ਬਾਹਰ ਢੂੰਡੇ ਤੇ ਭਰਮ ਭੁਲਾਏ, ਤੂੰ ਬਾਹਰ ਜਾਏਗਾ ਤੇ ਭਰਮ ਹੈ। ਇਹੋ ਹੀ ਸੱਚ ਹੈ। ਪਰਮਾਤਮਾ ਇਹ ਕਹਿੰਦਾ ਕਿ ਤੂੰ ਆਪਣੇ ਅੰਦਰ ਆ ਜਾ। ਅੰਦਰ ਵੜਨਾ ਔਖਾ ਹੈ ਗੋਰਖੀ ਸਾਹਿਬ, ਅੰਦਰ ਵੜਨਾ ਔਖਾ ਹੈ। ਬੰਦਾ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਡਾਇਲੂਟ ਕਰ ਦਿੰਦਾ ਹੈ। ਉਹ ਕਹਿੰਦਾ ਫਲਾਨੇ ਦਾ ਜਿਹੜਾ ਹੈਗਾ ਮੈਂ ਕਥਾ ਲਾ ਲੈਣੀ ਆ, ਉਹਨਾਂ ਦਾ ਸਿਮਰਨ ਲਾ ਲੈਣਾ ਹੈ, ਉਹ ਬਹੁਤ ਵਧੀਆ ਹੈ, ਆਹ ਵਧੀਆ ਹੈ, ਉਹ ਵਧੀਆ ਹੈ। ਉਹ ਧਿਆਨ ਸਿਮਰਨ ਵਾਲੀ ਗੱਲ ਫਿਰ ਜਿਹੜਾ ਹੈਗਾ ਡਾਇਲੂਟ ਹੋ ਜਾਂਦੀ ਹੈ। ਆਪਣਾ ਫਿਰ ਲਾ ਲਿਆ ਉਹਨੇ ਉਹਦੇ ਵਿੱਚ। ਹਾਂਜੀ ਗੋਰਖੀ, ਹਾਂਜੀ ਬਿਲਕੁਲ ਸਹੀ ਹੈ। ਉਹ ਪਤਾ ਕੀ ਹੁੰਦਾ ਹੈ, ਨਿੱਜਰ ਸਾਹਿਬ ਮਨ ਨਾ ਕਾਫੀ ਟਾਈਮ ਤੋਂ ਏਦਾਂ ਚੱਲ ਰਿਹਾ, ਇਸ ਤਰ੍ਹਾਂ ਇਹਦਾ ਸੁਭਾਅ ਬਣ ਗਿਆ
ਹੁਣ ਅੱਜ ਇੱਕ ਵਿਚਾਰ ਚੱਲਣ ਦੀ ਮੈਂ ਕਿਸੇ ਦੇ ਨਾਲ, ਉਹ ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ, ਮੈਂ ਕੰਟਰੋਲ ਦਾ ਕੰਟਰੋਲਰ। ਸਾਧਨਾ ਕੀ ਆ? ਕੰਟਰੋਲ ਦਾ ਕੰਟਰੋਲਰ। ਕਿਹਨੂੰ ਕੰਟਰੋਲ ਕਰਨਾ? ਜਿਹੜਾ ਕੰਟਰੋਲਰ ਹੈ ਅੰਦਰ। ਹਾਂ, ਬਹੁਤ ਔਖਾ ਕੰਮ ਹੈ, ਬਹੁਤ ਔਖਾ ਕੰਮ ਹੈ ਜੀ। ਤੁਸੀਂ ਆਪ ਸਮਝਦੇ ਸਾਧ ਸੰਗਤ ਜੀ ਭਲਾ ਮੈਂ ਕੀ ਕਹਿਤਾ? ਫਿਰ ਸੁਣੋ ਧਿਆਨ ਨਾਲ। ਕੰਟਰੋਲ ਦਾ ਕੰਟਰੋਲਰ, ਜਿਹੜਾ ਤੁਹਾਡੇ ਅੰਦਰ ਕੰਟਰੋਲਰ ਹੈ ਨਾ, ਉਹਨੂੰ ਕੰਟਰੋਲ ਕਰਨਾ। ਜਿਹੜਾ ਕੰਟਰੋਲ ਕਰਦਾ ਵਾ ਮਨ, ਉਹਨੇ ਆਪਣੇ ਆਪ ਤੇ ਹੀ ਕੰਟਰੋਲ ਕਰਨਾ। ਹਾਂ, ਇਹੀ ਗੱਲ ਹੈ। ਇਹ ਮਨ ਕੋ ਮਨ ਮਾਰਸੀ, ਮਨ ਨੂੰ ਮਨ ਨਹੀਂ ਮਾਰਨਾ ਹੈ। ਮਨ ਨੂੰ ਮਨ ਨੇ, ਮਨ ਜਿਹੜਾ ਹੈ ਬੇਮੁਹਾਰਾ ਚੱਲ ਰਿਹਾ ਹੈ, ਇਹ ਜਿਹੜਾ ਮਸਤ ਹਾਥੀ ਹੈਗਾ, ਇਹਨੂੰ ਮਨ ਨੇ ਹੀ ਕੰਟਰੋਲ ਕਰਨਾ ਹੈ। ਹਾਂਜੀ, ਹਾਂ, ਬਾਣੀ ਚ ਲਿਖਿਆ ਵੀ ਆ, ਮਨ ਮਾਨਿਆ ਤੇ ਹਰ ਜਾਣਿਆ। ਹਾਂ, ਮਾਨੀ ਦੇਖੋ, ਮਾਨੀ ਕਿੱਡੀ ਤਗੜੀ ਚੀਜ਼ ਹੈ। ਰੱਬ ਨੇ ਉਹਦੇ ਵਿੱਚ ਹੀ ਬਿਮਾਰੀ ਆ ਤੇ ਉਹਦੇ ਅੰਦਰ ਹੀ ਦਵਾਈ ਹੈ। ਵਾਹ ਜੀ ਵਾਹ। ਕਿੱਡੀ ਤਗੜੀ ਗੱਲ ਹੈ, ਆਪ ਜਸਟ ਸੋਚੋ। ਪਰ ਉਹ ਪਤਾ ਕੀ ਆ, ਉਹ ਜੜੀ ਬੂਟੀ ਹੈ, ਏਦਾਂ ਦੀ ਆ, ਉਹਦੇ ਬਾਹਰ ਬਾਹਰ ਜਿਹੜਾ ਹੈਗਾ ਵਾ, ਉਹ ਬਿਮਾਰੀ ਪੈਦਾ ਕਰਨ ਵਾਲੀ ਚੀਜ਼ ਹੈਗੀ ਆ। ਪਰ ਜਦੋਂ ਉਹਦੇ ਅੰਦਰ ਵੜ ਜਾਓਗੇ ਤੇ ਉਹਦੇ ਅੰਦਰ ਜੜੀ ਬੂਟੀ ਹੈਗੀ ਹੈ। ਪਰ ਸ਼ੁਰੂ ਚ ਤੁਹਾਨੂੰ ਉਹੀ ਮਿਲਣਾ ਵਾ, ਉਹ ਜਿਹੜਾ ਲੋਹਾ, ਗੰਦਾ ਮੰਦਾ ਲੋਹਾ, ਸੜਿਆ ਲੋਹਾ। ਕਿਉਂਕਿ ਸੜਿਆ ਲੋਹਾ ਇੱਕ ਦਿਨ ਚ ਥੋੜੀ ਇਕੱਠਾ ਹੋਇਆ। ਹੁਣ ਇਸ ਜਨਮ ਚ ਆਪਾਂ ਇਕੱਠਾ ਕੀਤਾ ਮਗਰੋਂ ਵੀ ਕਿੱਦਾਂ ਦਾ ਹਿਸਾਬ ਦਾ ਚੱਲਦਾ। ਬਹੁਤ ਜਨਮਾਂ ਦਾ, ਬਹੁਤ ਜਨਮਾਂ ਦਾ। ਹਾਂ, ਬਹੁਤ ਜਨਮਾਂ ਦਾ ਹੈ ਗੋਰਖੀ ਸਾਹਿਬ। ਉਹ ਤੇ ਕਹਿੰਦੇ ਕਾਲਾ ਸਵਾਹ ਹੋਇਆ ਪਿਆ। ਹਾਂ, ਕਾਲਾ ਸਵਾਹ ਹੋਇਆ ਪਿਆ, ਬਿਲਕੁਲ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਬੜਾ ਟਾਈਮ ਲਾਤਾ, ਸੰਗਤ ਕਹਿੰਦੀ ਨਹੀਂ ਹੈ, ਇਹਨਾਂ ਦੋਵੇਂ ਗੱਪਾਂ ਮਾਰੀ ਜਾਂਦੇ ਲੱਗਦਾ। ਨਹੀਂ ਵੀਰ ਜੀ, ਇਹ ਜਿਹੜੀ ਚੀਜ਼ ਹੈਗੀ ਅੱਜ, ਜਿਹੜੀ ਇਹ ਵਿਚਾਰ ਹੈਗੀ ਆ, ਇਹਨੂੰ ਤਾਂ ਬਾਰ-ਬਾਰ ਸੁਣੀਏ ਤੇ ਅੱਜ ਬਦਲ ਦੇਗੀ ਜੀਵਨ, ਕ੍ਰਾਂਤੀ ਲਿਆ ਦੂਗੀ, ਕ੍ਰਾਂਤੀ ਪਾਏ। ਹਾਂ, ਬਸ ਠੀਕ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਖੁਸ਼ ਰਹਿਣਾ ਔਰ ਕੋਸ਼ਿਸ਼ ਕਰੋ। ਦੇਖੋ, ਆਪਾਂ ਜਿਹੜੀ ਚੀਜ਼ ਨੂੰ ਲੋਕਾਂ ਨੂੰ ਦਿੰਦੇ ਆ ਨਾ, ਉਹੀ ਚੀਜ਼ ਸਾਨੂੰ ਆਉਣੀ। ਤੇ ਚੰਗੀ ਚੀਜ਼ ਦਓਗੇ ਤੇ ਚੰਗੀ ਆਈ ਆਊਗੀ। ਤੇ ਕੋਸ਼ਿਸ਼ ਕਰੋ ਲੋਕਾਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰਿਆ ਕਰੋ। ਜੇ ਤੁਸੀਂ ਸੁਖੀ ਹੋਣਾ ਚਾਹੁੰਦੇ, ਜੇ ਤੁਸੀਂ ਦੁਖੀ ਹੋਣਾ ਚਾਹੁੰਦੇ, ਫਿਰ ਲੋਕਾਂ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿਓ ਆਪਣੇ ਨਾਲ। ਦੇਖੋ, ਹਰ ਕੋਈ ਬੰਦਾ ਵਾ, ਉਹਦਾ ਸਿਸਟਮ ਵੱਖਰਾ ਵਾ, ਆਪਾਂ ਬਰਾਬਰ ਨਹੀਂ ਹੈਗੇ। ਤੇ ਜੇ ਆਪਾਂ ਉਹਦੇ ਨਾਲ ਕੰਪੇਅਰ ਕਰਾਂਗੇ ਤੇ ਕਿਸੇ ਵੀ ਤਰੀਕੇ ਨਾਲ ਉਹ ਕੋਈ ਸੈਂਸ ਨਹੀਂ ਹੈਗੀ। ਉਹਦੇ ਨਾਲ ਕੀ ਹੋਊਗਾ, ਸਾਡੀ ਆਪਣੀ ਸ਼ਾਂਤੀ ਜਿਹੜੀ ਭੰਗ ਹੋ ਜਾਊ। ਤੇ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਠੀਕ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ।